सत श्री अकाल, सलाम, नमस्कार, आदाब, सब सत्कार सज्जनों ਨੂੰ जो इस वक्त जिंदगी ਦੇ रंगां ਤੇ ਆਵਾਜ਼ਾਂ ਤਿਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ। ਟਿਵਾਣਾ ਰੇਡੀਓ ਦੇ ਨਾਲ ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ 6:33 ਹੋ ਚੁੱਕੇ ਨੇ। ਅੱਜ ਤਾਰੀਖ ਹੈ 26 ਅਕਤੂਬਰ ਸਨ 2021 ਤੇ ਠੰਡਾਂ ਦਸਤਕ ਦੇ ਰਹੀਆਂ ਨੇ। ਕੱਤਕ ਮਹੀਨਾ ਹੈ, ਕੱਤਕ ਕਣਕਾਂ ਦੀ ਵਜਾਂਦ ਦਾ ਵੇਲਾ ਹੁੰਦਾ ਹੈ। ਸੋ 10 ਕੱਤਕ ਨਾਨਕਸ਼ਾਹੀ ਸੰਮਤ 553। ਪਰ ਇਸ ਦੌਰਾਨ ਪੰਜਾਬ ਦੇ ਸਿਆਸਤਦਾਨ ਕਣਕਾਂ ਨਹੀਂ ਸਗੋਂ ਆਪਣੀ ਸਿਆਸਤ ਦੀਆਂ ਵੋਟਾਂ ਬੀਜ ਰਹੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ। ਕਿਸਾਨਾਂ ਵੱਲੋਂ ਅੱਜ ਦੇਸ਼ ਭਰ ਦੇ ਵਿੱਚ ਫਿਰ ਲਖੀਮਪੁਰ ਕਾਂਡ ਦੇ ਦੋਸ਼ੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੇ ਮੁਜ਼ਾਹਰੇ ਕੀਤੇ ਗਏ। ਦੌਰੇ ਸਿਆਸਤ ਸਮਾਜਿਕ ਸਾਰੋਕਾਰਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ, ਇਹਨਾਂ ਸਭ ਤੇ ਚਰਚਾ ਕਰਾਂਗੇ ਪਰਮਿੰਦਰ ਸਿੰਘ ਮਰਿਆਣਾ ਦੇ ਨਾਲ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਬੀਰ ਸਿੰਘ ਉਸਮਾਨ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਇੱਥੇ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਇਹਨਾਂ ਦੀ ਦੂਜੀ ਲੋਕੇਸ਼ਨ ਹੈ ਕੈਲੀਫੋਰਨੀਆ ਦੇ ਵਿੱਚ ਲੌਸਟੇਲ ਟਰੈਵਲ ਸੈਂਟਰ 14814 ਲੋਮਾ ਸਟਰੀਟ ਲੌਸਟੇਲ ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਫ੍ਰੀ ਚਾਹ ਛਕੋ, ਸ਼ਾਵਰ, ਲਾਂਡਰੀ ਕਰ ਸਕਦੇ ਹੋ, ਓਵਰਨਾਈਟ ਟਰੱਕ ਪਾਰਕਿੰਗ ਹੈ ਫ੍ਰੀ। ਇਸ ਤੋਂ ਇਲਾਵਾ ਉੱਥੇ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਉਸਮਾਨ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ, ਮਸਲਨ ਡੈਲਟਾ ਫਿਊਲ ਕੰਪਨੀ, ਮੋਬਿਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਨੇ ਜਿਨ੍ਹਾਂ ਤੋਂ ਗੈਸ ਸਟੇਸ਼ਨ ਓਨਰ, ਆਪਰੇਟਰ ਵੀਰ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਆ ਤਾਂ ਬਲਵੀਰ ਸਿੰਘ ਉਸਮਾਨ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਹੋਰਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ 425 232 8413 425232 8413। ਇਸ ਨੰਬਰ ਤੇ ਸੰਪਰਕ ਆਪ ਜੀ ਕਰ ਸਕਦੇ ਹੋ। ਤੇ ਇਸ ਦੇ ਨਾਲ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਵਜੇ ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ ਤੋਂ ਮੈਂ ਤੇ ਐਡਵੋਕੇਟ ਸੁਰਿੰਦਰ ਸਿੰਘ ਆਪ ਜੀ ਨਾਲ ਜੁੜਦੇ ਹਾਂ। ਸਿਆਸਤ ਵਿਰਾਸਤ ਦੀ ਗੱਲ ਹੁੰਦੀ ਹੈ ਤੇ ਇਸ ਦੌਰਾਨ ਅੱਜ ਆਪਣੇ ਨਾਲ ਪਰਮਿੰਦਰ ਸਿੰਘ ਮਰਿਆਣਾ ਜੁੜਨਗੇ। ਚਰਚਾ ਦੇ ਵਾਸਤੇ 1-2 ਮਿੰਟ ਦੇ ਵਿੱਚ ਹੀ ਗੱਲਬਾਤ ਕਰਾਂਗੇ। ਸੁਰਿੰਦਰ ਹੋਰਾਂ ਦੀ ਸਿਹਤ ਠੀਕ ਹੈ, ਹੁਣ ਘਰੇ ਪਹੁੰਚ ਗਏ ਨੇ, ਛੁੱਟੀ ਹੋ ਗਈ ਹਸਪੀਟਲ ਤੋਂ ਤੇ ਉਮੀਦ ਹੈ ਜਲਦ ਦਰੁਸਤ ਹੋਣਗੇ ਤੇ ਚੜ੍ਹਦੀ ਕਲਾ 'ਚ ਨੇ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਾਡੀ ਵੈਬਸਾਈਟ tivanaradio.com ਦੇ ਜ਼ਰੀਏ ਆਪ ਜੀ ਸੁਣ ਸਕਦੇ ਹੋ, ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਸਵੇਰੇ 6 ਤੋਂ 8, ਸ਼ਾਮ ਨੂੰ 6:30 ਤੋਂ 8:30। ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ, ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, YouTube ਪੇਜ ਦਾ ਲਿੰਕ ਮਿਲੇਗਾ, ਉਹ ਵੀ ਇੰਸਟਾਲ ਕਰੋ। ਬੈਲ ਆਈਕਨ ਦਬਾਵੋ। ਜੇ ਤੁਸੀਂ ਅਮਰੀਕਾ ਦੇ ਵਿੱਚ ਹੋ ਤਾਂ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਨ ਦੇ ਵਾਸਤੇ ਕਾਲ ਟੂ ਲਿਸਨ ਨੰਬਰ ਹੈ 667 930 9260 667 930 9260। ਇਸ ਨੰਬਰ ਤੇ ਵੀ ਡਾਇਲ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ ਸੁਣਿਆ ਜਾ ਸਕਦਾ ਹੈ। ਪ੍ਰੋਗਰਾਮਾਂ ਨੂੰ WhatsApp ਤੇ ਮੰਗਵਾਉਣਾ, ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ ਜਾਂ ਰਿਕਾਰਡ ਕਰਕੇ ਆਪਣਾ ਸੁਨੇਹਾ WhatsApp ਤੇ ਵੀ ਛੱਡ ਸਕਦੇ ਹੋ। ਉਸ ਵਾਸਤੇ ਇੰਡੀਆ ਸਟੂਡੀਓ ਦਾ ਨੰਬਰ ਹੈ 98 763 09655। ਮੇਰਾ ਸੰਪਰਕ ਨੰਬਰ ਵੀ ਇਹੀ ਹੈ, ਸਟੂਡੀਓ ਲਾਈਨ ਵੀ ਇਹੀ ਹੈ 9876309655। ਇਸ WhatsApp ਗਰੁੱਪ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ ਤੇ ਜਦੋਂ ਵੀ ਪ੍ਰੋਗਰਾਮ ਸ਼ੁਰੂ ਹੁੰਦਾ ਨਾਲ ਦੀ ਨਾਲ ਤੁਹਾਨੂੰ ਲਿੰਕ ਭੇਜ ਦਿੱਤਾ ਜਾਂਦਾ। ਖੁਦਾ ਨਾ ਖਾਸਤਾ ਕੱਲ੍ਹ ਨੂੰ ਕੋਈ ਚੈਨਲ ਚੇਂਜ ਹੋ ਜਾਂਦਾ ਤਾਂ ਵੀ ਤੁਸੀਂ ਇਸ ਨੰਬਰ ਤੇ ਸੰਪਰਕ ਦੇ ਵਿੱਚ ਹਮੇਸ਼ਾ ਰਹਿ ਸਕਦੇ ਹੋ। ਨਵਾਂ ਲਿੰਕ ਤੁਹਾਨੂੰ ਭੇਜ ਸਕਦੇ ਹਾਂ ਕਿਉਂਕਿ ਅੱਜ ਕੱਲ੍ਹ ਫੇਸਬੁੱਕ ਬਹੁਤ ਸਖਤੀ ਕਰ ਰਹੀ ਹੈ, ਸਰਕਾਰੀ ਪ੍ਰੈਸ਼ਰ ਵੀ ਹੈ, ਹੋਰ ਬੜਾ ਕੁਝ ਹੈ। ਆਲਰੇਡੀ ਅਸੀਂ ਇਹ ਚੀਜ਼ਾਂ ਭੁਗਤ ਚੁੱਕੇ ਹਾਂ। ਸੋ ਇਸ ਕਰਕੇ ਬੇਨਤੀ ਹੈ ਕਿ ਇਸ ਨੰਬਰ ਨੂੰ ਜ਼ਰੂਰ ਸੇਵ ਰੱਖੋ ਜੇ ਤੁਸੀਂ ਸਾਡੇ ਪੱਤਰਕਾਰੀ ਨੂੰ ਪਸੰਦ ਕਰਦੇ ਹੋ। ਅੱਗੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਸਾਂਝਾ ਕਰੋ, ਪ੍ਰੋਗਰਾਮ ਵੀ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ। ਇੱਕ ਬੇਨਤੀ ਕਰਦੀ ਕਿ ਜਿਸ ਤਰ੍ਹਾਂ ਇਸ ਵਕਤ ਲਾਈਵ ਪ੍ਰੋਗਰਾਮ ਚੱਲ ਰਿਹਾ ਤੇ ਉਸ ਤੋਂ ਬਾਅਦ ਇਸ ਪ੍ਰੋਗਰਾਮ ਨੂੰ ਅਸੀਂ ਕਈ ਵਾਰ ਪ੍ਰਾਈਵੇਟ ਕਰ ਦਿੰਦੇ ਹਾਂ ਕਿਉਂਕਿ ਇਹਦੇ 'ਚ ਕਈ ਵਾਰੀ ਕੁਆਲਿਟੀ ਦੀ ਦਿੱਕਤ ਹੁੰਦੀ ਹੈ ਲਾਈਵ ਪ੍ਰੋਗਰਾਮ ਦੇ ਵਿੱਚ ਤੇ ਆਵਾਜ਼ ਕਿਤੇ ਵੱਧ ਘੱਟ ਜਾਂਦੀ ਹੈ ਜਾਂ ਡਿਸਟਰਬੈਂਸ ਹੁੰਦੀ ਹੈ, ਕਾਲ ਕੱਟ ਗਈ ਰਹਿ ਗਈ, ਕਾਫੀ ਜਾਣੀ ਪ੍ਰੋਗਰਾਮ ਪੂਰਾ ਵਧੀਆ ਪਿਓਰ ਨਹੀਂ ਹੁੰਦਾ ਸਿਸਟਮ। ਸੋ ਇਸ ਲਈ ਇਸ ਨੂੰ ਐਡਿਟ ਕਰਕੇ ਪਾਈਦਾ ਨਾਲ ਤੇ ਉਹ ਐਡਿਟ ਪ੍ਰੋਗਰਾਮ ਪਲੀਜ਼ ਸੁਣਿਆ ਕਰੋ ਜਿਸ ਤਰ੍ਹਾਂ ਉਸ ਦੇ ਵਿੱਚ ਅਸੀਂ ਲਿੰਕ ਪਾਈਦਾ ਕਿ ਕਿੰਨੀ ਤਾਰੀਖ ਹੈ ਤੇ ਮਾਰਨਿੰਗ ਦਾ M ਤੇ ਈਵਨਿੰਗ ਦਾ E ਜਿਹੜਾ ਸਾਈਨ ਪਾਇਆ ਹੁੰਦਾ ਉਸ ਮੁਤਾਬਕ ਤੁਸੀਂ ਜਿਹੜਾ ਹੈਗਾ ਰਿਕਾਰਡਡ ਪ੍ਰੋਗਰਾਮ ਸੁਣਿਆ ਕਰੋ। ਇਹ ਬੇਨਤੀ ਹੈ ਕਿਉਂਕਿ ਲਾਈਵ ਪ੍ਰੋਗਰਾਮ ਦਾ ਸਾਨੂੰ ਮਿਲਦਾ ਕੁਝ ਨਹੀਂ, ਰਿਕਾਰਡਡ ਪ੍ਰੋਗਰਾਮ ਦੇ 4 ਪੈਸੇ ਮਿਲ ਜਾਂਦੇ ਆ।
ਇਹ ਬੇਨਤੀ ਹੈ। ਤੇ ਲੋ ਦੇਰੀ ਨਾ ਕਰਦੇ ਹੋਏ ਜੁੜਦੇ ਹਾਂ ਪਰਮਿੰਦਰ ਸਿੰਘ ਬਰਿਆਣਾ ਦੇ ਨਾਲ। ਕੈਪਟਨ ਅਮਰਿੰਦਰ ਸਿੰਘ ਨੇ ਬੁੰਗਾ ਕੱਢ ਦਿੱਤਾ, ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ। ਹਾਲਾਂਕਿ ਅਰੂਸਾ ਆਲਮ ਨੂੰ ਲੈ ਕੇ ਬੜੇ ਖੁਲਾਸੇ ਹੋਏ ਨੇ। ਹੁਣ ਇਸ ਲੜਾਈ ਦੇ ਵਿੱਚ ਅਰੂਸਾ ਆਲਮ ਵੀ ਕੁੱਦ ਗਈ ਹੈ। ਉਸਨੇ ਇਹਨਾਂ ਪੰਜਾਬ ਦੇ ਸਿਆਸਤਦਾਨਾਂ ਨੂੰ ਲੱਕੜ ਬੱਗੇ ਤੱਕ ਕਹਿ ਦਿੱਤਾ। ਇੱਕ ਟੀਵੀ ਚੈਨਲ ਤੇ ਗੱਲਬਾਤ ਕਰਦੇ ਹਾਂ ਕਿ ਇਹ ਲੱਕੜ ਬੱਗੇ ਨੇ, ਕਪਤਾਨ ਨੂੰ ਖਾਣ ਨੂੰ ਫਿਰਦੇ ਨੇ। ਦੱਸੋ, ਕਪਤਾਨ ਨਾ ਹੋ ਗਿਆ, ਖੰਡ ਦਾ ਖੇਲ ਨਾ ਹੋ ਗਿਆ ਜਿਹੜਾ ਅਗਲੇ ਨੇ ਖਾਣਾ। ਸੋ ਹੁੰਦਾ ਹੀ ਹੈ, ਪਹਿਲੀ ਪੀਸੀ ਯਾਰ ਛੁੱਟ ਜੇ, ਲੱਡੂ ਵੰਡਦੀ ਲਾਹੌਰੋਂ ਆਵਾਂ। ਸੋ ਪਹਿਲਾਂ ਤਾਂ ਤਹਿਸੀਲੋਂ ਕਹਿੰਦੇ ਸੀ, ਹੁਣ ਲੱਡੂ ਵੰਡਦੀ ਲਾਹੌਰੋਂ ਆਵਾਂ। ਫਿਕਰ ਹੁੰਦਾ ਹੀ ਹੈ ਆਪਣਿਆਂ ਦਾ, ਇਹਦੇ 'ਚ ਕੋਈ ਦੋਰਾਮਾ ਨਹੀਂ ਹੈ। ਤੇ ਉਧਰ ਚੰਨੀ ਨੂੰ ਮਿਹਣਾ ਮਾਰਿਆ ਕੇਜਰੀਵਾਲ ਹੋਰਾਂ ਨੇ ਕਿ ਅਸੀਂ ਦੇਈ ਜਾਂਦੇ ਹਾਂ 50-50 ਹਜ਼ਾਰ ਰੁਪਈਆ ਏਕੜ ਦਾ ਤੇ ਤੁਸੀਂ 12 ਦੇ ਹੀ ਬੈਠੇ ਹੋ। ਸੋ ਇਸ ਕਰਕੇ ਲੋਕਾਂ ਦੇ ਲਈ ਕੰਮ ਕਰੋ, ਇਹ ਮਿਹਣਾ ਮਾਰਿਆ। ਪਰ ਕੇਜਰੀਵਾਲ ਸਾਹਿਬ, ਤੁਹਾਡੇ ਕੋਲ ਕਿਸਾਨ ਕਿੰਨੇ ਇਹ ਵੀ ਦੱਸ ਦਿਓ। ਤੇ ਪੰਜਾਬ ਦਾ ਕਿਸਾਨਾਂ ਨੂੰ ਸਰਕਾਰ ਕਿੰਨੀ ਕਰੋੜਾਂ ਰੁਪਏ ਦੀ ਬਿਜਲੀ ਹਰ ਸਾਲ ਫ੍ਰੀ ਮੁਹੱਈਆ ਕਰਵਾਉਂਦੀ ਹੈ, ਉਹ ਵੀ ਵੇਖ ਲਿਓ। ਖੈਰ, ਉਸ ਤੇ ਵੀ ਗੱਲ ਕਰਾਂਗੇ। ਉੱਤਰ ਪ੍ਰਦੇਸ਼ ਦੀ ਲਖੀਮਪੁਰ ਖੀਰੀ ਦੇ ਵਿੱਚ ਜਿਹੜੀ ਹਿੰਸਾ ਹੋਈ ਸੀ, ਉਸ ਮਾਮਲੇ 'ਚ ਜਿਹੜੇ ਗਵਾਹ ਨੇ ਉਹਨਾਂ ਨੂੰ ਸੁਰੱਖਿਆ ਮੁਹੱਈਆ ਕਰਾਏ ਜਾਣ ਦੇ ਹੁਕਮ ਸਰਕਾਰ ਨੇ ਦਿੱਤੇ ਨੇ, ਕਿਉਂਕਿ ਗੁੰਡਾ ਰਾਜ ਹੈ। ਤੁਹਾਨੂੰ ਪਤਾ ਹੈ ਕਿ ਗਵਾਹ ਮੁਕਰਾ ਕੇ ਕੇਸਾਂ 'ਚੋਂ ਬਰੀ ਹੋਣ ਦਾ ਇੰਡੀਆ ਦੇ ਵਿੱਚ ਬੜਾ ਪੁਰਾਣਾ ਟ੍ਰੈਂਡ ਹੈ। ਤੇ ਇਸ ਤਰ੍ਹਾਂ ਹੋਰ ਕਈ ਖਬਰਾਂ ਨੇ, ਉਹਨਾਂ ਸਾਰੀਆਂ ਤੇ ਚਰਚਾ ਕਰਾਂਗੇ। ਲਓ, ਆਪਣੇ ਨਾਲ ਜੁੜ ਚੁੱਕੇ ਨੇ ਪਰਮਿੰਦਰ ਸਿੰਘ ਬਰਿਆਣਾ। ਮੈਂ ਬੇਨਤੀ ਕਰ ਰਿਹਾ ਕਿ ਇਸ ਵਕਫੇ ਦੇ ਦੌਰਾਨ ਕਾਲ ਨਹੀਂ ਲਵਾਂਗੇ, ਬਾਅਦ 'ਚ ਤੁਸੀਂ ਆਪਣੇ ਵਿਚਾਰ ਰੱਖ ਲਿਆ ਕਰੋ। ਬਾਅਦ 'ਚ ਆਪਾਂ ਟਾਕ ਸ਼ੋਅ ਸਾਂਝਾ ਕਰਾਂਗੇ। ਤੇ ਇੱਕ ਭਾਰਤ ਦੇ ਫੌਜ ਜਾਂ ਫੌਜੀ ਕਿਸੇ ਵੀ ਦੇਸ਼ ਦਾ ਸਰਹੱਦ ਤੇ ਸਿਆਚਨ ਜਿਹੜਾ ਕਿ ਬਰਫ਼ ਦਾ ਦਾਨਵ ਹੈ, ਉਸ ਦੇ ਬਾਰੇ ਇੱਕ ਬੜੀ ਲੂ ਕੰਡੇ ਖੜਨ ਵਾਲੀ ਕਹਾਣੀ ਹੈ ਕਿ ਜਿਸ ਤਰ੍ਹਾਂ ਹੁਣ ਕਦੇ ਡਰੋਨ ਆ ਗਏ, ਕਦੇ ਟਿਫਨ ਬੰਬ ਆ ਗਏ। ਭਾਰਤ ਤੇ ਪਾਕਿਸਤਾਨ ਦੀ ਇਸ ਗੰਦੀ ਸਿਆਸਤ ਦੇ ਵਿੱਚ ਫੌਜੀ ਕਿਵੇਂ ਉੱਥੇ ਮਰਦੇ ਨੇ, ਸ਼ਹੀਦ ਹੁੰਦੇ ਨੇ। ਕਿਉਂਕਿ ਦੂਜੇ ਮੁਲਕ ਦਾ ਫੌਜੀ ਦੀ ਜਾਨ ਜਾਂਦੀ ਹੈ ਤਾਂ ਅਸੀਂ ਕਹਿੰਦੇ ਫੌਜੀ ਮਰ ਗਏ, ਤੇ ਸਾਡੇ ਦੀ ਹੁੰਦੀ ਹੈ ਤੇ ਅਸੀਂ ਕਹਿੰਦੇ ਸ਼ਹੀਦ ਹੋ ਗਏ। ਇਹੀ ਪਾਕਿਸਤਾਨ ਦੇ ਕਹਿੰਦੇ ਨੇ, ਪਰ ਹੈ ਇਨਸਾਨ ਨੇ, ਲੋੜਾਂ ਵੱਜੇ ਲੋਕ ਨੇ, ਦੇਸ਼ ਲਈ ਜਾਨ ਵਾਰਨ ਵਾਲੇ ਲੋਕ ਨੇ, ਜੋ ਮੁਲਕ ਨੂੰ ਮਜ਼ਹਬ ਦੇ ਨਾਲੋਂ ਜ਼ਿਆਦਾ ਮੁਹੱਬਤ ਕਰਦੇ ਨੇ। ਸੋ ਜਵਾਬ ਉਹਨਾਂ ਦੀ ਬਹੁਤ ਮੁਕੱਦਸ ਹੈ, ਜਾਨ ਵਾਰਦੇ ਨੇ। ਉਹ ਕਹਾਣੀ ਤੁਹਾਨੂੰ ਬਾਕਮਾਲ ਸੁਣਾਵਾਂਗੇ ਇਸ ਪ੍ਰੋਗਰਾਮ ਤੋਂ ਬਾਅਦ। ਬਰਿਆਣਾ ਸਾਹਿਬ, ਸਤਿ ਸ਼੍ਰੀ ਅਕਾਲ ਬਾਈ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਟਵਾਣਾ ਸਾਹਿਬ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮਿਹਰਬਾਨੀ ਬਰਿਆਣਾ ਸਾਹਿਬ, ਬਹੁਤ ਬਹੁਤ ਧੰਨਵਾਦ। ਬਰਿਆਣਾ ਸਾਹਿਬ ਦੇਖੋ, ਅਰੂਸਾ ਆਲਮ ਦਾ ਮਸਲਾ, ਕਈ ਤਾਂ ਲੋਕ ਕਹਿੰਦੇ ਆ ਕਿ ਇਹਦੇ 'ਚ ਹੈ ਕੁਛ ਨਹੀਂ ਕੱਢਣ ਕਢਾਉਣ ਨੂੰ, ਪਰ ਇਹ ਸਿਆਸਤ ਦੇ ਮੁਤਾਬਕ ਬੜਾ ਜ਼ਰੂਰੀ ਵੀ ਹੋ ਗਿਆ, ਕਿਉਂਕਿ ਜਿਸ ਤਰ੍ਹਾਂ ਇੱਕ ਦੂਸਰੇ ਦੀ ਚੱਕੜ ਉਛਾਲੀ ਹੋ ਰਹੀ ਹੈ। ਸੋ ਇਸ ਕਰਕੇ ਅਰੂਸਾ ਇੱਕ ਇਸ ਮਾਮਲੇ 'ਚ ਮੈਂ ਸਮਝਦਾ ਕਿ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਰਾਜੇ ਦੀ ਕੋਈ ਨਿੱਜੀ ਲਾਈਫ ਨਹੀਂ ਹੁੰਦੀ। ਇਹ ਬਰਨਾਰਡ ਸ਼ਾਹ ਦੇ ਇੱਕ ਨਾਟਕ ਦੇ ਵਿੱਚ ਉਚੇਚਾ ਕੋਟ ਹੈ, ਕਿਉਂਕਿ ਰਾਜਾ ਰਈਅਤ ਦੇ ਪੈਸੇ ਤੇ ਪਲਦਾ ਹੈ ਤੇ ਮੂੰਹ ਆਈ ਗੱਲ ਉਸ ਦੇ ਕਾਨੂੰਨ ਹੁੰਦੀ ਹੈ। ਤੇ ਰਾਜੇ ਨੂੰ ਕਿਤੇ ਨਾ ਕਿਤੇ ਜੇ ਮਰਿਆਦਾ ਪੁਰਸ਼ੋਤਮ ਬਣਨਾ ਨਾ, ਤਾਂ ਕੋਈ ਨਾ ਕੋਈ ਮਿਆਰ ਸੈੱਟ ਕਰਨੇ ਹੋਣਗੇ। ਅੱਗੇ ਹੁੰਦਾ ਸੀ ਕਿ ਪਬਲਿਕ ਨਾ ਮਰੇ, ਫੌਜ ਨਾ ਮਰੇ, ਦੋਨੇ ਰਾਜਿਆਂ ਨੂੰ ਆਪਸ 'ਚ ਕਹਿੰਦੇ ਸੀ ਕਿ ਤੁਸੀਂ ਯੁੱਧ ਕਰ ਲਓ, ਜਿਹੜਾ ਜਿੱਤ ਗਿਆ ਉਹ ਮੁਲਕ ਜੇਤੂ ਤੇ ਜਿਹੜਾ ਹਾਰ ਗਿਆ ਉਹ ਹਾਰ ਜਾਏਗਾ। ਸੋ ਇਸ ਕਰਕੇ ਰਾਜੇ ਦਾ ਉੱਚਾ ਸੁੱਚਾ ਹੋਣਾ, ਕਿਰਦਾਰ ਵਾਲਾ ਹੋਣਾ ਤੇ ਹਰ ਵਿਫਤਾ ਨੂੰ ਮੂਹਰੇ ਚੱਲਣ ਵਾਲਾ ਹੋਣਾ ਬਹੁਤ ਜ਼ਰੂਰੀ ਹੈ। ਸੋ ਇਸ ਸੰਬੰਧੀ ਅੱਜ ਦੇ, ਕਿਉਂਕਿ ਕਪਤਾਨ ਸਾਹਿਬ ਰਾਜਸ਼ਾਹੀ ਖਾਨਦਾਨ ਚੋਂ ਵੀ ਨੇ, ਪਰ ਇਸ ਸਿਲਸਿਲੇ ਵਿੱਚ ਜਿਹੜੇ ਚੁਣੇ ਹੋਏ ਲੋਕ ਨੇ ਉਹ ਵੀ ਇੱਕ ਤਰੀਕੇ ਨਾਲ ਲੋਕਤੰਤਰ ਦੇ ਰਾਜੇ ਨੇ। ਪਰ ਉਹ ਕਹਿੰਦੇ ਆ ਕਿ ਕੌਣ ਆਖੇ ਰਾਣੀ ਅੱਗਾ ਢੱਕ, ਤੇ ਰਾਜੇ ਨੂੰ ਤਾਂ ਕੋਈ ਵੈਸੇ ਨਹੀਂ ਆਖ ਸਕਦਾ ਕਿ ਅੱਗਾ ਢੱਕ। ਪਰ ਹੁਣ ਜਿਸ ਤਰ੍ਹਾਂ ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ, ਕਿਉਂਕਿ ਕੈਪਟਨ ਅਮਰਿੰਦਰ ਦਾ ਪਾਰਟੀ ਬਣਾਉਣਾ ਸਿੱਧਾ ਅਕਾਲੀਆਂ ਨੂੰ, ਭਾਜਪਾ ਨੂੰ ਫਾਇਦਾ ਪਹੁੰਚਾਉਣਾ, ਕਾਂਗਰਸ ਦਾ ਰਹਿੰਦਾ ਖੁੰਦਾ ਜਿਹੜਾ ਆਧਾਰ ਹੈ ਉਹ ਵੀ ਖਤਮ ਕਰਨਾ। ਕਿਉਂਕਿ ਬਹੁਤ ਵੱਡਾ ਬਿਆਨ ਹੈ। 23-24 ਸਾਲ ਦੇ ਇਸ ਕਾਂਗਰਸ ਦੇ ਸਫ਼ਰ ਦੇ ਦੌਰਾਨ 19 ਸਾਲ ਕਪਤਾਨ ਸਾਹਿਬ ਨੇ ਵੱਡੇ ਉਹਦੇ ਮਾਣੇ ਨੇ, 9.5 ਸਾਲ ਸੀਐਮ ਰਿਹਾ ਪੰਜਾਬ ਦਾ, ਪਰ ਫਿਰ ਵੀ ਸਬਰ ਸਬੂਰੀ ਨਹੀਂ ਹੈ। ਅੱਜ ਉਹ ਕਾਂਗਰਸ ਬੁਰੀ ਹੋ ਗਈ। ਇਸ ਦੌਰਾਨ ਕੈਪਟਨ ਅਮਰਿੰਦਰ ਦਾ ਸਿਆਸੀ ਪਾਰਟੀ ਬਣਾਉਣ ਦਾ ਕੀ ਇਸ ਦਾ ਆਧਾਰ ਰਹੇਗਾ, ਤੇ ਇਸ ਦੌਰਾਨ ਅਰੂਸਾ ਆਲਮ ਦਾ ਰੌਲਾ ਕਪਤਾਨ ਦੇ ਲਈ ਵੀ ਖਤਰਨਾਕ ਹੋ ਰਿਹਾ ਤੇ ਮੈਂ ਸਮਝਦਾ ਪੰਜਾਬ ਲਈ ਵੀ ਖਤਰਨਾਕ ਹੋ ਰਿਹਾ। ਜੀ ਬਰਿਆਣਾ ਸਾਹਿਬ, ਕੰਟੀਨਿਊ ਪਲੀਜ਼। ਦੇਖੋ, ਜਿਵੇਂ ਕਿ ਤੁਸੀਂ ਪਹਿਲਾਂ ਇਹ ਗੱਲ ਕਹੀ ਆ ਕਿ ਰਾਜੇ ਦਾ ਸੁੱਚਾ ਤੇ ਉੱਚਾ ਹੋਣਾ, ਕਿਰਦਾਰ ਜਿਹੜਾ ਆ ਉਹ ਜ਼ਰੂਰੀ ਆ। ਮੈਂ ਵੀ ਤੁਹਾਡੀ ਇਸ ਗੱਲ ਨਾਲ ਇਤਫਾਕ ਰੱਖਦਾ ਕਿ ਕਿਉਂਕਿ ਇਹ ਹੀ ਲੋਕ ਜਿਹੜੇ ਖਾਸ ਕਰਕੇ ਯੂਥ ਦਾ ਰੋਲ ਮਾਡਲ ਬਣਦੇ ਨੇ ਸਾਡੇ ਨੇਤਾ, ਤੇ ਬਹੁਤ ਸਾਰਾ ਜਿਹੜਾ ਪੰਜਾਬ ਦਾ ਯੂਥ ਆ ਉਹ ਵੀ ਇਹਨਾਂ ਲੀਡਰਾਂ ਨੂੰ ਜਿਹੜੇ ਆ
ਆਪਣਾ ਰੋਲ ਮਾਡਲ ਮੰਨਦੇ ਨੇ, ਰਾਜਨੀਤੀ ਦੇ ਵਿੱਚ ਆਉਂਦੇ ਨੇ। ਤੁਸੀਂ ਵੇਖੋ ਬ੍ਰਿਆਨ ਸਾਹਿਬ ਇੱਕ ਗੱਲ ਮੈਂ ਕੋਟ ਕਰਦੇ ਹਾਂ, ਇਹਨਾਂ ਲੀਡਰਾਂ ਤੋਂ ਮਤਲਬ ਟੌੜੇ ਵਾਲਾ ਰੰਗ, ਕੈਪਟਨ ਵਾਲਾ ਰੰਗ, ਕਿਉਂਕਿ ਪੱਗਾਂ ਦੀ ਜਿੰਨੀ ਡਿਜ਼ਾਈਨਿੰਗ ਖਾਸ ਕਰਕੇ ਨੀਲੀ ਦੇ ਨਾਲ ਜਾਮਨੀ, ਜਾਮਨੀ ਦੇ ਨਾਲ ਪੀਲੀ 50 ਪੱਗਾਂ ਦਾ ਜਿਹੜਾ ਟ੍ਰੈਂਡ ਕਪਤਾਨ ਸਾਹਿਬ ਨੇ ਪਾਇਆ ਪੰਜਾਬ 'ਚ, ਐਨ ਜਿਵੇਂ ਹਰਿੰਦਰ ਸਿੰਘ ਮਹਿਬੂਬ ਤੁਹਾਡੇ ਗੁਰੂਜਨ ਪ੍ਰੋਫੈਸਰ, ਉਹ ਵੀ ਬੜੇ ਬਾਕਮਾਲ ਰੰਗ ਬੰਨ੍ਹਦੇ ਸੀ। ਸਤਿੰਦਰ ਸਿੰਘ ਨੂਰ ਹੈ, ਹੋਰ ਬੜੇ ਲੋਕ ਨੇ ਜਿਹੜੇ ਉਹ ਬੜੇ ਕਮਾਲ ਦੇ ਰੰਗ ਬੰਨ੍ਹਦੇ ਸੀ। ਕੈਪਟਨ ਅਮਰਿੰਦਰ ਦਾ ਪੱਗਾਂ ਦਾ ਜਿਹੜਾ ਰੰਗ ਬੰਨ੍ਹਣ ਦਾ ਸਟਾਈਲ ਸੀ ਉਹ ਬੜਾ ਦਿਲਕਸ਼ ਚੁੰਬਦਾ ਪੰਜਾਬ ਦੀ ਜਵਾਨੀ ਨੂੰ। ਸੋ ਉਹ ਗੱਲ ਦਰੁਸਤ ਹੈ ਕਿ ਇਹਨਾਂ ਨੂੰ ਸਾਡੇ ਪੰਜਾਬ ਦੇ ਲੋਕ ਰੋਲ ਮਾਡਲ ਮੰਨਦੇ ਨੇ। ਇਹਨਾਂ ਦੀ ਰੀਸ 'ਚ ਕੁੜਤੇ ਪਾਉਣ ਦਾ ਰਿਵਾਜ ਹੋ ਗਿਆ, ਮੁਕਤਸਰੀ ਕੁੜਤੇ ਜਾਂ ਹੋਰ। ਸੋ ਇਸ ਕਰਕੇ ਇਹ ਜਿਹੜੇ ਲੋਕਤੰਤਰ ਦੇ ਰਾਜੇ ਨੇ, ਕਿਤੇ ਨਾ ਕਿਤੇ ਲੋਕਾਂ ਦੇ ਵਾਸਤੇ ਇਹ ਰੋਲ ਮਾਡਲ ਵੀ ਨੇ। ਤੁਹਾਡੀ ਗੱਲ ਦਰੁਸਤ ਹੈ ਜੀ। ਠੀਕ ਹੈ, ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਕਿ ਯੂਥ ਅਕਾਲੀ ਦਲ ਆ, ਯੂਥ ਕਾਂਗਰਸ ਆ, ਕਈ ਵਿਦਿਆਰਥੀ ਜਥੇਬੰਦੀਆਂ ਨੇ, ਉਹ ਇਹਨਾਂ ਲੀਡਰਸ ਨੂੰ ਫੋਲੋ ਕਰਦੇ ਨੇ, ਉਹਨਾਂ ਦੀ ਸਾਂਗ ਦੇ ਕੁੜਤੇ ਪਾਉਂਦੇ ਨੇ, ਪੱਗਾਂ ਬੰਨ੍ਹਦੇ ਨੇ। ਸੋ ਹੁਣ ਇਹਦੇ ਵਿੱਚ ਹੀ ਅਗਰ ਜੇ ਰੂਸਾ ਦੀ ਆਪਾਂ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਨਾਲ ਜਿਹੜੇ ਜੁੜਿਆ ਹੋਇਆ ਇਹ ਨਵਾਂ ਵਿਵਾਦ ਜਿਹੜਾ ਪੰਜਾਬ ਦੇ ਵਿੱਚ ਉੱਭਰ ਕੇ ਜਿਹੜਾ ਇਹ ਆਇਆ, ਮੈਂ ਇਹ ਸਮਝਦਾ ਕਿ ਬੇਸ਼ੱਕ ਕਿਉਂਕਿ ਆਪਾਂ ਕਿਰਦਾਰ ਦੀ ਗੱਲ ਕਰਦੇ ਹਾਂ, ਪਰ ਇਹ ਟਵਾਣਾ ਜੀ ਟਾਈਮਿੰਗ ਜਿਹੜਾ ਆ ਇਹ ਖਾਸ ਕਰਕੇ ਓਪੋਜੀਸ਼ਨ ਪਾਰਟੀ ਵੱਲੋਂ ਅਮਰਿੰਦਰ ਦੇ ਖਿਲਾਫ ਚੱਕਣ ਦਾ ਇਹ ਟਾਈਮਿੰਗ ਠੀਕ ਨਹੀਂ ਆ। ਇਹ ਜਿਹੜੀਆਂ ਇਹ ਸਟੇਟਮੈਂਟਾਂ ਅੱਜ ਸੁਖਜਿੰਦਰ ਸਿੰਘ ਰੰਧਾਵਾ ਹੁਣੀ ਦੇ ਰਹੇ ਆ, ਇਹ ਉਦੋਂ ਹੀ ਇਹਨਾਂ ਨੂੰ ਉਦੋਂ ਹੀ ਜਦੋਂ ਇਹ ਉਹਨਾਂ ਦੀ ਵਜ਼ਾਰਤ ਦੇ ਵਿੱਚ ਇਹ ਕੈਬਨਿਟ ਮੰਤਰੀ ਬਣਦੇ ਆ। 4.5 ਸਾਲ ਜਿਹੜਾ ਆ ਇਹ ਉਹਨਾਂ ਦੇ ਵਿੱਚ ਕੈਬਨਿਟ ਮੰਤਰੀ ਰਹੇ ਨੇ। ਉਦੋਂ ਜੇ ਵਾਕਿਆ ਹੀ ਇਹ ਇੰਨਾ ਇਹਨਾਂ ਨੂੰ ਇਹਨਾਂ ਦੇ ਕੈਪਟਨ ਅਮਰਿੰਦਰ ਸਿੰਘ ਦੇ ਕਿਰਦਾਰ ਦਾ ਫਿਕਰ ਹੁੰਦਾ ਤਾਂ ਇਹ ਉਦੋਂ ਹੀ ਉਦੋਂ ਜਾਂ ਅਸਤੀਫਾ ਦਿੰਦੇ ਜਾਂ ਇਹ ਗੱਲ ਕਲੀਅਰ ਕਰਦੇ ਕਿ ਵੀ ਮੈਂ ਤੁਹਾਡੀ ਵਜ਼ਾਰਤ ਦੇ ਵਿੱਚ ਤਾਂ ਹੀ ਸ਼ਾਮਲ ਹੋਵਾਂਗਾ ਜੇ ਤੁਸੀਂ ਰੂਸਾਂ ਨਾਲ ਆਪਣੇ ਸਬੰਧ ਤੋੜੋ। ਹੁਣ ਇਹਦੇ ਦੌਰਾਨ ਹੀ ਜੇ ਗੱਲ ਕਹੀਏ ਕਿ ਕਿਤੇ ਨਾ ਕਿਤੇ ਜੇ ਅਮਰਿੰਦਰ ਸਿੰਘ ਨੇ ਇਹਨਾਂ ਦੇ ਬਿਆਨ ਤੋਂ ਬਾਅਦ ਲਗਾਤਾਰ ਉਹ ਤਸਵੀਰਾਂ ਜਿਹੜੀਆਂ ਜਾਰੀ ਕਰ ਰਹੇ ਨੇ, ਉਹ ਕਿਤੇ ਨਾ ਕਿਤੇ ਉਹ ਵੀ ਇਸ ਮੁੱਦੇ ਨੂੰ ਜਿਹੜਾ ਆ ਉਹ ਉਭਾਰਨਾ ਚਾਹੁੰਦੇ ਨੇ, ਉਹ ਵੀ ਇਹਨਾਂ ਨੂੰ ਸਾਰਿਆਂ ਨੂੰ ਨੰਗਾ ਕਰਨਾ ਚਾਹੁੰਦੇ ਨੇ। ਤੇ ਇਹਦੇ ਦੌਰਾਨ ਹੀ ਅੱਜ ਇੱਕ ਨਿੱਜੀ ਟੀਵੀ ਚੈਨਲ ਨੂੰ ਨਿਊਜ਼ 18 ਪੰਜਾਬ ਨੂੰ ਸਵੇਰੇ ਜਿਹੜਾ ਆ ਨਿਊਜ਼ 18 ਪੰਜਾਬ ਨੇ ਰੂਸਾ ਆਲਮ ਨਾਲ ਜਿਹੜਾ ਆ ਸੰਪਰਕ ਕੀਤਾ ਤੇ ਉਹਦੀ ਉਹਨਾਂ ਨੇ ਸਟੇਟਮੈਂਟ ਜਿਹੜੀ ਆ ਰਿਕਾਰਡ ਕੀਤੀ। ਔਰ ਜੋ ਉਹਨਾਂ ਨੇ ਸਟੇਟਮੈਂਟ ਦਿੱਤੀ ਉਹਦੇ ਹਵਾਲੇ ਨਾਲ ਰੂਸਾ ਆਲਮ ਨੇ ਇਹ ਗੱਲ ਕਹੀ ਆ ਕਿ ਇਹ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਇਹ ਆਣ ਕੇ ਉਹਨਾਂ ਦੇ ਪੈਰਾਂ ਤੇ ਡਿੱਗਦੇ ਨੇ ਤੇ ਇਸ ਲਈ ਕਹਿੰਦੀ ਕਿ ਇਹ ਹਾਲਾਤ ਬਣੇ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਜਿਵੇਂ ਕੋਈ ਸ਼ਿਕਾਰੀ ਜਿਹੜਾ ਆ ਕਿਸੇ ਸ਼ੇਰ ਦਾ ਸ਼ਿਕਾਰ ਕਰਦਾ ਜਾਂ ਕਿਸੇ ਵੱਡੇ ਦਾ ਸ਼ਿਕਾਰ ਕਰਦਾ ਤੇ ਉਸ ਤੋਂ ਬਾਅਦ ਜਿਹੜੇ ਜਦੋਂ ਸ਼ੇਰ ਜਿਹੜਾ ਆ ਉਹ ਸ਼ਿਕਾਰ ਨੂੰ ਖਾ ਰਿਹਾ ਹੁੰਦਾ ਤੇ ਉਦੋਂ ਜਿਹੜੇ ਲੱਕੜ ਬੱਗੇ ਨੇ ਉਹ ਸ਼ਿਕਾਰ ਦੇ ਉੱਤੇ ਜਿਹੜੀਆਂ ਆਪਣੀਆਂ ਨੌਂਦਰਾਂ ਮਾਰਦੇ ਨੇ। ਤੇ ਇਹਨਾਂ ਨੂੰ ਅੱਜ ਰੂਸਾ ਆਲਮ ਨੇ ਲੱਕੜ ਬੱਗੇ ਕਿਹਾ ਕਿ ਜਿਹੜੇ ਅੱਜ ਅਮਰਿੰਦਰ ਸਿੰਘ ਦੀ ਇਹ ਗੱਲ ਕਰਦੇ ਨੇ ਇਹ ਲੱਕੜ ਬੱਗਿਆਂ ਦੀ ਤਰ੍ਹਾਂ ਆ। ਬਹੁਤ ਵੱਡਾ ਸਟੇਟਮੈਂਟ ਜਿਹੜੀ ਆ ਰੂਸਾ ਆਲਮ ਨੇ ਦਿੱਤੀ ਔਰ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਜਿਹੜਾ ਆ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ ਜਿਹੜਾ ਕੋਰਟ ਦੇ ਵਿੱਚ ਜਾਵਾਂਗੀ। ਮੇਰੇ ਕਿਸੇ ਵੀ ISI ਨਾਲ ਸਬੰਧ ਨਹੀਂ ਆ, ਮੇਰਾ ਕੋਈ ਕਿਸੇ ਵੀ ਭਾਰਤ ਵਿਰੋਧੀ ਗਤੀਵਿਧੀ ਦੇ ਵਿੱਚ ਕੋਈ ਸ਼ਮੂਲੀਅਤ ਨਹੀਂ ਆ। ਔਰ ਉਹਨਾਂ ਨੇ ਬਕਾਇਦਾ ਤੌਰ ਦੇ ਉੱਤੇ ਕੋਰਟ ਦੇ ਵਿੱਚ ਜਾਣ ਦੀ ਧਮਕੀ ਦਿੱਤੀ ਆ। ਔਰ ਜੇ ਕਿਉਂਕਿ ਹੁਣ ਉਸ ਤੋਂ ਬਾਅਦ ਜਿਹੜਾ ਰੂਸਾ ਆਲਮ ਤੋਂ ਪਿੱਛੇ ਹਟ ਕੇ ਜਿਹੜਾ ਆ ਸੁਖਜਿੰਦਰ ਸਿੰਘ ਰੰਧਾਵਾ ਹੋਣਾ ਨੇ ਅੱਜ ਇੱਕ ਨਵੀਂ ਸਟੇਟਮੈਂਟ ਜਿਹੜੀ ਦੇ ਦਿੱਤੀ ਹੈ ਕਿ ਜਿਹੜੀ ਕਿ ਪੰਜਾਬ ਲਈ ਬੜੀ ਖਤਰਨਾਕ ਮੰਨੀ ਜਾਂਦੀ ਹੈ ਕਿ ਅਗਰ ਜੇ ਇਸ ਤਰੀਕੇ ਦੀ ਰਾਜਨੀਤੀ ਦੇ ਵਿੱਚ ਆ ਕੇ ਤੁਸੀਂ ਇਸ ਤਰ੍ਹਾਂ ਦੀਆਂ ਸਟੇਟਮੈਂਟਾਂ ਦਵੋਗੇ। ਔਰ ਉਹਨਾਂ ਨੇ ਸ਼ਰੇਆਮ ਇਹ ਗੱਲ ਜਿਹੜੀ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕਰ ਦਿੱਤੀ ਕਿ ਜਿਹੜੇ ਟਿਫਨ ਬੰਬ ਜਿਹੜੇ ਪਾਕਿਸਤਾਨ ਤੋਂ ਆ ਰਹੇ ਨੇ ਉਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਲਈ ਜ਼ਿੰਮੇਵਾਰ ਆ। ਕਿਤੇ ਨਾ ਕਿਤੇ ਉਹਨਾਂ ਦੇ ਕਹਿਣ ਦੀ ਇਹ ਮਨਸ਼ਾ ਸੀਗੀ ਕਿ ਜਿਹੜੇ ਬੰਬ ਆ ਰਹੇ ਨੇ ਇਹ ਸਾਰਾ ਕੈਪਟਨ ਅਮਰਿੰਦਰ ਸਿੰਘ ਦਾ ਰਚਿਆ ਹੋਇਆ ਡਰਾਮਾ ਆ ਔਰ ਉਹ ਉੱਥੋਂ ਬੰਬ ਮੰਗਾ ਰਹੇ ਨੇ ਤੇ ਇੱਧਰੋਂ ਪੰਜਾਬ ਪੁਲਿਸ ਫੜ ਰਹੀ ਆ। ਕਹਿਣ ਦਾ ਭਾਵ ਰੂਸਾ ਪਾਕਿਸਤਾਨ ਤੋਂ ਬੰਬ ਭੇਜ ਰਹੀ ਆ ਤੇ ਇੱਧਰੋਂ
ਪੰਜਾਬ ਪੁਲਿਸ ਫੜ ਰਹੀ ਆ। ਸੋ ਇਦਾਂ ਦੀਆਂ ਗੱਲਾਂ ਇਸ ਵੱਲ ਕਿ ਮੈਂ ਕੱਲ ਵੀ ਇਹ ਗੱਲ ਕਹੀ ਸੀ ਕਿ ਇਸ ਲਈ ਪੰਜਾਬ ਜਿਹੜਾ ਆ ਪੂਰਾ ਪੰਜਾਬ ਇਹਨਾਂ ਦਾ ਤਮਾਸ਼ਾ ਦੇਖ ਰਿਹਾ ਆ ਕਿ ਜਲੂਸ ਇਹਨਾਂ ਨੇ ਆਪਣੀ ਪਾਰਟੀ ਦਾ ਕੱਢਿਆ ਆ। ਜਿਹੜੇ ਵੀ ਸਿੰਸੀਅਰ ਲੀਡਰ ਨੇ ਉਹ ਸਾਫ਼ ਕਹਿ ਰਹੇ ਨੇ। ਬਲਵਿੰਦਰ ਸਿੰਘ ਭੁੰਦੜ ਦੀ ਸਟੇਟਮੈਂਟ ਆਈ ਆ ਅਕਾਲੀ ਲੀਡਰ ਦੀ, ਸੀਨੀਅਰ ਅਕਾਲੀ ਲੀਡਰ ਨੇ, ਔਰ ਬੜੇ ਉਹਨਾਂ ਦਾ ਜਿਹੜਾ ਕੀ ਕਹਿੰਦੇ ਆ ਸਾਫ਼ ਸੁਥਰੀ ਉਹਨਾਂ ਦੀ ਰਾਜਨੀਤੀ ਰਹੀ ਆ। ਔਰ ਉਹਨਾਂ ਨੇ ਇਹ ਗੱਲ ਕਹੀ ਆ ਕਿ ਨਿੱਜੀ ਹਮਲਿਆਂ ਤੋਂ ਜਿਹੜਾ ਆ ਉਹ ਬਚਣਾ ਚਾਹੀਦਾ ਆ, ਨਿੱਜੀ ਹਮਲੇ ਨਹੀਂ ਕਰਨੇ ਚਾਹੀਦੇ ਰਾਜਨੀਤੀ ਦੇ ਵਿੱਚ। ਔਰ ਜੇ ਕੱਲ ਨੂੰ ਇਹਦੇ ਹਾਲਾਤ ਇਹ ਆ ਜਾਣਗੇ ਕਿ ਕੱਲ ਨੂੰ ਫਿਰ ਜੇ ਅੱਜ ਰੂਸਾ ਆਲਮ ਕਰਕੇ ਅਮਰਿੰਦਰ ਸਿੰਘ ਦੇ ਤਾਂ ਉਹ ਤਾਂ ਜਿਹੜਾ ਕਹਿ ਹੀ ਰਿਹਾ ਕਿ ਮੇਰੇ ਜਿਹੜੇ ਸਬੰਧ ਰੂਸਾ ਆਲਮ ਨਾਲ ਹੈ ਨੇ ਉਹ ਮੰਨ ਰਹੇ ਨੇ ਔਰ ਸ਼ਰੇਆਮ ਮੰਨ ਰਹੇ ਨੇ। ਤੇ ਜੇ ਕੱਲ ਨੂੰ ਨਿੱਜੀ ਜ਼ਿੰਦਗੀਆਂ ਜਿਹੜੀਆਂ ਉਹਨਾਂ ਨੇ ਫੋਲਣੀਆਂ ਸ਼ੁਰੂ ਕਰ ਦਿੱਤੀਆਂ, ਆਫਟਰ ਆਲ ਇਹ 4.5 ਸਾਲ ਜਿਹੜਾ ਉਹ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ ਔਰ ਇੰਟੈਲੀਜੈਂਸ ਡਿਪਾਰਟਮੈਂਟ ਉਹਨਾਂ ਦੇ ਕੋਲ ਰਿਹਾ, ਹੋਮ ਡਿਪਾਰਟਮੈਂਟ ਉਹਨਾਂ ਦੇ ਕੋਲ ਰਿਹਾ, ਤੇ ਕੱਚੇ ਚਿੱਠੇ ਤਾਂ ਕੈਪਟਨ ਅਮਰਿੰਦਰ ਸਿੰਘ ਹੋਣੀ ਵੀ ਸੰਭਾਲੀ ਬੈਠੇ ਹੋਣੇ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਦਾਂ ਦੀ ਇਹਨਾਂ ਨੇ ਚਿੰਜੜ ਛੇੜ ਲਈ ਉਹਦੇ ਬੜੇ ਗੰਭੀਰ ਨਤੀਜੇ ਜਿਹੜੇ ਆ ਖਾਸ ਕਰਕੇ ਪੰਜਾਬ ਦੇ ਲੋਕਾਂ ਲਈ ਜਿਹੜੇ ਆ ਉਹ ਨਿਕਲਣਗੇ। ਹਰਿਆਣਾ ਸਾਹਿਬ ਜਿਸ ਤਰ੍ਹਾਂ ਕਿਉਂਕਿ ਲੋਕਾਂ ਦੀ ਯਾਦਾਸ਼ਤ ਬਹੁਤ ਥੋੜੀ ਹੈ, ਅਕਾਲੀਆਂ ਨੇ ਕੁੱਟਿਆ, ਕਾਂਗਰਸ ਨੂੰ ਵੋਟ ਪਾਤੀ, ਕਾਂਗਰਸ ਨੇ 290 ਦਿਨ ਪੰਜਾਬੀ ਕੁੱਟੇ ਸੀ ਕਪਤਾਨ ਸਾਹਿਬ ਦੀ ਪਹਿਲੀ ਟਰਮ ਦੇ ਦੌਰਾਨ 2 ਤੋਂ 7 ਤੱਕ, ਉਹ ਸਭ ਭੁੱਲ ਗਏ। ਅਕਾਲੀ ਲਿਆਂਦੇ, ਅਕਾਲੀਆਂ ਨੇ ਕੁੱਟਿਆ, ਕਾਂਗਰਸ ਲਿਆਂਦੀ। ਅਰੂਸਾ ਦੇ ਹੁੰਦਿਆਂ ਸੁਣਦਿਆਂ ਅਰੂਸਾ ਕੰਪੇਨਿੰਗ ਤੇ ਗਈ, ਦਾਰੂ ਦੇ ਪੈਗ ਖੜਕਾਉਂਦੀ ਰਹੀ, ਫਿਰ ਵੀ ਪੰਜਾਬੀਆਂ ਨੇ ਵੋਟ ਪਾਈ, ਕਹਿੰਦੇ ਰਾਜਾ ਨਹੀਂ ਕਰੂ ਤੇ ਹੋਰ ਕੌਣ ਕਰੂ। ਇੰਨੀਆਂ ਚੀਜ਼ਾਂ ਨਾ ਬੰਦੇ ਨੂੰ ਸਿਰ ਚੜਾ ਦਿੰਦੀਆਂ ਨੇ। ਹੁਣ ਤੁਸੀਂ ਵੇਖੋ ਕਿ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦਾ ਰੌਲਾ ਪਿਆ ਸੀ ਜਦੋਂ ਪਟਿਆਲੇ ਦੀ ਇੱਕ ਲੜਕੀ ਮਨਪ੍ਰੀਤ ਸੇਖੋਂ ਉਹਦੇ ਨਾਲ ਫੋਟੋਆਂ ਵਾਇਰਲ ਹੋਈਆਂ ਸੀ। ਉਦੋਂ ਵੀਡੀਓਗ੍ਰਾਫੀ ਨਹੀਂ ਸੀ ਹੁੰਦੀ, ਉਦੋਂ ਫੋਟੋਆਂ ਵਾਇਰਲ ਹੋਈਆਂ ਸੀ ਕਿ ਮਨਪ੍ਰੀਤ ਸੇਖੋਂ ਨੂੰ ਕੈਪਟਨ ਸਾਹਿਬ ਨਿਸ਼ਾਨੇ ਲਾਉਣਾ ਸਿਖਾ ਰਹੇ ਨੇ। ਉਸ ਤੋਂ ਬਾਅਦ ਉਹ ਲੜਕੀ ਦੇ ਨਾਲ ਕਿਸ ਤਰ੍ਹਾਂ ਦੇ ਸਬੰਧ ਰਹੇ, ਉਹਦੀ ਨਿੱਜੀ ਲਾਈਫ ਹੈ, ਜੋ ਕੁਛ ਹੈ, ਬੱਚਾ, ਸਭ ਕੁਛ। ਸੋ ਉਸ ਦੌਰਾਨ ਕਿਉਂਕਿ ਇਹ ਚੀਜ਼ਾਂ ਯੂਜ਼ ਟੂ ਹੋ ਜਾਂਦੀਆਂ ਨੇ, ਕਿਉਂਕਿ ਜਦੋਂ ਪਬਲਿਕ ਪ੍ਰਵਾਨ ਕਰ ਲਏ ਕਿਸੇ ਦੇ ਲੁੱਚਪਣੇ ਨੂੰ ਜਾਂ ਕਿਸੇ ਦੀ ਕਰਮ ਨੂੰ ਜਾਂ ਕਰਤੂਤ ਨੂੰ, ਤੇ ਫਿਰ ਬੰਦਾ ਵੀ ਬੌਦਰ ਨਹੀਂ ਕਰਦਾ, ਕਿਉਂਕਿ ਪੰਜਾਬੀ ਇਹ ਚੀਜ਼ਾਂ ਪ੍ਰਵਾਨ ਕਰ ਚੁੱਕੇ ਨੇ। ਤੇ ਉਸ ਤੋਂ ਬਾਅਦ ਉਹਨਾਂ ਦੀਆਂ ਕਿਤਾਬਾਂ ਆਉਂਦੀਆਂ ਨੇ, ਖੁਸ਼ਵੰਤ ਸਿੰਘ ਨੇ ਲਿਖੀ ਹੈ, ਖੁਸ਼ਵੰਤ ਸਿੰਘ ਉਹਲੂ ਵਾਲੀਆਂ ਨੇ, ਵੱਡੇ ਖੁਸ਼ਵੰਤ ਨੇ ਨਹੀਂ, ਪੀਪਲਜ਼ ਮਹਾਰਾਜਾ। ਉਹ ਅਜੇ ਵੀ ਪੀਪਲਜ਼ ਮਹਾਰਾਜਾ ਨੇ ਕਿਉਂਕਿ 78 MP MLA ਜਿਤਾਏ ਉਹਨਾਂ ਨੂੰ ਲੋਕਾਂ ਨੇ। 5-4 ਸਾਲ ਕੋਈ ਬਾਤ ਨਹੀਂ ਪੁੱਛੀ, ਕਪਤਾਨ ਜੋ ਕਰਦਾ ਕਪਤਾਨ ਹੈ ਤੋ ਦਮ ਹੈ। ਤਾਂ ਉਹ ਓਵਰ ਕੌਨਫੀਡੈਂਸ ਹੋ ਕੇ ਉਹਨਾਂ ਨੇ ਆਪਣਾ ਨਾ ਜਿਹੜਾ ਨਵੀਂ ਪਾਰਟੀ ਦਾ ਜਦੋਂ ਬੀੜਾ ਚੁੱਕਿਆ, ਉਸ ਦੌਰਾਨ ਭਾਜਪਾ ਜਿਹੜੀ ਇੰਨੀਆਂ ਮਾਰੂ ਨੀਤੀਆਂ ਲਿਆ ਰਹੀ ਹੈ। ਹੁਣ ਇਹ ਤਾਂ ਕਹਿੰਦੇ ਕਿ ਗਲਤ ਸਾਡੇ ਨਾਲ ਹੋ ਰਿਹਾ, ਘੱਟ ਗਿਣਤੀ ਕਿਹੜੀ ਹੈ ਜਿਹਦੇ ਨਾਲ ਨਜਾਇਜ਼ ਨਹੀਂ ਹੋ ਰਿਹਾ। ਹੁਣ ਇਹ ਸੋਨੀਆ ਨੂੰ ਈਸਾਈ ਕਹਿ ਕੇ ਭੰਡੀ ਜਾਂਦੇ ਨੇ ਕਿ ਈਸਾਈ ਹੈ। ਤੇ ਕੈਪਟਨ ਚੰਨਣ ਸਿੰਘ ਦੀ ਵੀ ਸਟੇਟਮੈਂਟ ਆਈ ਸੀ ਕਿ ਮੈਂ ਕੈਪਟਨ ਸਾਹਿਬ ਨੂੰ ਜਿਹੜਾ ਪ੍ਰਧਾਨ ਬਣਾ ਕੇ ਲਿਆ ਕਿਉਂਕਿ ਕੈਪਟਨ ਚੰਨਣ ਸਿੰਘ ਦੀ ਪਤਨੀ ਕ੍ਰਿਸਚੀਅਨ ਹੈ, ਉਹਦਾ ਸਾਲਾ ਇੰਡੀਆ ਦਾ ਬਿਸ਼ਪ ਹੈ ਜਿਹਦੇ ਸੋਨੀਆ ਗਾਂਧੀ ਪੈਰੀਂ ਹੱਥ ਲਾਉਂਦੀ ਸੀ, ਉਹਦੀ ਸਿਫਾਰਿਸ਼ ਨਾਲ ਕਪਤਾਨ ਐਂਟਰ ਹੋਇਆ ਸੀ ਕਾਂਗਰਸ ਦੇ ਵਿੱਚ। ਹੁਣ ਈਸਾਈਆਂ ਨਾਲ ਕੀ ਨਹੀਂ ਹੋ ਰਿਹਾ, ਬੰਗਲਾਦੇਸ਼ 'ਚ ਜੋ ਕੁਝ ਹੋ ਰਿਹਾ, ਦੁਰਗਾ ਦੇਵੀ ਦੇ ਜੋ ਬੁੱਤ ਤੋੜੇ ਗਏ ਉਹ ਵੀ ਗਲਤ ਹੈ, ਪੰਡਾਲ ਤੋੜੇ ਗਏ, ਪਰ ਲੁਧਿਆਣਾ 'ਚ ਕੀ ਹੋ ਰਿਹਾ, ਅੱਜ ਚੰਦ ਸਿਰਪੁਰੇ ਨਿਰਲ ਅਰੋੜਾ ਹੋਰੀ ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਸਾਹਿਬ ਬਾਰੇ ਗਲਤ ਬੋਲ ਰਹੇ ਨੇ, ਭੱਦਾ ਬੋਲ ਰਹੇ ਨੇ, ਉਸ ਤਰ੍ਹਾਂ ਇਸ ਤਰ੍ਹਾਂ ਦੀ ਹਿੰਸਾ ਫੈਲ ਰਹੀ ਹੈ। ਅੰਬਾਲਾ ਦੇ ਵਿੱਚ ਕਿਸੇ ਸਿੱਖ ਨੌਜਵਾਨ ਨੇ ਜਿਹੜਾ ਢਾਡੀ ਦਇਆ ਸਿੰਘ ਦਿਲਵਰ ਦੀ ਇੱਕ ਵੀਡੀਓ ਪਾ ਦਿੱਤੀ ਜੋ ਕਰਵਾ ਚੌਥ ਦਾ ਜੋ ਦੇਵੀ ਮਾਤਾ ਦੇ ਮੁਤਲਕ ਕੋਈ ਗਲਤ ਅਲਫਾਜ਼ ਸੀਗੇ, ਉਹਦੀ ਕੁੱਟਮਾਰ ਹੋ ਗਈ। ਭੀੜ 250-300 ਬੰਦਾ ਉਹਨੂੰ ਪੈ ਨਿਕਲਿਆ, ਉਹਨੇ ਭੱਜ ਕੇ ਜਾਨ ਬਚਾਈ। ਇਹ ਜਿਹੜਾ ਵੰਡ ਹੈ ਨਾ ਧਰਮ ਮਜ਼ਹਬ ਦੀ, ਇਹ ਸਿਆਸਤਦਾਨਾਂ ਨੂੰ ਰਾਸ ਆਉਂਦੀ ਹੈ। ਹੁਣ ਈਸਾਈਆਂ ਤੇ 9 ਮਹੀਨੇ ਦੀ ਰਿਪੋਰਟ ਹੈ ਕਿ ਇੰਡੀਆ 'ਚ 305 ਗਿਰਜਿਆਂ ਤੇ ਈਸਾਈ ਲੋਕਾਂ ਤੇ ਹਮਲੇ ਹੋਏ, 66 ਹਮਲੇ ਯੂਪੀ 'ਚ ਹੋਏ, 47 ਛੱਤੀਸਗੜ੍ਹ 'ਚ ਹੋਏ, ਬਾਕੀ ਸੂਬਿਆਂ 'ਚ ਵੀ ਹੋਏ। 305 ਕੇਸਾਂ 'ਚੋਂ ਸਿਰਫ 30 ਬੰਦਿਆਂ ਨੂੰ ਹੈ ਜਿਹੜਾ 30 ਪੁਲਿਸ ਕੇਸ ਰਜਿਸਟਰਡ ਹੋਏ ਨੇ 300 'ਚੋਂ, ਸਿਰਫ 10%। ਜੇ ਬੰਗਲਾਦੇਸ਼ 'ਚ ਕਿਸੇ ਨੇ ਸ਼ਰਾਰਤ ਕੀਤੀ ਹੈ, ਦੋਨੇ ਦੋਸ਼ੀ ਫੜੇ ਗਏ, ਉਹਨਾਂ ਨੇ ਇਕਬਾਲੀਆ ਬਿਆਨ ਵੀ ਦਿੱਤਾ ਕਿ ਹਾਂ ਸਾਡੇ ਤੋਂ ਹੋਇਆ ਸਾਰਾ ਕੁਝ। ਸੋ ਇਸ ਕਰਕੇ ਇਹ ਸਾਰਾ ਕੁਝ ਟਿਫਨ ਬੰਬ ਜੀ, ਉਹ ਫਲਾਂ ਜੀ, ਉਹ ਟਮਕਾਂ ਜੀ, ਇਹ ਰਾਸ ਆਉਂਦਾ ਪੰਜਾਬ ਦੀ ਸਿਆਸਤ 'ਚ ਤੇ ਭਾਰਤ ਦੀ ਸਿਆਸਤ 'ਚ। ਜਿਵੇਂ 7 ਸੂਬਿਆਂ ਦੀਆਂ ਵੋਟਾਂ ਹੋਣੀਆਂ ਨੇ ਤੇ ਉੱਥੇ ਹਿੰਦੂ ਮੁਸਲਿਮ ਦਾ ਜਿਹੜਾ ਪੱਤਾ ਖੇਡਿਆ ਜਾਣਾ, ਜੋ ਕਪਤਾਨ ਸਾਹਿਬ ਨੂੰ ਦੇਸ਼ ਭਗਤ ਐਲਾਨ ਦਿੱਤਾ ਬੀਜੇਪੀ ਦੇ ਦੁਸ਼ਯੰਤ ਹੋਰਾਂ ਨੇ, ਤੇ ਇਹਨੂੰ ਇਹ ਕਹਿੰਦੇ ਜੀ ਅਸੀਂ ਇਹਨੂੰ ਲਵਾਂਗੇ। ਕੈਪਟਨ ਨਾਲ ਬੜੀਆਂ ਤਾਰੀਫਾਂ ਕਰਦੇ ਆ ਅਰਨਵ ਗੋਸਵਾਮੀ ਤੇ ਅਰਨਵਿਜ਼ਮ ਹੋਣੀ। ਉਸ ਤਰ੍ਹਾਂ ਇਹ ਜ਼ਰੂਰੀ ਵੀ ਸੀਗਾ। ਜੇ ਸਿੱਧੂ ਦੇ ਜੱਫੀ ਪਾਈ ਦਾ ਐਡਾ ਰੌਲਾ
ਜੱਫੀ ਤਾਂ ਚਾਹ ਪੀਣਾ ਵਿਦਆਊਟ ਪ੍ਰੋਟੋਕੋਲ ਤੋਂ ਮੋਦੀ ਸਾਹਿਬ ਵੀ ਗਏ ਸੀਗੇ ਪਰਵੇਜ਼ ਕੋਲ। ਇਸ ਦੌਰਾਨ ਇਹ ਜਿਹੜਾ ਇਹ ਅਦਲੇ ਦਾ ਬਦਲਾ, ਇਹਨੂੰ ਇਹ ਨਹੀਂ ਕਹਿ ਸਕਦੇ ਕਿ ਮੈਂ ਦੇਖਿਆ ਕਈ ਮੀਡੀਆ ਵਾਲੇ ਜਿਹੜੇ ਵਿਚਲੀ ਗੱਲ ਕਰਦੇ ਆ ਨਾ, ਜਿਹੜੇ ਜੁਗਾਮੀਆਂ ਪੱਤਰਕਾਰ ਨੇ, ਉਹ ਕਹਿੰਦੇ ਪੰਜਾਬ ਦੇ ਹੋਰ ਮੁੱਦੇ ਨੇ ਬਥੇਰੇ। ਠੀਕ ਹੈ, ਮੁੱਦੇ ਹੈਗੇ ਨੇ, ਮੁੱਦਿਆਂ ਤੇ ਵੀ ਗੱਲ ਚੱਲੇ, ਪਰ ਜੇ ਕੋਈ ਸੀਐਮ, ਜੇ ਕੋਈ ਵੱਡਾ ਪੰਜਾਬ ਦਾ ਹਤੈਸ਼ੀ ਜਿਹੜਾ ਕਹਿੰਦਾ ਸਾਨੂੰ ਗੁਰਸਿੱਖੀ ਬਖਸ਼ੀ ਹੈ, ਜੇ ਉਹ ਇਦਾਂ ਦੀ ਹਰਕਤ ਕਰਦਾ ਇੱਕ ਪਾਕਿਸਤਾਨੀ ਏਜੰਟ ਨਾਲ, ਉਹ ਇੱਥੇ ਰਹੀ ਹੈ, ਕਿੰਨਾ ਪੈਸਾ ਲੈ ਗਈ ਹੈ, ਕਪਤਾਨ ਸਾਹਿਬ ਨੇ ਕੋਈ ਘਰੋਂ ਥੋੜੀ ਦਿੱਤਾ, ਜਿਹੜੀ ਲਗਜ਼ਰੀ ਲਾਈਫ ਉਹਨੇ ਹੰਢਾਈ ਹੈ, ਡੋਚੀ ਫਾਰਮ ਜੋ ਰਹਿੰਦੀ ਰਹੀ ਹੈ ਉਹ ਤਾਂ ਹਿਮਾਚਲ ਪ੍ਰਦੇਸ਼ ਦੀ ਸਰਕਾਰ ਨੇ ਕੋਈ ਡਾਟਾ ਨਹੀਂ ਦਿੱਤਾ। ਆਰਟੀਆਈ ਪਾਈ ਸੀ ਚਰਨਜੀਤ ਭੁੱਲਰ ਨੇ ਕਿ ਕਿੰਨੇ ਦਿਨ ਸਟੇਟ ਗੈਸਟ ਦੇ ਤੌਰ ਤੇ ਉਹ ਵਿਚਰੀ ਹੈ। ਸੋ ਇਸ ਕਰਕੇ ਇਹ ਚੀਜ਼ਾਂ ਜ਼ਰੂਰੀ ਨੇ। ਜੇ ਤੁਸੀਂ ਸਿੱਧੂ ਦੀ ਜੱਫੀ ਦਾ ਇੰਨਾ ਨੁਕਸਾਨ ਪਹੁੰਚਾਓਗੇ ਕਿ ਉਹਦਾ ਕਰੋੜਾਂ ਰੁਪਏ ਦਾ ਬਿਜ਼ਨਸ ਬਰਬਾਦ ਕਰਤਾ ਤੁਸੀਂ, ਪਰ ਜਾਇਜ਼ ਹੋਵੇ, ਉਹ ਦੇਸ਼ ਲਈ ਖੇਡਿਆ, ਦੇਸ਼ ਦਾ ਨਾਂ ਚਮਕਾਇਆ, ਕ੍ਰਿਕਟਰ ਹੈ, ਸਭ ਕੁਝ ਹੈ, ਉਹਦਾ ਇਦਾਂ ਦਾ ਕੋਈ ਨਿੱਜ ਹੈ ਨਹੀਂ। ਉਹ ਹਿੰਦੂ ਰੋਹ ਰੀਤਾਂ ਨੂੰ ਕਿੰਨਾ ਮੰਨਦਾ, ਤੇ ਫਿਰ ਵੀ ਮਤਲਬ ਹਿੰਦੂਆਂ 'ਚ ਹੀ ਉਹਨੂੰ ਪਾਕਿਸਤਾਨੀ ਬਣਾ ਦਿੱਤਾ। ਤੇ ਫਿਰ ਜਿਹੜੀ ਪਾਕਿਸਤਾਨਾਂ ਨੂੰ ਆਪ ਜੀ ਰੱਖੀ ਬੈਠੇ ਹੋ ਤੇ ਉਹਦਾ ਚਰਚਾ ਕਿਉਂ ਨਾ ਹੋਵੇ। ਕੁਝ ਮੀਡੀਆ ਵੀ ਟੇਢੇ ਤਰੀਕੇ ਨਾਲ ਕਿ ਨਹੀਂ ਰੂਸਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਇਹ 'ਚੋਂ ਕੀ ਨਿਕਲਣਾ ਕੁਝ ਨਹੀਂ ਹੈ। ਉਹ ਇੰਟਰਨੈਸ਼ਨਲ ਸਿਟੀਜ਼ਨ ਹੈ, ਪੰਜਾਬ ਦੀ ਜੁਡੀਡਿਕਸ਼ਨ 'ਚ ਨਹੀਂ ਆਉਂਦਾ ਉੱਤੇ ਕੇਸ ਕਰਨਾ, ਪਰ ਉਹਦਾ ਹੀਜ ਪਿਆਜ ਤਾਂ ਨੰਗਾ ਕਰਕੇ ਕੈਪਟਨ ਨੂੰ ਤਾਂ ਬਿੱਲੇ ਲਾਉਣਾ ਪੈਣਾ ਨਾ, ਜਿਹੜਾ ਪੰਜਾਬ 'ਚ ਕਹਿੰਦਾ ਕਿ ਮੇਰੇ ਨਾਲ ਹੀ ਸਰਕਾਰ ਹੈ। ਬਾਦਲ ਸਾਹਿਬ ਕਹਿੰਦਾ ਜਦੋਂ ਅਸੀਂ ਹਾਂ ਤਾਂ ਹੀ ਹਿੰਦੂ ਸਿੱਖ ਏਕਤਾ ਕਾਇਮ ਹੈ, ਤੇ ਕਪਤਾਨ ਸਾਹਿਬ ਕਹਿੰਦਾ ਜੇ ਮੈਂ ਹਾਂ ਤਾਂ ਹੀ ਹਿੰਦੂ ਸਿੱਖ ਏਕਤਾ ਕਾਇਮ ਹੈ। ਪਰ ਤੁਹਾਡੇ ਚੋਣਾਂ ਜਿੱਤਣ ਤੋਂ ਪਹਿਲਾਂ ਧਮਾਕੇ ਕਿਉਂ ਹੁੰਦੇ ਨੇ? ਮੌੜ ਮੰਡੀ ਜਾਂਚ 'ਚ ਮਾਸੂਮਾਂ ਦਾ 4 ਦਾ ਕੀ ਦੋਸ਼ ਸੀ, ਜਿਨ੍ਹਾਂ ਦੇ ਤੂੰਬੇ ਉਡਾ ਦਿੱਤੇ ਬੱਚਿਆਂ ਦੇ ਜੋ ਝੰਡੀਆਂ ਲੈਣ ਆਏ ਸੀਗੇ 5-5 7-7 ਸਾਲ ਦੇ ਜਵਾਕ, ਉਹਦੀ ਤੇ ਜਾਂਚ ਹੋਈ ਨਾ। ਸੋ ਇਸ ਕਰਕੇ ਇਹ ਜਿਹੜਾ ਵਰਤਾਰਾ ਬਹੁਤ ਜ਼ਰੂਰੀ ਹੈ। ਪਰ ਇਹਦੇ 'ਚ ਕੈਪਟਨ ਅਮਰਿੰਦਰ ਸਿੰਘ ਦੇ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਜੋ ਇਹ ਕਵਾਇਦ ਕਰ ਰਿਹਾ, ਉਹਦੇ ਤੇ ਵੱਡਾ ਡੈਂਟ ਪਏਗਾ ਰੂਸਾ ਆਲਮ ਦੇ ਨਾਲ। ਤੇ ਉਹਨੇ ਹੁਣ ਲੱਕੜ ਵਗੇ ਕਹਿ ਦਿੱਤਾ ਤੇ ਬੁਝੈਲ ਬ੍ਰਿਗੇਡਰ ਨੇ ਫੇਰ ਪਰਖੱਚੇ ਉਡਾਉਣੇ ਆ ਰੂਸਾ ਦੇ। ਪਰ ਇਹ ਸਾਰੇ ਦੇ ਵਿੱਚ ਉਹ ਕਹਾਣੀ ਤਾਂ ਇਹ ਹੈ ਕਿ ਬਿੱਲੀਆਂ ਦੀ ਲੜਾਈ 'ਚ ਬਾਂਦਰ ਬੁਰਕੀ ਸਾਰੀ ਰੋਟੀ ਖਾ ਗਿਆ ਕਿ ਇਹਦੀ ਵੱਡੀ। ਪਰ ਮੈਨੂੰ ਲੱਗਦਾ ਹੁਣ ਕਿ ਜਿਹੜਾ ਇਹ ਬਿੱਲੀਆਂ ਦੀ ਲੜਾਈ 'ਚ ਬਾਂਦਰ ਫਿਰ ਵੱਡੀ ਬੁਰਕੀ ਖਾ ਰਹੇ ਨੇ ਦਿੱਲੀ ਬੈਠੇ। ਜੀ ਬਰੈਣਾ ਸਾਹਿਬ। ਜੀ ਮੈਂ ਪਹਿਲਾਂ ਹੀ ਇਹ ਗੱਲ ਕਹਿ ਚੁੱਕਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਜੇ ਗੱਲ ਕਰੀਏ ਕਿ 2 ਵਾਰੀ ਜਿਹੜੀ ਆ ਪੰਜਾਬ ਦੇ ਵਿੱਚ ਸਰਕਾਰ ਕਾਂਗਰਸ ਦੇ ਮੂੰਹ ਨੂੰ ਸਰਕਾਰ ਨਹੀਂ ਬਣੀ, ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਮੂੰਹ ਨੂੰ ਸਰਕਾਰ ਬਣੀ ਆ। ਔਰ ਜਿੱਥੇ ਤੱਕ ਜੇ ਪੰਜਾਬੀਆਂ ਦੀ ਗੱਲ ਕਰੀਏ ਤੇ ਇਹਨਾਂ ਦੀ ਯਾਦ ਸ਼ਕਤੀ ਤਾਂ ਇਸ ਤਰੀਕੇ ਨਾਲ ਭੁੱਲ ਜਾਂਦੀ ਆ ਵੀ ਇਹਨਾਂ ਨੂੰ ਨਾ ਤਾਂ 84 ਯਾਦ ਆਇਆ ਤੇ ਨਾ ਹੀ ਬਲੂ ਸਟਾਰ ਆਪਰੇਸ਼ਨ ਯਾਦ ਆਇਆ। ਤੇ ਫਿਰ ਇਹ ਕਹਿੰਦੇ ਆ ਅੱਜ ਉਸੇ ਮਾਝੇ ਦੇ ਵਿੱਚੋਂ ਸੁਖਜਿੰਦਰ ਸਿੰਘ ਰੰਧਾਵੇ ਨੂੰ ਜਿਹੜਾ ਜਿਤਾਇਆ ਜਾਂਦਾ, ਜਿਹਦੇ ਪਿਤਾ ਦੇ ਉੱਤੇ ਗੰਭੀਰ ਆਰੋਪ ਲੱਗਦੇ ਰਹੇ ਨੇ ਕਿ ਜਿਨ੍ਹਾਂ ਨੇ ਬੜੇ ਵਿਵਾਦਤ ਬਿਆਨ ਦਿੰਦੇ ਰਹੇ ਔਰ ਪ੍ਰੋੜਤਾ ਕਰਦੇ ਰਹੇ ਬਲੂ ਸਟਾਰ ਆਪਰੇਸ਼ਨ ਦੀ। ਹਾਲਾਂਕਿ ਉਹ ਸਾਰੀ ਸਿੱਖ ਜਿਹੜੀ ਆ ਉਹ ਕੰਸਟੀਚੁਐਂਸੀ ਆ ਡੇਰਾ ਬਾਬਾ ਨਾਨਕ, ਔਰ ਬੜੀ ਅਹਿਮ ਕੰਸਟੀਚੁਐਂਸੀ ਆ। ਸੋ ਮੈਂ ਜਿਹੜੀ ਗੱਲ ਟਵਾਣਾ ਜੀ ਗੱਲ ਕਹਿਣੀ ਚਾਹੁੰਦਾ, ਕੈਪਟਨ ਅਮਰਿੰਦਰ ਸਿੰਘ ਨੂੰ ਨੰਗਾ ਕਰੋ, ਰੱਜ ਕੇ ਨੰਗਾ ਕਰੋ, ਠੀਕ ਹੈ, ਲੇਕਿਨ ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਟਾਰਗੇਟ ਕਰਨਾ ਇਟ ਮੀਨ ਉਹਨੂੰ ਤੁਸੀਂ ਮੀਡੀਆ ਦੇ ਵਿੱਚ ਲੈ ਕੇ ਆਉਣਾ, ਉਹਦੇ ਨਾਲ ਸੰਬੰਧਿਤ ਮੁੱਦੇ ਬੜੇ ਕਰਾਉਣੇ। ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਰਾਜਨੀਤਿਕ ਤੌਰ ਦੇ ਉੱਤੇ ਫਿਰ ਤੁਸੀਂ ਖੜਾ ਕਰ ਰਹੇ ਹੋ। ਜਦੋਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਈ ਆ ਤੇ ਜਦੋਂ ਇਹਨਾਂ ਦਾ ਕ੍ਰਿਟਿਸਿਜ਼ਮ ਹੋਣਾ ਸ਼ੁਰੂ ਹੋਇਆ ਤੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਲੋਕਾਂ ਨਾਲ ਅਸੀਂ ਗੱਲ ਕੀਤੀ ਸੀ। ਉਹ ਕਹਿੰਦੇ ਸੀ ਕਿ ਸਾਡੀ ਭਾਵੇਂ ਨੈਗੇਟਿਵ ਖਬਰ ਲਾਓ, ਤੁਸੀਂ ਸਾਡਾ ਭਾਵੇਂ ਨੈਗੇਟਿਵ ਦਿਖਾ ਲਓ, ਤੁਸੀਂ ਦਿਖਾ ਲਓ ਕੁਛ ਜ਼ਰੂਰ ਸਾਨੂੰ। ਸੋ ਇਹ ਜਿਹੜੇ ਪੋਲੀਟੀਸ਼ੀਅਨ ਆ ਜਿਹੜੇ ਆ, ਇਹਨਾਂ ਦਾ ਨਜ਼ਰੀਆ ਜਿਹੜਾ ਆ ਹੋਰ ਤਰੀਕੇ ਨਾਲ, ਚਾਹੇ ਪੋਜ਼ਿਟਿਵ ਹੋਵੇ ਚਾਹੇ ਨੈਗੇਟਿਵ ਹੋਵੇ, ਇਹਨਾਂ ਦਾ ਖਬਰਾਂ ਦੇ ਵਿੱਚ ਬਣਿਆ ਰਹਿਣਾ ਜਿਹੜਾ ਆ। ਜੇ ਇਸ ਮੁੱਦੇ ਨੂੰ ਦਬਾਉਣਾ ਚਾਹੁੰਦੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਨੇ ਅਗਲੀਆਂ ਤਸਵੀਰਾਂ ਇਹ ਨਹੀਂ ਜਾਰੀ ਕਰਨੀਆਂ ਸੀਗੀਆਂ, ਇਹ ਲੜਾਈ ਨਹੀਂ ਛੇੜਨੀ ਸੀ। ਜੇ ਇੱਕ ਔਰ ਸੁਖਜਿੰਦਰ ਸਿੰਘ ਰੰਧਾਵਾ 1 ਦਿਨ ਬਿਆਨ ਦੇ ਲੈਂਦਾ, 2 ਦਿਨ ਦੇ ਲੈਂਦਾ, 3 ਦਿਨ ਬਿਆਨ ਦੇ ਲੈਂਦਾ, ਉਸ ਤੋਂ ਬਾਅਦ ਮੀਡੀਆ ਨੇ ਗੱਲ ਹੀ ਨਹੀਂ ਕਰਨੀ।
ਔਰ ਅੱਜ ਜਦੋਂ ਨਿਊਜ਼ 18 ਪੰਜਾਬ ਦੇ ਉੱਤੇ ਬਲਜਿੰਦਰ ਸਿੰਘ ਢਿੱਲੋਂ ਨੂੰ ਟੀਵੀ ਐਂਕਰ ਨੇ ਜਦੋਂ ਉਹਨੂੰ ਪੁੱਛਿਆ, ਕਾਂਗਰਸ ਦੇ ਪ੍ਰਵਕਤਾ ਸੀ ਜਿਹੜੇ ਪੰਜਾਬ ਯੂਥ ਕਾਂਗਰਸ ਦੇ ਪ੍ਰੈਜ਼ੀਡੈਂਟ ਸੀ, ਉਹਨਾਂ ਨੂੰ ਪੁੱਛਿਆ ਵੀ ਤੁਸੀਂ ਰੂਸਾ ਦਾ ਮੁੱਦਾ ਜਿਹੜਾ ਆ ਉਹ ਤੁਸੀਂ ਕਿਉਂ ਚੁੱਕਿਆ, ਉਹ ਬਿਲਕੁਲ ਪੱਲਾ ਝਾੜ ਕੇ ਕਹਿੰਦੇ ਅਸੀਂ ਤਾਂ ਚੱਕ ਹੀ ਨਹੀਂ ਰਹੇ, ਇਹ ਤਾਂ ਮੀਡੀਆ ਦਾ ਚੱਕਿਆ ਹੋਇਆ ਮੁੱਦਾ ਆ। ਸੋ ਫਿਰ ਉਹਨਾਂ ਨੇ ਇਸ ਗੱਲ ਤੇ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਕਿ ਜਦ ਤੁਹਾਡੇ ਲੀਡਰ ਜਿਹੜੀਆਂ ਸਟੇਟਮੈਂਟਾਂ ਦਿੰਦੇ ਆ, ਤੁਹਾਡੇ ਲੀਡਰ ਮੁੱਦਾ ਬਣਾਉਂਦੇ ਆ, ਮੀਡੀਆ ਨੇ ਤੇ ਜੇ ਕਿਸੇ ਸੀਐਮ ਦੇ ਖਿਲਾਫ, ਐਕਸ ਸੀਐਮ ਵੱਡੇ ਲੀਡਰ ਦੇ ਖਿਲਾਫ ਤੁਸੀਂ ਇਦਾਂ ਦੀਆਂ ਸਟੇਟਮੈਂਟਾਂ ਦਵੋ, ਮੀਡੀਆ ਨੇ ਤਾਂ ਉਹ ਮੁੱਦਾ ਚੁੱਕਣਾ ਹੀ ਆ। ਸੋ ਇਹ ਗੱਲ ਜਿਹੜੀ ਆ ਨਾ, ਸਾਨੂੰ ਇਹਨੂੰ ਇਸ ਵਕਤ ਕਿਰਦਾਰ ਦੇ ਤੌਰ ਤੇ ਸਮਝਣ ਦੀ ਲੋੜ ਨਹੀਂ ਆ, ਸਾਨੂੰ ਇਸ ਦੇ ਟਿਵਾਣਾ ਸਾਹਿਬ ਰਾਜਨੀਤਿਕ ਤੌਰ ਦੇ ਉੱਤੇ ਸਮਝਣ ਦੀ ਲੋੜ ਆ, ਕਿਉਂਕਿ ਅਮਰਿੰਦਰ ਸਿੰਘ ਜਿਹੜੇ ਆ ਉਹ ਚੋਣਾਂ ਜਿੱਤਣ ਲਈ ਨਹੀਂ ਲੜ ਰਹੇ, ਉਹ ਕਿਤੇ ਨਾ ਕਿਤੇ ਕਾਂਗਰਸ ਨੂੰ ਖਤਮ ਕਰਨ ਲਈ ਸਮਝ ਰਹੇ ਨੇ। ਜਿੰਨੀ ਸਟੇਟਮੈਂਟ, ਜਿੰਨਾ ਤੁਸੀਂ ਕਿਸੇ ਨੂੰ ਰਾਜਨੀਤੀ ਦੇ ਵਿੱਚ ਕਿਹਾ ਜਾਂਦਾ ਕਿ ਜੇ ਕਿਸੇ ਨੂੰ ਖਤਮ ਕਰਨਾ ਉਹਨੂੰ ਇਗਨੋਰ ਕਰ ਦਿਓ। ਜੇ ਅੱਜ ਅਮਰਿੰਦਰ ਸਿੰਘ ਦੀ ਦੁਬਾਰਾ ਅਸੀਂ ਗੱਲ ਕਰ ਰਹੇ ਹਾਂ, ਘੱਟੋ ਘੱਟ 15 ਮਿੰਟ ਸਾਨੂੰ ਗੱਲ ਕਰਦੇ ਹੋ ਗਿਆ, ਅਸੀਂ ਅਮਰਿੰਦਰ ਸਿੰਘ ਰੂਸਾ, ਸੁਖਜਿੰਦਰ ਸਿੰਘ ਰੰਧਾਵਾ ਕੀ ਗੱਲ ਕਰ ਰਹੇ ਹਾਂ, ਔਰ ਇਹੀ ਗੱਲ ਉਹ ਚਾਹੁੰਦੇ ਨੇ। ਔਰ ਸਾਡੇ ਦਰਸ਼ਕ ਵੀ ਜਿਹੜੇ ਇਸ ਵੇਲੇ ਸੁਣ ਰਹੇ, ਉਹਨਾਂ ਦੇ ਸੁਖਜਿੰਦਰ ਸਿੰਘ ਰੰਧਾਵਾ, ਰੂਸਾ ਤੇ ਕੈਪਟਨ ਅਮਰਿੰਦਰ ਸਿੰਘ। ਸੋ ਇਹ ਰਾਜਨੀਤਿਕ ਤੌਰ ਦੇ ਉੱਤੇ ਇਹ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਟਰੋਂਗ ਕਰ ਰਹੇ ਨੇ, ਉਹਨੂੰ ਫਿਰ ਲਾਈਮਲਾਈਟ ਦੇ ਵਿੱਚ ਲਿਆਂਦਾ ਜਾਂਦਾ, ਉਹਨੂੰ ਫਿਰ ਰਾਜਨੀਤੀ ਦੇ ਕੇਂਦਰ ਬਿੰਦੂ ਵਿੱਚ ਲਿਆ ਕੇ ਖੜਾ ਕਰ ਦਿੱਤਾ ਉਹਨਾਂ ਨੇ ਦੁਬਾਰਾ। ਜਦ ਕਿ ਅਮਰਿੰਦਰ ਸਿੰਘ ਨਾਲ ਜਿੰਨੇ ਐਮਐਲਏ ਜਦੋਂ ਪਹਿਲੇ ਦਿਨ ਇਹ ਗਏ, ਉਹਦੇ ਨਾਲ 25 ਐਮਐਲਏ ਦੱਸੇ ਜਾਂਦੇ ਸੀਗੇ ਕਿ ਕੈਪਟਨ ਅਮਰਿੰਦਰ ਸਿੰਘ ਨਾਲ 25 ਦੇ ਕਰੀਬ ਐਮਐਲਏ ਨੇ, ਲੇਕਿਨ ਬਾਅਦ ਵਿੱਚ ਕੁਝ ਵੀ ਨਹੀਂ ਨਿਕਲਿਆ ਕਿਉਂਕਿ ਹੌਲੀ ਹੌਲੀ ਸਾਰੇ ਹਟ ਗਏ। ਔਰ ਜੇ ਤੁਸੀਂ ਮੁੜ ਕੇ ਉਹਨੂੰ ਕੈਪਟਨ ਅਮਰਿੰਦਰ ਸਿੰਘ ਨੂੰ ਖੜਾ ਕਰ ਰਹੇ ਆ, ਉਹ ਇਸ ਲਈ ਟਾਰਗੇਟ ਬਣਾਉਣਾ ਚਾਹੀਦਾ ਕਾਂਗਰਸ ਨੂੰ, ਅਕਾਲੀ ਦਲ ਨੂੰ, ਆਮ ਆਦਮੀ ਪਾਰਟੀ ਨੂੰ, ਜਿਹੜੀਆਂ ਉਹਨਾਂ ਦੀਆਂ ਆਪੋਜੀਸ਼ਨ ਪਾਰਟੀਆਂ ਨੇ। ਅਮਰਿੰਦਰ ਸਿੰਘ ਦੀ ਹੱਲੇ ਪਾਰਟੀ ਜੰਮਣੀ ਆ, ਉਹਦਾ ਨਾਮਕਰਨ ਹੋਣਾ ਆ, 2-3 ਮਹੀਨਿਆਂ ਨੂੰ ਇਲੈਕਸ਼ਨ ਆ, 1.5 ਮਹੀਨੇ ਨੂੰ ਇਲੈਕਸ਼ਨ ਕੋਡ ਲੱਗ ਜਾਣਾ, ਉਹਦੀ ਰਾਜਨੀਤਿਕ ਪਾਰਟੀ ਦਾ ਕੀ ਵਜੂਦ ਰਹਿਣਾ, ਕੀ 4 ਵੋਟਾਂ ਪੈਣੀਆਂ ਕਿ ਨਹੀਂ ਪੈਣੀਆਂ, ਔਰ 117 ਸੀਟਾਂ ਦੇ ਕੈਂਡੀਡੇਟ ਮਿਲਣੇ ਵੀ ਕਿ ਨਹੀਂ ਮਿਲਣੇ। ਔਰ ਅਸੀਂ ਫਿਰ ਉਹਨੂੰ ਜਿਹੜਾ ਰਾਜਨੀਤੀ ਦੇ ਕੇਂਦਰ ਬਿੰਦੂ ਦੇ ਉੱਤੇ ਲਿਆ ਕੇ ਖੜਾ ਕਰ ਦਿੱਤਾ, ਉਹਨੂੰ ਬਰਾਬਰ ਦੀ ਧਿਰ ਜਿਹੜਾ ਬਣਾਉਣਾ ਸ਼ੁਰੂ ਕਰ ਦਿੱਤਾ। ਕਿਤੇ ਨਾ ਕਿਤੇ ਮੈਂ ਇਹ ਸਮਝਦਾ ਕਿ ਸੁਖਜਿੰਦਰ ਸਿੰਘ ਰੰਧਾਵਾ ਦੇ ਇਹਨਾਂ ਸਟੇਟਮੈਂਟਾਂ ਤੋਂ ਜਿਹੜਾ ਆ ਬਾਕੀ ਜਿੰਨੇ ਵੀ ਜਿਹੜੇ ਕਿਉਂਕਿ ਹੋਰ ਲੀਡਰ ਕੋਈ ਨਹੀਂ ਬੋਲ ਰਿਹਾ, ਉਹਨਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਇਹ, ਔਰ ਕਿਤੇ ਨਾ ਕਿਤੇ ਅੰਦਰ ਖਾਤੇ ਸੁਖਜਿੰਦਰ ਸਿੰਘ ਰੰਧਾਵਾ ਬਾਰੇ ਚਰਚਾ ਵੀ ਹੋਣੀ ਸ਼ੁਰੂ ਹੋ ਗਈ ਕਿ ਇਹ ਕਿੱਧਰ ਨੂੰ ਜਿਹੜਾ ਆ ਇਹ ਲੈ ਕੇ ਜਾ ਰਹੇ ਨੇ। ਔਰ ਤੁਹਾਡੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਵੀ ਇਸ ਲਈ ਇਹਦਾ ਫਾਇਦਾ ਸਿੱਧਾ ਤੇ ਸਿੱਧਾ ਅਕਾਲੀ ਦਲ ਨੂੰ ਜ਼ਬਰਦਸਤ ਜਿਹੜਾ ਪੰਜਾਬ ਦੇ ਵਿੱਚ ਫਾਇਦਾ ਹੋਏਗਾ ਇਹਨਾਂ ਦੀ ਆਪਸੀ ਫੁੱਟ ਦਾ। ਜਦ ਕਿ ਇਸ ਲਈ ਮੌਕਾ ਇਹਨਾਂ ਕੋਲ ਇਹ ਸੀਗਾ ਕਿ ਪੰਜਾਬ ਨੂੰ ਕੁਛ ਕਰਕੇ ਦਿਖਾਉਣ ਦਾ, ਜਿਵੇਂ ਕਿ ਡਰੱਗ ਕੇਸ ਨੇ ਪੰਜਾਬ ਦੇ ਵਿੱਚ, ਡਰੱਗ ਇਸ ਲਈ ਬੜਾ ਵੱਡਾ ਮੁੱਦਾ ਆ, ਬੇਰੁਜ਼ਗਾਰੀ ਦਾ ਵੱਡਾ ਮੁੱਦਾ ਆ, ਬਾਦਲ ਹੱਕਿਆਂ ਨੂੰ ਅੰਦਰ ਕਰਨ ਦਾ ਮੁੱਦਾ ਆ, ਸੁਖਬੀਰ ਸਿੰਘ ਬਾਦਲ ਨੂੰ ਬਰਗਾੜੀ ਦਾ ਮੁੱਦਾ ਆ। ਅੱਜ ਕਿੱਥੇ ਆ ਬਰਗਾੜੀ ਦਾ ਮੁੱਦਾ ਬਈ, ਕਿੱਥੇ ਆ ਉਹ ਜਿਹੜੇ ਵੱਡੇ ਵੱਡੇ ਬਿਆਨ ਦੱਸਦੇ ਹੁੰਦੇ ਸੀ ਵੀ ਜਿਹਦੇ ਕਰਕੇ ਇਹਨੂੰ ਲਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਨੂੰ, ਇਸੇ ਗੱਲ ਕਰਕੇ ਲਾਇਆ ਗਿਆ ਕਿ ਬਾਦਲ ਕਹਿਣਾ ਰਲਿਆ ਹੋਇਆ। ਪਰ ਹੁਣ ਤੁਸੀਂ ਤਾਂ ਬਿਲਕੁਲ ਸ਼ੁੱਧ ਆ ਗਏ ਨਾ, ਅਮਰਿੰਦਰ ਸਿੰਘ ਤਾਂ ਰਲਿਆ ਸੀਗਾ, ਉਹ ਤਾਂ ਤੁਸੀਂ ਬਾਹਰ ਕਰ ਦਿੱਤਾ, ਹੁਣ ਤਾਂ ਤੁਸੀਂ ਤਾਂ ਸ਼ੁੱਧ ਦੇਸੀ ਘਿਓ ਆ, ਤੁਸੀਂ ਚੱਕ ਕੇ ਕਰੋ ਬਾਦਲ ਕਿਆਂ ਨੂੰ ਅੰਦਰ। ਤੁਹਾਨੂੰ ਕਿਹਨੇ ਰੋਕਿਆ ਹੋਇਆ ਆ? ਤੁਹਾਡੇ ਕੋਲ ਹੋਮ ਡਿਪਾਰਟਮੈਂਟ ਆ, ਤੁਹਾਡੇ ਕੋਲ ਪੁਲਿਸ ਆ, ਤੁਹਾਡੇ ਕੋਲ ਆਫਿਸਰ ਆ, ਸਾਰੀ ਇੰਟੈਲੀਜੈਂਸ, ਸਾਰੀਆਂ ਸਰਵਿਸਿਜ਼ ਤੁਹਾਡੇ ਕੋਲ ਨੇ। ਪਰ ਇਸ ਦੇ ਬਾਵਜੂਦ ਵੀ ਤੁਸੀਂ ਹਲੇ ਤੱਕ 1.5 ਮਹੀਨਾ ਹੋ ਗਿਆ ਤੇ ਅਸੀਂ ਜੇ ਕਹਿੰਦੇ ਸੀ ਜਦੋਂ ਸਾਨੂੰ ਮੌਕਾ ਮਿਲਿਆ ਅਸੀਂ ਚੱਕ ਕੇ ਠੋਕ ਕੇ ਬਾਦਲ ਕੇ ਅੰਦਰ ਕਰਾਂਗੇ, ਲੌਕ ਕਰ ਲਓ ਅੰਦਰ, ਤੁਹਾਨੂੰ ਕਿਹਨੇ ਰੋਕਿਆ ਹੋਇਆ? ਸੋ ਇਹ ਜਿਹੜਾ ਇਸ ਲਈ ਆਪਾਂ ਕਿਰਦਾਰ ਖੇਲਣ ਦੀ ਬਜਾਏ ਇਸ ਲਈ ਅਸਲ ਮੁੱਦਿਆਂ ਤੇ ਆਈਏ ਕਿ ਦੇਖੋ ਇਲੈਕਸ਼ਨ ਆਉਣਾ, ਲੋਕ ਇਹ 5 ਸਾਲ ਬਾਅਦ ਲੋਕਾਂ ਦਾ ਇਹ ਵਿਆਹ ਵਰਗਾ ਮਾਹੌਲ ਜਿਹੜਾ ਬਣ ਜਾਂਦਾ ਪੂਰੇ ਪਿੰਡਾਂ ਦੇ ਵਿੱਚ, ਲੋਕਾਂ ਦੀਆਂ ਆਸਾਂ ਹੁੰਦੀਆਂ, ਲੋਕ ਦੁਖੀ ਨੇ, ਲੋਕਾਂ ਦੇ ਕੰਮ ਰੁਕੇ ਪਏ ਨੇ। ਇੱਕ ਸਰਕਾਰ ਆਉਂਦੀ ਆ, ਪਹਿਲੇ ਸਰਕਾਰ ਦੇ ਪ੍ਰੋਜੈਕਟ ਬੰਦ ਕਰ ਦਿੰਦੀ ਆ, ਦੂਜੀ ਸਰਕਾਰ ਆਉਂਦੀ ਆ ਉਹਦੇ ਪ੍ਰੋਜੈਕਟ ਬੰਦ ਕਰ ਦਿੰਦੀ ਆ, ਲੋਕ ਵਿੱਚ ਪਿਸ ਰਹੇ ਨੇ। ਜਿਵੇਂ ਕਿ ਅਕਾਲੀ ਦਲ ਨੇ ਲੋਕਾਂ ਨੇ ਜਿਵੇਂ ਕਿ ਇਹਨਾਂ ਨੇ ਸੁਵਿਧਾ ਸੈਂਟਰ ਖੋਲੇ ਸੀ ਪੂਰੇ ਪੰਜਾਬ ਦੇ ਵਿੱਚ, ਹਰ 10 ਕਿਲੋਮੀਟਰ ਦੇ ਉੱਤੇ ਸੁਵਿਧਾ ਸੈਂਟਰ ਖੋਲੇ ਸੀ ਜਿੱਥੋਂ ਸਾਰੇ ਲੋਕਾਂ ਨੂੰ ਫਾਇਦਾ ਹੋਣਾ ਸੀ।
ਔਰ ਆਉਂਦੇ ਹੀ ਉਹ ਕੈਪਟਨ ਅਮਰਿੰਦਰ ਸਿੰਘ ਨੇ ਬੰਦ ਕਰ ਦਿੱਤੇ। ਸ਼ਹਿਰਾਂ ਦੇ ਵਿੱਚ ਰੁਲ ਰਹੇ ਨੇ ਲੋਕ ਸਰਟੀਫਿਕੇਟ ਬਣਾਉਣ ਨੂੰ, ਇੱਕ ਜਨਮ ਦਾ ਸਰਟੀਫਿਕੇਟ ਬਣਾਉਣ ਲਈ। ਅੱਜ ਤੁਸੀਂ ਜਾ ਕੇ ਦੇਖੋ ਸੁਵਿਧਾ ਸੈਂਟਰਾਂ ਦੇ ਵਿੱਚ ਸੁਵਿਧਾ ਸੈਂਟਰ ਬਣੇ ਹੋਏ ਨੇ, ਪਿੰਡਾਂ ਦੀ ਡਿਵੈਲਪਮੈਂਟ ਰੁਕੀ ਹੋਈ ਆ, ਸੜਕਾਂ ਟੁੱਟੀਆਂ ਪਈਆਂ ਨੇ, ਪਿੰਡਾਂ ਦੀਆਂ ਜਿਹੜੀਆਂ ਸੜਕਾਂ ਦੇ ਉੱਤੇ ਨਹੀਂ ਕੰਮ ਹੋ ਰਿਹਾ। ਸੋ ਜਿਹੜੀਆਂ ਬਰਿਆਣਾ ਸਾਹਿਬ, ਚਲੋ ਤੁਸੀਂ ਇਹ ਸਾਰੇ ਇਸ਼ੂਜ਼ ਤੇ ਜਿਹੜੀਆਂ ਕੁਝ ਪੋਸਟਾਂ ਕੱਢੀਆਂ ਨੇ ਪ੍ਰਗਟ ਸਿੰਘ ਹੋਰਾਂ ਨੇ ਜਾਂ ਹੋਰ, ਉਹਨਾਂ ਦਾ ਕੀ ਭਵਿੱਖ ਰਹੇਗਾ ਇਹ ਸਭ ਕੁਝ ਦੇ ਦੌਰਾਨ? ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕੀ ਰਹੇਗੀ? ਕਿਉਂਕਿ ਝੋਨੇ ਤੇ ਖਰੀਦ ਦੀ ਲਿਮਟ ਵੀ ਹੈ ਜਿਹੜੀ 190 ਲੱਖ ਟਨ ਹੈ, ਤੇ ਇਹਨੂੰ ਹੋਰ ਵਧਾਉਣਾ ਚਾਹੁੰਦੇ ਨੇ, ਤੇ ਲਿਫਟਿੰਗ ਦੀ ਸਮੱਸਿਆ, ਹੋਰ ਬਹੁਤ ਸਾਰੀਆਂ ਸਮੱਸਿਆਵਾਂ ਨੇ। ਕਿਵੇਂ ਵੇਖਦੇ ਹੋ ਚੰਨੀ ਸਰਕਾਰ ਦਾ ਲੇਖਾ ਜੋਖਾ? ਤੇ ਇਸ ਤੋਂ ਪਹਿਲਾਂ ਇਹ ਚਲੋ ਕੰਪਲੀਟ ਹੀ ਕਰ ਦਿਓ, ਤੇ ਥੋੜਾ ਜਿਹਾ ਫਿਰ ਦੱਸਿਓ ਕਿ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦਾ ਕੀ ਆਧਾਰ ਪੰਜਾਬ 'ਚ ਰਹੇਗਾ? ਇਹ ਠੀਕ ਹੈ ਕਿ ਉਹ ਜਿੱਤਣ ਲਈ ਨਹੀਂ ਬਲਕਿ ਕਾਂਗਰਸ ਨੂੰ ਖਤਮ ਕਰਨ ਲਈ ਆਏ ਨੇ। ਜਿਹੜੇ ਬੰਦਿਆਂ ਨੂੰ ਟਿਕਟ ਨਹੀਂ ਮਿਲੀ ਕਿ ਇਹ ਸਭ ਕੈਪਟਨ ਦੀ ਪਾਰਟੀ 'ਚ ਸ਼ਾਮਲ ਹੋਣਗੇ? ਜੇ ਕਿਸਾਨਾਂ ਦਾ ਨਹੀਂ ਨਿਬੜਦਾ ਬੀਜੇਪੀ ਨਾਲ, ਕਿ ਉਸ ਦੌਰਾਨ ਫਿਰ ਕੈਪਟਨ, ਕਿਉਂਕਿ ਸਿੱਧੀ ਸਪੋਰਟ ਕਰ ਚੁੱਕੇ ਨੇ, ਹਾਲਾਂਕਿ ਮਾਝੇ ਦੇ ਟਕਸਾਲੀ ਦਾ ਕਹਿੰਦੇ ਬ੍ਰਹਮਪੁਰਾ ਅਸੀਂ ਜਾਣਾ ਨਹੀਂ, ਢੀਂਡਸਾ ਸਾਹਿਬ ਚੁੱਪ ਨੇ, ਇਹ ਜਿਹੜੇ ਬਾਦਲ ਦਲ ਤੋਂ ਵੱਖ ਹੋਏ ਲੋਕ ਨੇ, ਇਹਨਾਂ ਦਾ ਕੀ ਆਧਾਰ ਰਹੇਗਾ ਇਸ ਪਾਰਟੀ ਦੇ ਵਿੱਚ? ਜਾਂ ਇਹ ਕਿੰਨੇ ਕੁ ਲੋਕ ਜੁੜਨ ਦੀ ਉਮੀਦ ਹੈ ਕਪਤਾਨ ਸਾਹਿਬ ਦੀ ਨਵੀਂ ਪਾਰਟੀ ਦੇ ਵਿੱਚ ਕੱਲ ਨੂੰ? ਜੀ ਦੇਖੋ, ਜਿੱਥੇ ਤੱਕ ਰਹੀ ਪਹਿਲੇ ਤੁਹਾਡੇ ਸਵਾਲ ਦੀ ਕਿ ਜਿਹੜੀਆਂ ਪੋਸਟਾਂ ਕੱਢੀਆਂ ਜਾਂਦੀਆਂ ਨੇ, ਦੇਖੋ ਹਰ ਇੱਕ ਪ੍ਰੋਸੀਜਰ ਨੂੰ ਟਾਈਮ ਲੱਗਦਾ ਆ। ਜਦੋਂ ਸਭ ਤੋਂ ਪਹਿਲਾਂ ਜਿਹੜੀਆਂ ਆ ਸੈਂਕਸ਼ਨ ਹੁੰਦੀਆਂ ਫਾਈਨਾਂਸ ਡਿਪਾਰਟਮੈਂਟ ਤੋਂ, ਪੋਸਟਾਂ ਸੈਂਕਸ਼ਨ ਹੁੰਦੀਆਂ ਕਿ ਵੀ ਕਿਸੇ ਵੀ ਡਿਪਾਰਟਮੈਂਟ ਨੇ ਕੋਈ ਪੋਸਟਾਂ ਜਿਹੜੀਆਂ ਭਰਨੀਆਂ, ਉਹਦੇ ਲਈ ਪਹਿਲਾਂ ਉਹ ਭਰਨ ਲਈ ਪ੍ਰਪੋਜ਼ਲ ਜਿਹੜੀ ਆ ਫਾਈਨਾਂਸ ਡਿਪਾਰਟਮੈਂਟ ਨੂੰ ਉਹ ਭੇਜਦੇ ਨੇ। ਫਾਈਨਾਂਸ ਡਿਪਾਰਟਮੈਂਟ ਤੋਂ ਉਹ ਪੋਸਟਾਂ ਸੈਂਕਸ਼ਨ ਹੁੰਦੀਆਂ ਵੀ ਹਾਂ ਵੀ ਸਾਡੇ ਕੋਲ ਇਹਦਾ ਪੈਸਾ ਹੈਗਾ, ਤੁਸੀਂ ਇਹਨਾਂ ਦੀ ਪੋਸਟਾਂ ਦੀ ਭਰਨ ਦੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਕਰ ਦਿਓ। ਫਿਰ ਉਸ ਤੋਂ ਬਾਅਦ ਪਰਸੋਨਲ ਡਿਪਾਰਟਮੈਂਟ ਦੇ ਵਿੱਚ ਜਾਂਦੀ ਆ, ਉਹ ਮਨਜ਼ੂਰੀ ਦਿੰਦੇ ਆ। ਉਸ ਤੋਂ ਬਾਅਦ ਜਿਹੜਾ ਸੰਬੰਧਿਤ ਡਿਪਾਰਟਮੈਂਟ ਹੁੰਦਾ ਉਹ ਪੋਸਟਾਂ ਦੀ ਐਡਵਰਟਾਈਜ਼ ਕਰ ਦਿੰਦਾ। ਐਡਵਰਟਾਈਜ਼ ਕਰਨ ਤੋਂ ਬਾਅਦ ਉਹਦੀਆਂ ਅਰਜ਼ੀਆਂ ਲੈਣੀਆਂ ਹੁੰਦੀਆਂ, ਉਹਨਾਂ ਦੀ ਸਾਰਿਆਂ ਦੀ ਛਾਣਬੀਣ ਕਰਨੀ ਆ। ਛਾਣਬੀਣ ਕਰਨ ਨੂੰ ਇਹ ਸਾਰੇ ਪ੍ਰੋਸੈਸ ਨੂੰ ਘੱਟੋ ਘੱਟ 5-6 ਮਹੀਨੇ ਜਿਹੜੇ ਆ, ਇੱਕ ਪੋਸਟ ਜਿਹੜੀ ਅੱਜ ਨਿਕਲਦੀ ਆ ਉਹਨੂੰ ਪੂਰੀ ਕਰਨ ਨੂੰ ਘੱਟੋ ਘੱਟ 6 ਮਹੀਨੇ ਜਿਹੜੇ ਆ ਉਹ ਲੱਗ ਜਾਂਦੇ ਨੇ। ਔਰ ਜਿੱਥੇ ਤੱਕ ਰਹੀ ਆ, ਔਰ ਦੂਸਰਾ ਕਈ ਵਾਰੀ ਕੀ ਹੁੰਦਾ ਕਿ ਪਿਛਲੀ ਸਰਕਾਰ ਦੀਆਂ ਪੋਸਟਾਂ ਕੱਢੀਆਂ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਰੱਦ ਕਰ ਦਿੰਦੀ ਆ। ਤੇ ਕਈ ਵਾਰੀ ਇਦਾਂ ਵੀ ਹੋਇਆ ਕਿ ਜਿਹੜੀ ਪਹਿਲਾਂ ਪ੍ਰਕਿਰਿਆ ਚੱਲੀ ਰਹਿੰਦੀ ਆ ਤੇ ਉਹਨੂੰ ਸਰਕਾਰ ਛੇੜਦੀ ਨਹੀਂ ਆ, ਉਹ ਗਾਂ ਫਿਰ ਅਗਲੀ ਸਰਕਾਰ ਜਿਹੜੀ ਆ ਉਹਨੂੰ ਭਰਤੀ ਕੈਰੀ ਔਨ ਕਰ ਲੈਂਦੀ ਆ, ਉਹ ਆਪਣੇ ਸਿਰ ਸਿਹਰਾ ਲੈ ਲੈਂਦੀ ਆ ਵੀ ਇਹ ਅਸੀਂ ਜਿਹੜਾ ਆ ਪੋਸਟਾਂ ਹੁਣ ਭਰਨ ਜਾ ਰਹੇ ਹਾਂ, ਨਹੀਂ ਤਾਂ ਅਸੀਂ ਰੱਦ ਵੀ ਕਰ ਸਕਦੇ ਜੀ। ਜੇ ਕੁੱਲ ਮਿਲਾ ਕੇ ਜੇ 1-1.5 ਮਹੀਨੇ ਦੀ ਚਰਨਜੀਤ ਸਿੰਘ ਚੰਨੀ ਦੇ ਗਵਰਨਮੈਂਟ ਦੀ ਆਪਾਂ ਜੇ ਗੱਲ ਕਰੀਏ, ਤੇ ਹਾਲਾਂਕਿ ਚੰਨੀ ਹੁਣਾਂ ਦੇ ਆਉਣ ਨਾਲ ਕਾਂਗਰਸ ਦਾ ਗ੍ਰਾਫ ਜਿਹੜਾ ਆ ਉਹ ਕਾਫੀ ਹੱਦ ਤੱਕ ਜਿਹੜਾ ਉਹ ਵਧਿਆ ਹੈਗਾ। ਲੇਕਿਨ ਜਿਹੜੀਆਂ ਨਿਯੁਕਤੀਆਂ ਜਿਹੜੀਆਂ ਟਵਾਣਾ ਜੀ ਉਹ ਹੋ ਰਹੀਆਂ ਆ, ਉਹ ਕਿਤੇ ਨਾ ਕਿਤੇ ਹਰ ਡਿਪਾਰਟਮੈਂਟ ਦੇ ਵਿੱਚ ਜਿਹੜੇ ਆ ਉਹ ਦਲਿਤ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਜਿਹੜੀ ਤਰਜੀਹ ਦਿੱਤੀ ਜਾ ਰਹੀ ਹੈ, ਜਿਹਨੂੰ ਲੈ ਕੇ ਬਾਕੀ ਜਿਹੜੇ ਕਾਸਟ ਜਿਹੜੇ ਲੋਕ ਨੇ ਉਹ ਥੋੜਾ ਜਿਹਾ ਇਸ ਗੱਲ ਨੂੰ ਜਿਹੜਾ ਹੈ ਬੁਰਾ ਮਨਾ ਰਹੇ ਨੇ ਕਿ ਵੀ ਜਿਵੇਂ ਆਪਾਂ ਕਹਿ ਲਈਏ ਕਿ ਕੋਈ ਵੀ ਜਿਹੜਾ ਕਿਸੇ ਵੀ ਡਿਪਾਰਟਮੈਂਟ, ਜਿੰਨੇ ਵੀ ਮੈਕਸਿਮਮ ਡਿਪਾਰਟਮੈਂਟ ਦੇ ਵਿੱਚ ਉਹ ਆਫੀਸਰ ਆ ਰਹੇ ਨੇ। ਸੋ ਇਹਨਾਂ ਨੂੰ ਲੈ ਕੇ ਕੰਟਰੋਵਰਸੀ ਛਿੜੀ ਹੋਈ ਆ। ਔਰ ਦੂਸਰਾ ਹਾਲੇ ਤੱਕ ਜੇ ਕਹਿ ਲਈਏ ਕਿ ਕੁਝ ਵੀ ਇਹਨਾਂ ਨੇ ਬਿਜਲੀ ਦੇ ਜਿਹੜੇ ਯੂਨਿਟ ਮਾਫ ਕੀਤੇ ਨੇ, ਉਹ ਕਹਿ ਸਕਦੇ ਆ। ਤੇ ਆਉਂਦੇ ਆ ਜਿਹੜੀ ਮੈਂ ਅੱਜ ਇੱਕ ਜਿਹੜੀ ਸਟੇਟਮੈਂਟ ਜਿਹੜੀ ਜਦੋਂ ਚਰਨਜੀਤ ਸਿੰਘ ਚੰਨੀ ਹੁਣਾਂ ਨੇ ਸਹੁੰ ਚੁੱਕੀ ਸੀ ਗਵਰਨਰ ਹਾਊਸ ਦੇ ਵਿੱਚ, ਜਿਹੜੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਸੀ, ਉਹਦੇ ਵਿੱਚ ਜਿਹੜਾ ਪਹਿਲਾ ਇਸ਼ੂ ਉਹਨਾਂ ਨੇ ਚੱਕਿਆ ਸੀ, ਉਹ ਚੱਕਿਆ ਸੀ ਪੰਜਾਬ ਦੇ ਵਿੱਚ ਰੇਤ ਮਾਫੀਏ ਨੂੰ ਖਤਮ ਕਰਨ ਦਾ। ਮੈਂ ਪੂਰਾ ਪੰਜਾਬ ਦੇ ਵਿੱਚ 2 ਮਹੀਨਿਆਂ ਦੇ ਵਿੱਚ ਰੇਤ ਮਾਫੀਆ ਪਰ ਅੱਜ ਉਦਾਂ ਹੀ ਬਜਰੀ ਦੇ ਰੇਟ ਨੇ, ਉਦਾਂ ਹੀ ਰੇਤਾਂ ਦੇ ਰੇਟ ਨੇ, ਉਦਾਂ ਹੀ ਉਹ ਮਾਫੀਆ ਜਿਹੜਾ ਆ ਉਹ ਕੰਮ ਕਰ ਰਿਹਾ, ਉਹਦਾ ਨੈਕਸਸ ਬਿਲਕੁਲ ਨਹੀਂ ਟੁੱਟਾ। ਉਹ ਉਦਾਂ ਹੀ ਜਿਹੜੇ ਆ ਉਹ ਜਿਨ੍ਹਾਂ ਹਲਕਿਆਂ ਦੇ ਵਿੱਚ ਖੱਡਾਂ ਨੇ ਉਹਨਾਂ ਦੇ MLA ਅੱਜ ਵੀ ਉਹ ਵੱਡੇ ਲੈਵਲ ਦੇ ਉੱਤੇ ਉਹਨਾਂ ਤੇ ਐਲੀਗੇਸ਼ਨ ਲੱਗ ਰਹੇ ਨੇ ਕਿ ਉਹ ਜਿਹੜਾ ਆ ਉਹ ਰੇਤ ਦੇ ਵਿੱਚੋਂ ਪੈਸੇ ਕਮਾ ਰਹੇ ਨੇ। ਸੋ ਮੈਂ ਇਹ ਗੱਲ ਕਹਿ ਲਵਾਂ ਕਿ ਕੁੱਲ ਮਿਲਾ ਕੇ, ਕਿਉਂਕਿ
ਕੋਈ ਵੀ ਟਵਾਣਾ ਜੀ ਮੁੱਖ ਮੰਤਰੀ ਆਉਂਦਾ ਉਹਨੂੰ ਇੱਕ ਟਾਈਮ ਚਾਹੀਦਾ ਹੁੰਦਾ ਜੇ ਉਹਨੇ ਆਪਣੇ ਤਰੀਕੇ ਨਾਲ ਪਾਲਿਸੀ ਲਾਗੂ ਕਰਨੀ ਆ, ਕਿਉਂਕਿ ਇਸ ਤੋਂ ਪਹਿਲਾਂ ਜਿਹੜੀ 4.5 ਸਾਲ ਰਹੀ ਆ ਤੇ 4.5 ਸਾਲ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੀ ਸਰਕਾਰ ਨਹੀਂ ਰਹੀ, ਬਲਕਿ ਕੱਲੀ ਅਫਸਰਾਂ ਦੀ ਸਰਕਾਰ ਰਹੀ, ਅਫਸਰਾਂ ਦੀ ਚੱਲਦੀ ਰਹੀ ਆ ਤੇ ਪੋਲੀਟੀਕਲ ਜਿਹੜੇ ਲੋਕ ਆ ਜਿਹਦਾ ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਣਾ, ਕਿਉਂਕਿ ਕਾਂਗਰਸ ਦਾ ਜਿਹੜਾ ਵਰਕਰ ਆ ਉਹ ਡਿਮੋਰਲਾਈਜ਼ ਹੋਇਆ ਪਿਆ, ਕਿਉਂਕਿ ਉਹਨਾਂ ਦੇ ਕੰਮ ਨਹੀਂ ਹੋਏ, ਕਿਸੇ ਐਮਐਲਏ ਦੀ ਕੋਈ ਸੁਣੀ ਨਹੀਂ ਸੀ ਜਾਂਦੀ, ਐਮਐਲਏ ਦਾ ਕੋਈ ਕੰਮ ਨਹੀਂ ਸੀ ਹੁੰਦਾ, ਸਾਰਾ ਹੀ ਸੁਰੇਸ਼ ਕੁਮਾਰ ਜਿਹੜਾ ਉਹ ਚਲਾ ਰਹੇ ਸੀਗੇ। ਤੇ ਸੋ ਕਿਤੇ ਨਾ ਕਿਤੇ ਜਿਹੜੇ ਆ ਉਹ ਹੁਣ ਜੇ ਇਹਨਾਂ ਨੂੰ ਮੌਕਾ ਮਿਲਿਆ ਤੇ ਐਮਐਲਏਆਂ ਦੀ ਵੀ ਜਿਹੜੀ ਆ ਹੁਣ ਉਹ ਹਲਕਿਆਂ ਦੇ ਵਿੱਚ ਥੋੜੀ ਬਹੁਤ ਇਹਨਾਂ ਨੇ ਬਕਾਇਦਾ ਤੌਰ ਤੇ ਚਰਨਜੀਤ ਸਿੰਘ ਚੰਨੀ ਨੇ ਐਮਐਲਏਆਂ ਤੱਕ ਅਪਰੋਚ ਕੀਤੀ ਆ, ਉਹਨਾਂ ਦੇ ਘਰਾਂ ਤੱਕ ਜਾ ਕੇ ਆਏ ਨੇ। ਸੋ ਕਹਿ ਸਕਦੇ ਆ, ਪਰ ਖੁਦ ਚੰਨੀ ਦਾ ਆਪਣਾ ਜਿਹੜਾ ਗ੍ਰਾਫ ਆ, ਚਰਨਜੀਤ ਸਿੰਘ ਚੰਨੀ ਹੋਣਾ ਦਾ, ਮੁੱਖ ਮੰਤਰੀ ਪੰਜਾਬ ਹੋਣਾ ਦਾ, ਉਹਨਾਂ ਦਾ ਗ੍ਰਾਫ ਜ਼ਰੂਰ ਆਪਣਾ ਚੱਕ ਹੋਇਆ। ਹਾਲਾਂਕਿ ਉਹ ਬੀਐਸਐਫ ਵਾਲੇ ਮਾਮਲੇ ਦੇ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਨੇ ਤੇ ਉਹਨਾਂ ਨੇ ਉਹ ਡੈਮੇਜ ਕੰਟਰੋਲ ਕਰਨ ਲਈ ਜਿਹੜਾ ਆ ਉਹ ਬੀਐਸਐਫ ਵਾਲਾ ਜਿਹੜਾ ਮੁੱਦੇ ਦੇ ਵਿੱਚ ਲੈ ਕੇ ਵੀ ਅਸੀਂ ਵਿਧਾਨ ਸਭਾ ਦੇ ਵਿੱਚ ਮਤਾ ਜਿਹੜਾ ਉਹ ਪਾਸ ਕਰਾਂਗੇ, ਰੱਦ ਕਰਾਂਗੇ, ਪਰ ਉਸ ਮਤੇ ਦੀ ਸੰਵਿਧਾਨਿਕ ਵੈਲਿਊ ਕੀ ਹੈ ਇਹ ਬਾਅਦ ਵਿੱਚ ਦੇਖਿਆ ਜਾਣਾ ਆ, ਕਿਉਂਕਿ ਉਹ ਸੈਂਟਰ ਦਾ ਉਹ ਇਸ਼ੂ ਆ ਜਿਹਨੂੰ ਲੈ ਕੇ ਆਪਾਂ ਪਹਿਲਾਂ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਆ ਕਿ ਫੈਡਰਲ ਢਾਂਚੇ ਦੇ ਉੱਤੇ ਜਿਹੜਾ ਆ ਉਹ ਫੈਡਰਲ ਢਾਂਚੇ ਨੂੰ ਤੋੜਿਆ ਜਾ ਰਿਹਾ, ਉਹਦੇ ਵਿੱਚ ਡਾਕਾ ਮਾਰਿਆ ਜਾ ਰਿਹਾ, ਸਾਡੇ ਸਟੇਟਾਂ ਦੇ ਜਿਹੜੇ ਅਧਿਕਾਰ ਖੋਏ ਜਾ ਰਹੇ ਨੇ। ਤੇ ਜੇ ਸਟੇਟ ਦਾ ਅਧਿਕਾਰ ਹੀ ਨਹੀਂ ਆ ਤੇ ਫਿਰ ਸਟੇਟ ਵੱਲੋਂ ਪਾਇਆ ਜਾਇਆ ਮਤਾ ਉਹ ਕਿੱਥੇ ਖੜਾ ਹੋਏਗਾ, ਉਹਦੀ ਕੋਈ ਵੈਲਿਊ ਨਹੀਂ ਹੋਏਗੀ। ਹਾਂ, ਲੋਕਾਂ ਦੇ ਵਿੱਚ ਇੱਕ ਪ੍ਰਚਾਰਨ ਲਈ ਇਹ ਆ ਕਿ ਸਰਕਾਰ ਜਿਹੜਾ ਆਪਣੇ ਲੈਵਲ ਤੇ ਉਦਮ ਕਰ ਰਹੀ, ਜਿਵੇਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨ ਰੱਦ ਕਰਨ ਲਈ ਜਿਹੜਾ ਆ ਉਹ ਮਤਾ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਸੀ ਵੀ ਅਸੀਂ ਆਪਣੇ ਜਿਹੜੇ ਆ ਖੇਤੀ ਕਾਨੂੰਨ ਜਿਹੜਾ ਬਰਿਆਣਾ ਸਾਹਿਬ ਨਹੀਂ ਲਾਗੂ ਕਰਾਂਗੇ। ਜੀ ਬਰਿਆਣਾ ਸਾਹਿਬ ਤੁਹਾਡੇ ਇਲਾਕੇ ਤੋਂ ਨੇ ਬਾਈ ਜੀ ਦਵਿੰਦਰ ਹੀਰਾ ਤੇ ਜਸਕਰਨ ਤੂਰ, ਧੰਨਵਾਦ। ਆਪਣੇ ਸਬਸਕ੍ਰਾਈਬਰ ਵੀ ਨੇ ਇਸੇ ਤਰ੍ਹਾਂ ਬਲਵਿੰਦਰ ਸਿੰਘ ਲਾਡੀ ਸੰਧੂ ਤੇ ਜਸਕਰਨ ਸਿੰਘ ਤੂਰ, ਪਲਾਹੀ ਪਿੰਡ ਹੈ ਇਹਨਾਂ ਦਾ, ਹੁਸ਼ਿਆਰਪੁਰ ਦੇ ਲਾਗੇ, ਤੇ ਵਾਸ਼ਿੰਗਟਨ ਡੀਸੀ ਵਰਜੀਨੀਆ ਰਹਿੰਦੇ ਨੇ, ਤੇ ਦਵਿੰਦਰ ਹੀਰ ਵੀ ਤੁਹਾਡੇ ਇਲਾਕੇ ਤੋਂ ਨੇ, ਤੇ ਜਤਿੰਦਰ ਸਿੰਘ ਹਾਂਸਰਾ ਆਪਣਾ ਕਮਾਲਪੁਰਾ ਜਗਰਾਉਂ ਤੋਂ, ਭਗਵੰਤ ਸਿੰਘ ਦੱਦਾਹੁਰ, ਜਗਜੀਤ ਸਿੰਘ, ਕੁਲਜੀਤ ਸਿੰਘ ਹਮੀਰਾ ਤੇ ਖੁਸ਼ਦੀਪ, ਇਹ ਪੰਜੇ ਭਰਾ ਆਪਣੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ, ਧੰਨਵਾਦ ਹੈ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਵਾਸ਼ਿੰਗਟਨ ਫੀਲਡ ਸਰਵਰ ਵਾਲਿਆਂ ਨੇ। ਸਾਡੇ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਲੰਮੇ ਰੂਟਾਂ ਤੇ ਆਇਓ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਤੁਸੀਂ ਓਨਰ ਆਪਰੇਟਰ ਡਰਾਈਵਰ ਹੋ, ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਆਵਰਲੀ ਪੇ ਕੀਤਾ ਜਾਂਦਾ, ਪ੍ਰਤੀ ਘੰਟਾ ਦੇ ਹਿਸਾਬ ਨਾਲ ਵਧੀਆ ਵੇਤਨ ਦਿੱਤੇ ਜਾਂਦੇ ਨੇ। ਸੰਪਰਕ ਕਰੋ ਜਗਦੇਵ ਸਿੰਘ ਸੰਧੂ ਦਾ ਨੰਬਰ 253 266 6924 253 266 6924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060। ਤੇ ਬਰਿਆਣਾ ਸਾਹਿਬ ਜਿਹੜਾ ਬੀਐਸਐਫ ਦੇ ਮਾਮਲੇ 'ਚ ਇਹ ਹੁਣ ਮਤਾ ਲਿਆਉਣ ਦੀ ਗੱਲ ਕਰਦੇ ਆ, ਹੋਣਾ ਕੁਛ ਨਹੀਂ ਹੈ, ਕਿਉਂਕਿ ਸਟੇਟ ਦਾ ਵੀ ਸੈਂਟਰ ਦਾ ਇਹ ਫਰਜ਼ ਬਣਦਾ ਹੈ ਕਿ ਕੋਈ ਵੀ ਮਤਾ ਅਗਰ ਇਸ ਤਰ੍ਹਾਂ ਦਾ ਕੋਈ ਵੀ ਨੋਟੀਫਿਕੇਸ਼ਨ ਕਾਨੂੰਨ ਲਿਆਉਣਾ ਤਾਂ ਸੰਬੰਧਿਤ ਸਟੇਟ ਤੋਂ ਪੁੱਛਗਿੱਛ ਜ਼ਰੂਰੀ ਹੈ, ਉੱਥੋਂ ਦੇ ਵਿਭਾਗ, ਗ੍ਰਹਿ ਵਿਭਾਗ ਦੀ ਕਿਹੜੀ ਕੋਈ ਫਾਈਨਲ ਰਿਪੋਰਟ ਵੀ ਜ਼ਰੂਰੀ ਹੈ। ਤੇ ਉਹ ਸਾਰਾ ਕੁਝ ਦਰਕਿਨਾਰੇ ਪਹਿਲੀ ਵਾਰੀ ਨਹੀਂ ਕੀਤਾ, ਕਿਉਂਕਿ ਪਹਿਲਾਂ ਜਦੋਂ ਜੀਐਸਟੀ ਕਾਨੂੰਨ ਆਇਆ ਤਾਂ ਉਦੋਂ ਸੂਬੇ ਨੇ ਹੱਥ ਵੱਢ ਕੇ ਸੈਂਟਰ ਨੂੰ ਦੇ ਦਿੱਤੇ। ਮਨਪ੍ਰੀਤ ਬੜਾ ਖੁਸ਼ ਸੀ ਜੀਐਸਟੀ ਤੋਂ, ਪਰ ਹੁਣ ਪਛਤਾ ਰਹੇ ਨੇ। ਉਸ ਤੋਂ ਬਾਅਦ ਇਹ ਜਿਹੜਾ ਬੀਐਸਐਫ ਦਾ ਅਧਿਕਾਰ ਖੇਤਰ ਜਾਂ ਹੋਰ ਕਈ ਕਾਨੂੰਨ ਆਏ, ਐਨਆਈਏ ਦਾ ਆਇਆ, ਹੁਣ ਬੀਐਸਐਫ ਜਿਹੜੀ ਹੈ ਉਹ ਬਹੁਤ ਸਾਰੇ ਗੰਭੀਰ ਕੇਸ ਨੇ, ਉਹ ਪੰਜਾਬ ਨੂੰ ਨਹੀਂ ਮੇਰੇ ਖਿਆਲ ਉਹ ਐਨਆਈਏ ਦੇ ਸਪੁਰਦ ਕਰੇਗੀ, ਜਿਹੜੇ ਇਸ ਤਰ੍ਹਾਂ ਦੇ ਤਸਕਰੀ ਦੇ ਜਾਂ ਕਿਸੇ ਵੱਡੇ ਨੇਤਾ ਦੀ ਸ਼ਮੂਲੀਅਤ ਹੈ ਟ੍ਰੈਫਿਕਿੰਗ ਦੇ ਵਿੱਚ, ਜਾਂ ਜਿਹੜਾ ਨਾਰਕੋਟਿਕਸ ਦਾ ਆ ਗਿਆ, ਜਾਂ ਹਥਿਆਰਾਂ ਦਾ ਆ ਗਿਆ, ਐਨਡੀਪੀਐਸ ਐਕਟ ਦਾ ਆ ਗਿਆ, ਪਾਸਪੋਰਟ ਐਕਟ ਦਾ ਆ ਗਿਆ, ਉਹ ਸਿੱਧੇ ਐਨਆਈਏ ਕੋਲ ਜਾਣਗੇ ਬਜਾਏ ਪੰਜਾਬ ਪੁਲਿਸ ਦੇ। ਮਸਲੇ ਦੀ ਗੰਭੀਰਤਾ ਨੂੰ ਦੇਖਦੇ ਜਾਨੀ ਸਿੱਧੀ ਜਿਹੜੀ ਸ਼ਮੂਲੀਅਤ ਹੈ ਸੈਂਟਰ ਦੀ ਹੋ ਗਈ ਹੈ। ਇਸ ਦੌਰਾਨ ਬਰਿਆਣਾ ਸਾਹਿਬ ਜਿਹੜਾ ਹੁਣ ਇਹ ਮਤਾ ਲਿਆਉਣ ਦਾ ਇਹਨਾਂ ਨੇ ਐਲਾਨ ਕੀਤਾ ਕਿ ਇਹਦੇ ਖਿਲਾਫ ਅਸੀਂ ਮਤਾ ਲਿਆਵਾਂਗੇ ਬੀਐਸਐਫ ਦੇ, ਇਹਦੇ ਮਤੇ ਮੋਤੇ ਨਾਲ ਕੁਛ ਹੋਣਾ ਜਾਂ ਬਸ ਇੱਕ ਟਾਈਮ ਟਪਾਊ ਹੈ? ਚੰਨੀ ਸਾਹਿਬ ਤੇ ਸਵਾਲ ਬਹੁਤ ਖੜੇ ਹੋਏ ਨੇ, ਇਹਦੇ ਤੇ ਗੱਲ ਕਰੋ ਤੇ ਫਿਰ ਆਪਾਂ ਲਖੀਮਪੁਰ ਖੀਰੀ ਦੇ ਗਵਾਹਾਂ ਤੇ ਗੱਲ ਕਰਾਂਗੇ। ਜੀ ਬਰਿਆਣਾ ਸਾਹਿਬ ਕੰਟੀਨਿਊ ਪਲੀਜ਼।
ਕਿਉਂਕਿ ਮੈਂ ਜਿਹੜਾ ਆ BSF ਮੁੱਦੇ ਤੇ ਹੀ ਟਵਾਣਾ ਜੀ ਗੱਲ ਕਰਕੇ ਮੈਂ ਇਸ ਗੱਲ ਦੀ ਆਪਣੀ ਅੱਜ ਗੁਸਤਾਖੀ ਚਾਹਾਂਗਾ ਕਿ ਮੇਰੇ ਕੋਲ ਥੋੜਾ ਜਿਹਾ ਸਮੇਂ ਦੀ ਘਾਟ ਕਰਕੇ ਮੇਰੇ ਮਸ਼ਰੂਫੀਅਤਾਂ ਹੋਰ ਥੋੜੇ ਚਿਰਾਂ ਬਾਅਦ ਮੈਂ ਸਿਰਫ BSF ਵਾਲੇ ਮੁੱਦੇ ਤੇ ਹੀ ਗੱਲ ਕਰਕੇ ਸਮਾਪਤੀ ਕਰਾਂਗਾ। ਦੇਖੋ, ਇਹਦੇ ਵਿੱਚ ਜਿਹੜੀ ਮੇਰੀ ਕੱਲ ਇੱਕ BSF ਦੇ ਰਿਟਾਇਰਡ ਅਧਿਕਾਰੀ ਨਾਲ ਜਿਹੜੀ ਉਹ ਗੱਲ ਹੋਈ ਸੀ, ਇਹਦੇ ਵਿੱਚ ਮੈਂ ਦਰਸ਼ਕਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦਾ ਆ ਕਿ ਜਿਹੜੇ BSF ਦੇ ਲੀਡਰ, ਜਿਹੜੇ BSF ਦੇ ਸਾਬਕਾ ਅਧਿਕਾਰੀ ਨੇ, ਉਹਨਾਂ ਦਾ ਮੰਨਣਾ ਇਹ ਆ ਕਿ ਇਹਦਾ ਕੋਈ ਬਹੁਤਾ ਜਿਹੜਾ ਆ ਉਹ ਫਾਇਦਾ ਨਹੀਂ ਹੋਏਗਾ। ਹਾਲਾਂਕਿ ਉਹਨਾਂ ਅਧਿਕਾਰੀਆਂ ਦੀ ਇਹ ਆਪਣੀ ਰਾਏ ਆ, ਇਹਦਾ ਬਾਅਦ ਵਿੱਚ ਪਤਾ ਲੱਗੇਗਾ ਕਿ ਇਹਦਾ ਫਾਇਦਾ ਹੋਇਆ ਕਿ ਨਹੀਂ ਹੋਇਆ। ਕਿ ਜਿਵੇਂ ਅਸੀਂ ਇਹ ਗੱਲ ਕਹਿ ਰਹੇ ਨੇ ਕਿ ਡਰੱਗ ਵਾਲੇ ਮੁੱਦੇ ਦੇ ਵਿੱਚ ਸ਼ਾਇਦ BSF ਦੀ ਜਿਹੜੀ ਭੂਮਿਕਾ ਆ ਉਹ ਵਧੀਆ ਹੋ ਸਕਦੀ ਆ, ਡਰੱਗ ਨੂੰ ਕੰਟਰੋਲ ਕਰਨ ਦੇ ਵਿੱਚ BSF ਕਾਫੀ ਸਹਾਈ ਹੋ ਸਕਦੀ ਆ, ਕਿਉਂਕਿ ਇਸ ਤੋਂ ਪਹਿਲਾਂ ਜੇਲ੍ਹਾਂ ਦੇ ਜਿਹੜੇ ਸੁਪਰਡੈਂਟ ਆ BSF ਦੇ ਵਿੱਚੋਂ ਲਿਆ ਕੇ ਲਗਾਏ ਨੇ ਔਰ ਉੱਥੋਂ ਕਾਫੀ ਚੀਜ਼ਾਂ ਜਿਹੜੀਆਂ ਕੰਟਰੋਲ ਹੋਣੀਆਂ ਸ਼ੁਰੂ ਹੋ ਗਈਆਂ ਜੇਲ੍ਹਾਂ ਦੇ ਵਿੱਚੋਂ। ਤੇ ਤਾਂ ਹੀ ਆ ਕਿ ਜੱਗੂ ਭਗਵਾਨਪੁਰੀਆ ਵਰਗੇ ਗੈਂਗਸਟਰ ਜਿਹੜੇ ਨੇ, ਵੱਡੇ ਵੱਡੇ ਗੈਂਗਸਟਰ ਇੱਥੋਂ ਪੰਜਾਬ ਤੋਂ ਤਿਹਾੜ ਜਾ ਬੈਠੇ ਨੇ ਆਪਣੇ ਅਸਰ ਸੂਖ ਦੇ ਨਾਲ। ਔਰ ਦੂਸਰੀ ਗੱਲ ਇਹ ਆ ਕਿ ਸਮਝਣਾ ਪਏਗਾ ਕਿ BSF ਇੱਕ ਪ੍ਰੋਸੀਕਿਊਸ਼ਨ ਏਜੰਸੀ ਨਹੀਂ ਆ। BSF ਸਿਰਫ ਇੱਕ ਕਹਿ ਸਕਦੇ ਆ ਕਿ ਇੱਕ ਬਾਰਡਰ ਦੇ ਉੱਤੇ ਹੀ ਜਿਹੜਾ ਆ ਉਹਦੀ ਰੱਖਿਆ ਕਰਨ ਲਈ ਉਹ ਬਣਾਈ ਗਈ ਸੀਗੀ। ਹੁਣ ਸਵਾਲ ਇਹ ਉੱਠਦਾ ਕਿ ਉਹ ਆਣ ਕੇ 150 ਕਿਲੋਮੀਟਰ 50 ਕਿਲੋਮੀਟਰ ਅੰਦਰ ਆਣ ਕੇ ਕੀ ਕਰ ਸਕਦੀ ਆ। ਸੋ ਉਹਦੇ ਵਿੱਚ BSF ਸਿਰਫ ਪੰਜਾਬ ਪੁਲਿਸ ਨੂੰ ਨਾਲ ਲੈ ਕੇ ਜਾਂ ਆਪਣੇ ਤੌਰ ਦੇ ਉੱਤੇ ਵੀ ਜੇ ਰੇਡ ਮਾਰਦੀ ਆ ਤੇ ਜੇ ਫੜ ਲੈਂਦੀ ਆ ਤੇ ਫਿਰ ਵੀ FIR ਕਰਨ ਦਾ ਅਧਿਕਾਰ ਜਿਹੜਾ ਆ ਉਹ BSF ਦੇ ਕੋਲ ਨਹੀਂ ਆ। ਉਹ ਫੜ ਕੇ ਫਿਰ ਉਹਨੂੰ ਪੰਜਾਬ ਪੁਲਿਸ ਦੇ ਕੋਲ ਹੀ FIR ਜਿਹੜੀ ਰਜਿਸਟਰਡ ਕਰਨੀ ਪਏਗੀ। ਜਿੱਥੇ ਜਿਹੜੀ ਤੁਸੀਂ NIA ਨੂੰ ਗੱਲ ਕਹਿ ਰਹੇ ਸੀਗੇ ਕਿ NIA ਨੂੰ ਸਿੱਧੀ BSF ਜਿਹੜਾ ਆ ਉਹ ਜਾਂਚ ਦੇਗੀ, ਨਹੀਂ, ਇਸ ਤਰ੍ਹਾਂ ਜਿਹੜਾ ਆ ਉਹ ਜਾਂਚ ਜਿਹੜੀ ਆ ਉਹ BSF ਸਿੱਧੀ NIA ਨੂੰ ਨਹੀਂ ਦੇ ਸਕਦੀ। ਉਹਦਾ ਕਾਰਨ ਹੈ ਕਿ ਜਿਹੜੀ FIR ਜਿਹੜੀ ਰਜਿਸਟਰਡ ਹੋਣੀ ਆ ਉਹ ਪੰਜਾਬ ਪੁਲਿਸ ਵੱਲੋਂ ਹੀ ਹੋਣੀ ਆ ਔਰ ਜਦੋਂ FIR ਪੰਜਾਬ ਪੁਲਿਸ ਵੱਲੋਂ ਹੋ ਗਈ ਉਹ ਸਟੇਟ ਸਬਜੈਕਟ ਜਿਹੜਾ ਆ ਹੋ ਜਾਂਦਾ ਆ ਤੇ ਉਹ ਸਟੇਟ ਹੀ ਫਿਰ ਜਿਹੜਾ ਆ ਉਹ NIA ਨੂੰ ਦਿੰਦੀ ਜਾਂਚ। ਜਿੰਨੇ ਵੀ ਜਿਹੜੇ ਕੇਸ ਹੋਏ ਨੇ ਪੰਜਾਬ ਦੇ ਵਿੱਚ ਉਹ ਪੰਜਾਬ ਨੇ ਬਕਾਇਦਾ ਤੌਰ ਤੇ NIS ਨੂੰ ਭੇਜੇ ਨੇ। NSI ਸਿੱਧੇ ਜਿਹੜੇ ਆ ਆਪ ਉਹ ਬਹੁਤ ਘੱਟ ਜਿਹੜਾ ਆ ਕੇਸ ਉਹ ਜਿਹੜਾ ਉਹ ਲੈਂਦੀ ਆ। ਸਟੇਟ ਹੀ ਜਦੋਂ ਜਿੱਥੇ ਲੱਗਦਾ ਕਿ ਇਹਦੇ ਵਿੱਚ ਹੋਰ ਸਟੇਟਾਂ ਦੇ ਜਿਹੜੇ ਕ੍ਰਿਮੀਨਲ ਇਨਵੋਲਵ ਨੇ, ਚਾਹੇ ਜਾਂ ਉਹ ਕਹਿ ਸਕਦੇ ਆ ਕਿ ਅੱਤਵਾਦ ਨਾਲ ਸੰਬੰਧਿਤ ਕੋਈ ਇਸ਼ੂ ਹੋਵੇ ਜਾਂ ਜਿਹਦੇ ਵਿੱਚ ਕੋਈ ਹਥਿਆਰਾਂ ਦੀ ਵੱਡੇ ਲੈਵਲ ਤੇ ਸਮਗਲਿੰਗ ਹੋਵੇ, ਜਾਂ ਜਿਵੇਂ ਭਿੱਖੀ ਪਿੰਡ ਦੇ ਵਿੱਚ ਉਹ ਕਾਮਰੇਡ ਬਲਵਿੰਦਰ ਸਿੰਘ ਦਾ ਮਰਡਰ ਹੋਵੇ। ਸੋ ਇਦਾਂ ਦੇ ਟਾਰਗੇਟਿੰਗ ਕਿਲਿੰਗ ਹੋਣ ਜਿਹੜੀਆਂ ਕਿ ਜਿਹਦੇ ਵਿੱਚ ਪਾਕਿਸਤਾਨ ਤੋਂ ਇਨਵੋਲਵਮੈਂਟ ਹੋਵੇ ਜਾਂ ਕਿਸੇ ਹੋਰ ਕੰਟਰੀ ਤੋਂ ਇਨਵੋਲਵਮੈਂਟ ਹੋਵੇ, ਉਹ ਕੇਸ ਜਿਹੜੇ ਆ NIA ਨੂੰ ਦਿੱਤੇ ਜਾਂਦੇ ਨੇ। ਹਾਂ, ਜੇ BSF ਕੋਈ ਵੱਡਾ ਕੇਸ ਜਿਹੜਾ ਆ ਉਹ ਕਰੈਕ ਕਰ ਲੈਂਦੀ ਆ, ਚਾਹੇ ਡਰੱਗ ਦਾ ਹੋਵੇ ਜਾਂ ਉਹ ਕਹਿ ਸਕਦੇ ਆ ਕਿ ਸਟੇਟ ਦੇ ਖਿਲਾਫ ਕੋਈ ਵੱਡਾ ਸਾਜ਼ਿਸ਼ ਰਚੀ ਗਈ ਹੋਵੇ, ਪੰਜਾਬ ਦੇ ਖਿਲਾਫ ਜਾਂ ਦੇਸ਼ ਦੇ ਖਿਲਾਫ ਕੋਈ ਸਾਜ਼ਿਸ਼ ਰਚੀ ਜਾਂਦੀ ਆ, ਤੇ BSF ਉਹ ਇੰਟੀਮੇਸ਼ਨ ਦੇ ਸਕਦੀ ਆ, ਉਹਦੇ ਕੋਲ ਅਧਿਕਾਰ ਨਹੀਂ ਆ। ਦੂਸਰਾ, ਉਸ ਅਧਿਕਾਰੀ ਦਾ ਕਹਿਣਾ ਇਹ ਸੀਗਾ ਕਿ BSF ਦੇ ਵਿੱਚ ਜਿਹੜੇ ਨੇ ਉਹ ਕਿਉਂਕਿ ਪੰਜਾਬ ਤੋਂ ਇਕੱਲੇ ਅਧਿਕਾਰੀ ਨਹੀਂ ਹੁੰਦੇ ਔਰ ਵੱਖ-ਵੱਖ ਸਟੇਟਾਂ ਤੋਂ ਆਏ ਹੋਏ ਜਿਹੜੇ ਆ, ਜੇ ਕਹਿ ਲਈਏ ਕਿ ਜੇ ਆਪਾਂ ਅਟਾਰੀ ਬਾਰਡਰ ਦੀ ਗੱਲ ਕਰੀਏ, ਜਿਹੜੀ ਅਟਾਰੀ ਬਾਰਡਰ ਦੇ ਉੱਤੇ ਜਿਹੜੀ ਕੰਪਨੀ ਆ ਉਹਦੇ ਵਿੱਚ ਕੋਈ ਹਿਮਾਚਲ ਦਾ ਆ, ਕੋਈ ਹਰਿਆਣੇ ਦਾ, ਕੋਈ ਜੰਮੂ ਕਸ਼ਮੀਰ ਦਾ, ਕੋਈ ਕਿਤੇ ਦਾ। ਜਦੋਂ ਕੱਲ ਨੂੰ ਉਹ ਬੰਦਾ ਉਹਦੀ ਹਰ ਸਾਲ ਬਾਅਦ ਜਾਂ 2 ਸਾਲ ਬਾਅਦ ਉਹਦੀ ਕੰਪਨੀ ਜਿਹੜੀ ਆ ਉਹ ਬਦਲ ਕੇ ਮੰਨ ਲਓ ਅਰੁਣਾਚਲ ਪ੍ਰਦੇਸ਼ ਜਿਹੜੀ ਆ ਉਹ ਚਲ ਜਾਂਦੀ ਆ ਜਾਂ ਬੰਗਲਾਦੇਸ਼ ਦੇ ਬਾਰਡਰ ਤੇ ਚਲ ਜਾਂਦੀ ਆ, ਫਿਰ ਕੱਲ ਨੂੰ ਜਦੋਂ ਕਿਸੇ ਦੀ ਗਵਾਹੀ ਹੋਏਗੀ, ਮੰਨ ਲਓ ਹੁਣ ਇੱਕ FIR BSF ਦੇ ਵੱਲੋਂ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਜਾਂਦੀ ਆ, ਲੇਕਿਨ ਉੱਥੇ ਗਵਾਹੀ ਫਿਰ BSF ਦੇ ਅਧਿਕਾਰੀ ਵੱਲੋਂ ਹੀ ਜਿਹੜੀ ਦੇਣੀ ਪਏਗੀ। ਤੇ ਜਦੋਂ ਗਵਾਹੀ ਦਾ ਟਾਈਮ ਹੋਇਆ ਤੇ ਉਹ ਪਤਾ ਨਹੀਂ ਆ ਉਹ ਅਫਸਰ
ਉਹ ਕਿੱਥੇ ਪਹੁੰਚਿਆ ਹੋਊਗਾ, ਬੰਗਾਲ ਦੇ ਬਾਰਡਰ ਤੇ ਹੋਏਗਾ, ਮੁੜ ਕੇ ਉਹਨੂੰ ਫਿਰ ਦੁਬਾਰਾ BSF ਦੇ ਵਿੱਚੋਂ ਲੱਭ ਕੇ ਸੰਮਣ ਜਾਇਆ ਕਰਨਗੇ। ਇਦਾਂ ਦੀਆਂ ਕਈ ਪ੍ਰੋਬਲਮਸ ਜਿਹੜੀਆਂ ਆ ਉਹ ਇਹਦੇ ਵਿੱਚ ਆਉਣੇ ਵਾਲੀਆਂ ਨੇ। ਤੁਸੀਂ ਕਾਫੀ ਹਵੇਲੀਆਂ ਪਿੰਡ ਜਿਹੜਾ ਹੁਣ ਚਰਚਾ ਚ ਆਇਆ, ਮੇਰੇ ਖਿਆਲ ਇਹਦਾ ਪ੍ਰਗਟ ਦਾ ਪਿੰਡ ਵੀ ਉਹੀ ਹੈ ਜਿਹੜਾ ਲਖਵੀਰ ਟੀਟਾ ਕੇਸ ਦੇ ਵਿੱਚ ਆਇਆ। ਹਵੇਲੀਆਂ ਪਿੰਡ ਬੜਾ ਬਦਨਾਮ ਪਿੰਡ ਹੈ, ਤੁਸੀਂ ਕਾਫੀ ਵਿਜ਼ਿਟ ਉੱਥੇ ਕੀਤੀਆਂ ਸੀ ਐਕਸਕਲੂਸਿਵ। ਬਰੈਣਾ ਸਾਹਿਬ, ਹੁਣ ਸਵਾਲ ਪੈਦਾ ਹੁੰਦਾ ਹੈ ਕਿ 15 ਕਿਲੋਮੀਟਰ ਏਰੀਆ ਬਹੁਤ ਸਖਤ ਹੈ, ਕਿਉਂਕਿ 15 ਕਿਲੋਮੀਟਰ ਚੋਂ ਲੰਘ ਕੇ ਅੱਗੇ ਜਾਣਾ, ਇਹ ਤਾਂ ਹੈ ਨਹੀਂ ਕਿ ਡਰੋਨ 20 ਕਿਲੋਮੀਟਰ ਤੇ ਜਾ ਕੇ ਲੱਗਦਾ। ਕੀ ਇੰਨੇ ਸੰਘਣੇ ਏਰੀਏ ਚੋਂ ਜਾਂ ਉਹਦੀ ਡਿਪਲਾਇਮੈਂਟ, ਉਹਦਾ ਅਧਿਕਾਰ ਖੇਤਰ ਵਧੇਗਾ, ਉਹਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਵੀ 15 ਕਿਲੋਮੀਟਰ ਤੋਂ ਬਾਹਰ ਜਾਣਗੀਆਂ? ਕਾਰਨ ਕੀ ਹੈ ਕਿ ਇਹਦੇ ਨਾਲ BSF ਨੂੰ ਕੀ ਪੋਜ਼ਿਟਿਵ ਮਿਲੇਗਾ ਤੁਹਾਡੇ ਮੁਤਾਬਕ? ਕਿਉਂਕਿ 15 ਕਿਲੋਮੀਟਰ ਏਰੀਆ ਸਾਰਾ ਰਿਮੋਟ ਏਰੀਆ ਜਿੱਥੇ ਇਹ ਸਾਰਾ ਕੁਝ, ਉੱਥੋਂ ਅੱਗੇ ਟ੍ਰੈਫਿਕਿੰਗ ਹੁੰਦੀ ਹੈ। ਜੇ 15 ਚ ਉੱਡ ਕੇ, ਇਹ ਤਾਂ ਹੈ ਨਹੀਂ ਕਿ ਪਾਕਿਸਤਾਨ ਚ ਛਾਲ ਮਾਰੀ 15 ਕਿਲੋਮੀਟਰ ਗਾਂਹ ਜਾ ਕੇ ਡਿੱਗਿਆ, ਉਹ ਡਿੱਗਦੀ ਤਾਂ ਪਹਿਲਾਂ ਕੰਡਿਆਲੀ ਤਾਰ ਦੇ ਨੇੜੇ ਹੀ ਹੈ ਨਾ, ਪਾਈਪਾਂ ਦੇ ਰਾਹੀਂ ਡਿੱਗਦੀ ਹੈ, ਭਗਾ ਕੇ ਮਾਰਦੇ ਨੇ। ਹੁਣ ਡਰੋਨ ਆ ਗਏ ਨੇ, ਡਰੋਨ ਕਿੰਨਾ ਕੁ ਉੱਡ ਸਕਦਾ ਹੈ, ਤੇ ਉਸ ਦੌਰਾਨ ਲਾਈਟਿੰਗ ਪ੍ਰਬੰਧ ਚਾਹੀਦੇ ਨੇ, ਉਹਨੂੰ ਸੁੱਟਿਆ ਜਾ ਸਕਦਾ ਕਿਸੇ ਤਰੀਕੇ ਨਾਲ, ਜਿਹੜੀ ਚੌਕਸੀ ਹੈ ਵਧਾਈ ਜਾ ਸਕਦੀ ਹੈ। ਕੀ 15 ਤੋਂ 50 ਕਰਨਾ ਇੱਕ ਸਿੱਧੀ ਖੁਦਮੁਖਤਾਰੀ ਤੋੜਨ ਦੀ ਗੱਲ ਨਹੀਂ ਸਟੇਟਾਂ ਦੀ? ਜੀ ਦੇਖੋ, ਮੈਂ ਪਹਿਲਾਂ ਇਹ ਗੱਲ ਕਹਿ ਚੁੱਕਾ ਕਿ ਪੋਲੀਟੀਕਲੀ ਇਹ ਬੜਾ ਵੱਡਾ ਮੁੱਦਾ ਆ, ਲੇਕਿਨ ਜੇ ਆਪਾਂ ਕਹਿ ਸਕਦੇ ਹਾਂ ਕਿ ਡਰੱਗ ਵਾਲੇ ਮੁੱਦੇ ਦੇ ਵਿੱਚ ਜੇ ਪੰਜਾਬ ਨੂੰ ਬਚਾਉਣਾ ਆ ਤੇ ਇਹਨੂੰ ਇਹ ਐਕਸਪੈਰੀਮੈਂਟ ਕਰ ਲਿਆ ਜਾਣਾ ਚਾਹੀਦਾ ਹੈ। ਕੋਈ ਮਾੜੀ ਗੱਲ ਨਹੀਂ ਹੈ ਜੇ ਕਿਸੇ ਦਾ ਕੋਈ ਧੀ ਪੁੱਤ ਡਰੱਗ ਦੇ ਕੇਸ ਤੋਂ ਬਚਦਾ ਆ ਤੇ ਉਹ ਚੰਗੀ ਗੱਲ ਉਹਦੇ ਵਾਸਤੇ ਆ। ਸੋ ਜਦੋਂ ਮੈਂ ਹੁਣ ਸਭ ਤੋਂ ਪਹਿਲਾਂ ਮੈਂ ਇੱਕ ਬਾਰਡਰ ਦੀ ਸਿਚੁਏਸ਼ਨ ਜਿਹੜੀ ਆ ਉਹ ਸਾਰੇ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਦਾ ਕਿ ਮੈਂ ਹਵੇਲੀਆਂ ਪਿੰਡ ਦੇ ਵਿੱਚ ਜਿਹੜਾ ਆ ਹਵੇਲੀਆਂ ਪਿੰਡ ਦੇ ਵਿੱਚ ਜਿਹੜਾ ਆ ਮੈਂ ਗਿਆ ਸੀ। ਕੀ ਬਾਰਡਰ ਤੇ ਕੀ ਹੁੰਦਾ ਕਿ ਜਦੋਂ ਅਸੀਂ ਬਾਹਰਲੇ ਕਿਸੇ ਦੂਰ ਦੇ ਪਿੰਡ ਤੋਂ ਤੁਸੀਂ ਇੱਕ ਜਾਣੇ ਆ ਬਾਰਡਰ ਦੇ ਉੱਤੇ ਤੇ ਤੁਹਾਨੂੰ ਤੁਹਾਡੇ ਮਨ ਦੇ ਉੱਤੇ ਇੱਕ ਅਜੀਬ ਜਿਹੀ ਦਹਿਸ਼ਤ ਹੋਏਗੀ, ਤੁਸੀਂ ਡਰੋਗੇ ਕਿ BSF ਦੀ ਚੌਂਕੀਆਂ ਨੂੰ ਨਹੀਂ ਜਾਣਾ। ਲੇਕਿਨ ਜਿਹੜਾ ਕਿਉਂਕਿ ਹਵੇਲੀਆਂ ਪਿੰਡ ਦੇ ਵਿੱਚ ਦੀ ਬਾਰਡਰ ਜਿਹੜਾ ਆ ਉਹ ਲੰਘਦਾ ਆ ਔਰ ਬਿਲਕੁਲ ਜਿਹੜੀ ਫੈਂਸਿੰਗ ਆ ਉਹ ਪਿੰਡ ਦੇ ਵਿੱਚੋਂ ਦੀ ਹੋ ਕੇ ਜਿਹੜੀ ਆ ਉਹ ਲੰਘਦੀ ਆ ਤੇ ਜਿਹੜਾ ਇੱਕ ਬੱਚਾ ਜੰਮਦਾ ਆ ਉਹ ਜੰਮਦਾ ਹੀ ਉਹਨਾਂ BSF ਵਾਲਿਆਂ ਦੇ ਵਿੱਚ ਖੇਲਦਾ ਆ, ਕੰਡਿਆਲੀ ਤਾਰ ਦੇ ਲਾਗੇ ਤੱਕ ਜਾਂਦਾ ਆ, ਕੰਮ ਕਰਦੇ ਆ। ਸੋ ਉਹਨਾਂ ਦੇ ਅੰਦਰ ਜਿਹੜਾ BSF ਦਾ ਖੌਫ ਜਿਹੜਾ ਖਤਮ ਹੋ ਜਾਂਦਾ ਆ। ਤੇ ਉਦੋਂ ਮੈਂ ਸਟੋਰੀ ਇਹ ਕੀਤੀ ਸੀਗੀ ਕਿ ਕਿਵੇਂ ਹਵੇਲੀਆਂ ਪਿੰਡ ਦੇ ਵਿੱਚ 20 ਤੋਂ ਲੈ ਕੇ ਵੀ ਬਾਰਡਰ ਦੇ ਜਿਹੜੇ ਖਾਸ ਕਰਕੇ ਪਿੰਡ ਨੇ 12 13 ਸਾਲ ਦੇ ਬੱਚੇ ਜਿਹੜੇ ਆ ਉਹ ਪੈਕਟ ਚੱਕ ਕੇ ਜਿਹੜੇ ਆ ਉਹ ਲੈ ਆਉਂਦੇ ਆ। ਹੁਣ ਉਹ ਕਿੱਦਾਂ ਲਿਆਉਂਦੇ ਨੇ ਕਿ ਜਿਹੜਾ ਬੱਚਾ ਖੇਲਦਾ ਆ ਉਹਨੂੰ ਪਤਾ ਆ ਕਿ ਇੱਕ 100 ਮੀਟਰ ਦਾ ਜਿਹੜਾ ਆ 100 ਜਾਂ 200 ਮੀਟਰ ਦੇ ਵਿੱਚ ਜਿਹੜਾ BSF ਦਾ ਜਿਹੜਾ ਜਵਾਨ ਆ ਉਹ ਪੈਟਰੋਲਿੰਗ ਕਰਦਾ ਆ। ਔਰ ਉਹਦਾ ਕੀ ਹੁੰਦਾ ਕਿ ਜਦੋਂ ਉਹ ਪੈਟਰੋਲਿੰਗ ਕਰਦਾ ਆ ਤੇ ਉਹ ਜਿਹੜਾ ਬੱਚਾ ਆ ਉਹ ਦੇਖਦਾ ਆ ਕਿ ਇਹਨੂੰ ਕਿੰਨਾ ਟਾਈਮ ਜਾਣ ਨੂੰ ਲੱਗਾ, ਵਾਪਸ ਕਿੰਨਾ ਟਾਈਮ ਆਉਣ ਲੱਗਾ, ਇਨ ਬਿਟਵੀਨ ਪੂਰਾ ਉਹਦੇ ਕੋਲ ਕਿੰਨਾ ਟਾਈਮ ਜਿਹੜਾ ਆ ਉਹ ਬਚਦਾ ਆ। ਸੋ ਇਹਦੇ ਦੌਰਾਨ ਹੀ ਜਿਹੜਾ ਆ ਉਹ ਟਾਈਮ, ਕਿਉਂਕਿ ਇੱਕ ਜਵਾਨ ਜਿਹੜਾ ਆ ਅੱਧਾ ਕਿਲੋਮੀਟਰ ਤਕਰੀਬਨ ਜਿਹੜਾ ਆ ਉਹਦੇ ਤੇ ਪੈਟਰੋਲਿੰਗ ਜਿਹੜੀ ਆ ਉਹ ਕਰਦਾ ਆ, ਕਿਉਂਕਿ ਜੇ ਉੱਥੇ ਨਫਰੀ ਜੇ ਜ਼ਿਆਦਾ ਵਧਾਈ ਜਾਵੇ ਤੇ ਬਹੁਤ ਜ਼ਿਆਦਾ ਨਫਰੀ ਲੱਗੇਗੀ ਤੇ ਹਜ਼ਾਰਾਂ ਕਿਲੋਮੀਟਰ ਜਿਹੜਾ ਲੰਬਾ ਬਾਰਡਰ ਆ ਜਿਹੜਾ BSF ਦੇ ਅੰਡਰ ਆਉਂਦਾ ਆ। ਸੋ ਅੱਧੇ ਕਿਲੋਮੀਟਰ ਨੂੰ ਇੱਕ ਕਿਲੋਮੀਟਰ ਨੂੰ ਇੱਕ ਜਵਾਨ ਜਿਹੜਾ ਕਵਰ ਕਰਦਾ ਹੈ ਤਾਂ ਇਨ ਬਿਟਵੀਨ ਹੀ ਪਾਈਪਾਂ ਪਾ ਕੇ ਰਾਤ ਨੂੰ ਉਹ ਜਿਹੜਾ ਆ ਉਹ ਦਵਾ ਸਿੱਟ ਕੇ ਤੇ ਉਹ ਆਪਣੇ ਨਿਕਲ ਜਾਂਦੇ ਨੇ। ਤੇ ਜਿਹੜੇ ਖਾਸ ਕਰਕੇ ਬੱਚੇ ਆ ਉਹੀ ਚੱਕ ਕੇ ਜਿਹੜਾ ਆ ਉਹ ਉੱਥੋਂ ਡਰੱਗ ਜਿਹੜੀ ਆ ਚੱਕ ਕੇ ਲੈ ਆਉਂਦੇ ਨੇ। ਸੋ ਉਹ ਪਿੰਡ ਜਿਹੜਾ ਆ ਇਹ BSF ਦੀ ਬਦੌਲਤ ਹੀ ਇਹ ਹੋਇਆ ਕਿ ਹਵੇਲੀਆਂ ਪਿੰਡ ਦੇ ਜਿਹੜੇ ਆ ਇੰਨੇ ਵੱਡੇ ਲੈਵਲ ਤੇ ਲੋਕ BSF ਦੀ ਇਨਫੋਰਮੇਸ਼ਨ ਤੇ ਫੜ ਹੋਏ ਕਿ 75% ਲੋਕਾਂ ਦੇ ਉੱਤੇ FIR ਡਰੱਗ ਦੀ ਜਿਹੜੀ ਆ ਦਰਜ ਆ। 75% ਜਿਹੜਾ ਆ ਉਹ ਪਿੰਡ ਜਿਹੜਾ ਆ
ਉਹ ਸਮਗਲਰਸ ਦਾ ਪਿੰਡ ਮੰਨਿਆ ਜਾਂਦਾ, ਖਾਸ ਕਰਕੇ ਹਵੇਲੀਆਂ ਪਿੰਡ। ਕੱਲਾ ਹਵੇਲੀਆਂ ਹੀ ਨਹੀਂ, ਉਸ ਦੇ ਨਾਲ ਨਸ਼ਹਿਰਾ ਆ, ਰਾਜਾ ਤਾਲ ਆ, ਬਹੁਤ ਸਾਰੇ ਪਿੰਡ ਨੇ ਅੱਗੇ ਅੱਗੇ ਬਾਰਡਰ ਦੇ, ਖੇਮਕਰਨ ਦੇ ਵਿੱਚ, ਭਿੱਖੀਵਿੰਡ ਦੇ ਵਿੱਚ, ਖਾਲੜਾ ਆਲੂ ਤੇ ਫਿਰੋਜ਼ਪੁਰ ਬਾਰਡਰ ਆਲੂ। ਸੋ ਬਹੁਤ ਸਾਰੇ ਇਸ ਤਰ੍ਹਾਂ ਦੇ ਪਿੰਡ ਹੈਗੇ ਨੇ ਜਿਹੜੇ ਜਿੱਥੇ ਬਾਰਡਰ ਬਿਲਕੁਲ ਪਿੰਡਾਂ ਦੇ ਵਿੱਚੋਂ ਦੀ ਹੋ ਕੇ ਨਿਕਲਦਾ ਆ। ਹੁਣ ਰਹੀ ਗੱਲ ਕਿ 15 ਕਿਲੋਮੀਟਰ ਤੇ 50 ਕਿਲੋਮੀਟਰ ਦੇ ਵਿੱਚ ਕੀ ਫਰਕ ਪੈਂਦਾ ਆ, ਕਿਉਂਕਿ 15 ਕਿਲੋਮੀਟਰ ਦੇ ਵਿੱਚ ਇਹ ਪੂਰਾ ਇਹਨੂੰ ਕੰਟਰੋਲ ਨਹੀਂ ਸੀ ਕਰ ਪਾਉਂਦੇ, ਜਿਹੜੀ ਨਾਕੇਬੰਦੀ ਸੀਗੀ ਉਹ ਪ੍ਰੋਪਰ ਕਰ ਨਹੀਂ ਸੀ ਪਾਉਂਦੇ। ਹੁਣ ਇਹ ਆ ਕਿ ਪੰਜਾਬ ਪੁਲਿਸ ਨਾਲ ਮਿਲ ਕੇ BSF ਜਿਹੜੀ ਆ ਆਪਣੀ ਇਨਫੋਰਮੇਸ਼ਨ ਦੇ ਉੱਤੇ ਉਹ ਆਪ ਨਾਕੇਬੰਦੀ ਲਾ ਕੇ ਆਪ ਰੇਡ ਕਰਕੇ ਉਹ ਫੜ ਕੇ ਪੰਜਾਬ ਪੁਲਿਸ ਦੇ ਹਵਾਲੇ ਦੇ ਦਿੰਦੀ ਸੀ। ਅੱਗੇ ਕੀ ਸੀਗਾ, ਇਹਨਾਂ ਨੂੰ ਵੀ ਇਹ ਗੱਲ ਦਾ ਪਤਾ ਸੀ ਕਿ 50 ਕਿਲੋਮੀਟਰ ਤੱਕ ਜਿਹੜਾ 15 ਕਿਲੋਮੀਟਰ ਤੱਕ ਹੈਗਾ ਤਾਂ 5 ਮਿੰਟ ਦੇ ਵਿੱਚ ਬੰਦਾ 15 ਕਿਲੋਮੀਟਰ ਟੱਪ ਕੇ ਪਰੇ ਚੱਲ ਜਾਂਦਾ ਸੀ ਤੇ BSF ਉੱਥੇ ਕੁਝ ਨਹੀਂ ਸੀ ਕਰ ਪਾਉਂਦੀ। ਹੁਣ ਕਿਉਂਕਿ ਜਦੋਂ 50 ਕਿਲੋਮੀਟਰ ਆ ਜਾਂਦਾ ਤੇ ਉੱਥੋਂ ਡਰੱਗ ਲੈ ਕੇ ਨਿਕਲਣਾ ਤੇ 50 ਕਿਲੋਮੀਟਰ ਤੁਸੀਂ ਟਰੈਵਲ ਕਰਨਾ, ਉਹਦੇ ਵਿੱਚ ਟਾਈਮ ਲੱਗੇਗਾ। ਇਹਦੇ ਵਿੱਚ 50 ਕਿਲੋਮੀਟਰ ਤੇ ਬਹੁਤ ਸਾਰੀਆਂ ਫੋਰਸਸ ਜਿਹੜੀਆਂ ਆ ਉਹਨੂੰ ਕਵਰ ਕਰ ਪਾਉਂਦੀਆਂ ਨੇ। ਸੋ ਕਿਤੇ ਨਾ ਕਿਤੇ ਬਾਰਡਰ ਦੇ ਉੱਤੋਂ ਜੇ ਡਰੋਨ ਰਾਹੀਂ ਵੀ ਆਉਂਦੇ ਨੇ, ਉਸ ਤੋਂ ਬਾਅਦ ਉਹਨੂੰ ਡਰੱਗ ਨੂੰ ਕਿਸੇ ਨਾ ਕਿਸੇ, ਕਿਉਂਕਿ 10-15 ਘੱਟ ਤੋਂ ਪੈਕਟ ਘੱਟ ਆਉਂਦੇ ਨਹੀਂ ਆ, ਔਰ 10-15 ਪੈਕਟ ਲੈ ਕੇ ਜਾਣੇ ਆ, ਸਕੂਟਰ ਜਾਂ ਮੋਟਰਸਾਈਕਲ ਤੇ ਜਾਣੇ ਨਹੀਂ, ਉਹ ਕਿਸੇ ਨਾ ਕਿਸੇ ਗੱਡੀ ਦੇ ਵਿੱਚ ਜਾਣੇ ਨੇ ਤੇ ਉਹਨੂੰ 50 ਕਿਲੋਮੀਟਰ ਤੱਕ ਲੈ ਕੇ ਨਿਕਲਣਾ ਉਹ ਬੜਾ ਔਖਾ ਹੋਏਗਾ ਸਮਗਲਰਸ ਵਾਸਤੇ। ਤੇ ਜੇ ਅਗਰ ਸਮਗਲਰਸ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤੇ ਉਹ ਇਸ ਫੈਸਲੇ ਤੋਂ ਕਾਫੀ ਭੈ-ਭੀਤ ਜਿਹੜੇ ਆ ਉਹ ਜਿਹੜੇ ਡਰੇ ਹੋਏ ਨੇ ਕਿ ਹੁਣ ਜਿਹੜਾ ਆ ਉਹ BSF ਤੋਂ ਜਿਹੜਾ ਬਚਣਾ ਉਹਨਾਂ ਦਾ ਮੁਸ਼ਕਲ ਸੀ, ਕਿਉਂਕਿ ਪੰਜਾਬ ਪੁਲਿਸ ਦੇ ਵਿੱਚ ਅਕਸਰ ਇਹ ਗੱਲ ਦਾ ਇਲਜ਼ਾਮ ਲੱਗਦਾ ਰਿਹਾ ਕਿ ਜਿੰਨੇ ਵੀ ਬਾਰਡਰ ਦੇ ਡਿਸਟ੍ਰਿਕਟ ਦੇ ਵਿੱਚ, ਜਿੰਨੇ ਬਾਰਡਰ ਡਿਸਟ੍ਰਿਕਟ ਤੇ ਖਾਸ ਕਰਕੇ ਥਾਣੇ ਨੇ, ਉਹ ਜਿਹੜੇ SHO ਲੱਗਦੇ ਨੇ ਉਹ ਕੁਝ ਦਿਨਾਂ ਦੇ ਵਿੱਚ ਹੀ ਵੱਡੇ ਅਮੀਰ ਹੋ ਕੇ ਜਿਹੜੇ ਆ ਨਿਕਲ ਜਾਂਦੇ ਰਹੇ। ਤੇ ਇਹ ਵੀ ਚਰਚਾ ਰਹੀ ਆ ਕਿ ਥਾਣਿਆਂ ਦੀ ਬੋਲੀ ਲੱਗਦੀ ਰਹੀ ਆ, ਬਾਰਡਰ ਦੇ ਥਾਣਿਆਂ ਦੀ ਬੋਲੀ ਲੱਗਦੀ ਰਹੀ ਆ ਕਿ ਕਿਸੇ ਨੇ ਜੇ SHO ਲੱਗਣਾ ਤੇ ਉਹ ਕਿੰਨੀ ਬੋਲੀ ਜਿਹੜਾ ਆ ਦੇ ਕੇ ਉਹ ਉੱਥੇ SHO ਲੱਗਦਾ, ਕਿਉਂਕਿ ਉਹ ਇਹ ਡਰੱਗ ਜਿਹੜੀ ਆ ਨਾ ਤਾਂ ਲੱਖਾਂ ਦੇ ਵਿੱਚ, ਕਰੋੜਾਂ ਰੁਪਏ ਦੇ ਵਿੱਚ ਜਿਹੜੀ ਆ ਇਹ ਡਰੱਗ ਜਿਹੜੀ ਆ ਉਹ ਜਿਹੜੀ ਨਿਕਲ ਜਾਂਦੀ ਸੀ। ਤੇ ਪੰਜਾਬ ਪੁਲਿਸ ਨਾਲ ਜਿਹੜਾ ਨੈਕਸਸ ਬਣਾਉਣਾ ਬਹੁਤ ਸੌਖਾ ਆ ਤੇ BSF ਨਾਲ ਨੈਕਸਸ ਬਣਾਉਣਾ ਸਮਗਲਰਸ ਵਾਸਤੇ ਬਹੁਤ ਔਖਾ, ਕਿਉਂਕਿ BSF ਦਾ ਆਪਣਾ ਇੰਟੈਲੀਜੈਂਸ ਨੈਟਵਰਕ ਜਿਹੜਾ ਆ ਉਹ ਬਹੁਤ ਵੱਡਾ ਆ। ਸੋ ਉਹਨੂੰ ਤੋੜ ਪਾਉਣਾ ਇਹਨਾਂ ਸਮਗਲਰਸ ਵਾਸਤੇ ਕਾਫੀ ਔਖਾ ਹੋਏਗਾ। ਮੇਰੇ ਹਿਸਾਬ ਨਾਲ ਜਿਹੜਾ ਡਰੱਗ ਵਾਲੇ ਮਾਮਲੇ ਦੇ ਵਿੱਚ ਆ BSF ਦੀ ਕਾਰਜਕਾਰੀ ਜਿਹੜੀ ਆ ਉਹ ਵਧੀਆ ਰਹੇਗੀ। ਹਾਲਾਂਕਿ ਇਹ ਵੀ ਜਿਹੜੀ ਟਵਾਣਾ ਜੀ ਚਰਚਾ ਇਹ ਆ ਕਿ ਇਹਨਾਂ ਨੂੰ ਟ੍ਰੇਨਿੰਗ ਨਹੀਂ ਆ ਪਬਲਿਕ ਡੀਲਿੰਗ ਦੀ। ਇੱਕ ਹੋਰ ਸਵਾਲ ਹੈ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਤੇ ਲੋਕਾਂ ਨੇ ਵੀ ਨਹੀਂ ਸੀ ਵਿਰੋਧ ਕਰਨਾ, ਨਾ ਰਾਜਨੀਤਿਕ ਵਿਰੋਧ ਬਹੁਤਾ ਹੋਣਾ ਸੀਗਾ, ਤੇ ਡਰੱਗ ਉਦੋਂ ਵੀ ਬਹੁਤ ਸੀ। ਅਕਾਲੀਆਂ ਦੀ ਬਦਨਾਮੀ ਦਾ, ਰਾਜ ਖੁੱਸਣ ਦਾ ਇੱਕ ਕਾਰਨ ਡਰੱਗ ਵੀ ਸੀ। ਉਹ BSF ਦੇ ਖਿਲਾਫ ਦੋਸ਼ ਲਾਉਂਦੇ ਰਹੇ ਕਿ ਇਹ ਟ੍ਰੈਫਿਕਿੰਗ ਕਰਾਉਂਦੀ ਹੈ। ਉਦੋਂ ਕਿਉਂ ਨਾ ਅਕਾਲੀਆਂ ਨੇ ਇਹ ਸਟੈਪ ਚੁੱਕਿਆ, ਹਾਲਾਂਕਿ ਉਹਨਾਂ ਦੇ ਰਾਸ਼ਟਰਵਾਦ ਨੂੰ ਇਹ ਮੁੱਦਾ ਰਾਸ ਆਉਣਾ ਸੀ। ਇਸ ਤੇ ਕਈ ਪ੍ਰਭਾਵ ਵੀ ਪੈਣਗੇ। ਅਕਾਲੀ ਦਲ ਦੀ ਗੱਲ ਕਰੋ, ਬਾਕੀ ਚਲੋ ਮੈਂ ਬਾਅਦ ਚ ਵਿਊਜ਼ ਦੇ ਲਾਂਗਾ। ਕੰਟੀਨਿਊ ਪਲੀਜ਼। ਦੇਖੋ ਕਿਉਂਕਿ ਉਹ ਪੋਲੀਟੀਕਲ ਮੁੱਦਾ ਸੀ ਸਿਰਫ, ਕਿਉਂਕਿ ਇਹ ਗੱਲ ਸਾਰਿਆਂ ਨੂੰ ਪਤਾ ਕਿ ਬਾਰਡਰ ਤੇ ਪੈਂਦੇ ਜਿੰਨੇ ਵੀ ਹਲਕੇ ਆ ਉਹਨਾਂ ਦੇ ਜਿੰਨੇ ਵੀ ਅਕਾਲੀ MLA ਸੀ ਉਹਨਾਂ ਤੇ ਕਿਤੇ ਨਾ ਕਿਤੇ ਜਿਹੜਾ ਆ ਡਰੱਗ ਦੇ ਕੰਮ ਦੇ ਵਿੱਚ ਸ਼ਮੂਲੀਅਤ ਦੇ ਕਿੱਸੇ ਜਿਹੜੇ ਆ ਉਹ ਸਾਹਮਣੇ ਆਉਂਦੇ ਰਹੇ ਨੇ। ਤੇ ਕਿਉਂਕਿ ਇਹ ਵੀ ਗੱਲ ਜਿਹੜੀ ਆ ਚਰਚਾ ਦੇ ਵਿੱਚ ਆਉਂਦੀ ਰਹੀ ਆ ਕਿ ਜਿਹੜੇ ਨੇ ਵੱਡੇ ਜਿਹੜੇ ਸਰਪੰਚ ਨੇ, ਜਿਹੜੇ ਵੱਡੇ ਸਮਗਲਰਸ ਨੇ, ਉਹ MLA ਨੂੰ ਪੈਸਾ ਦਿੰਦੇ ਨੇ ਤੇ ਉਹ MLA ਜਿਹੜੇ ਆ, ਕਿਉਂਕਿ ਪਿਛਲੇ 15-20 ਸਾਲਾਂ ਤੋਂ ਪ੍ਰਚਲਨ ਇਹ ਹੋ ਗਿਆ ਕਿ SHO ਹੀ MLA ਦੀ ਮਰਜ਼ੀ ਦਾ ਲੱਗਦਾ ਹੈ ਤੇ ਜਿਸ MLA ਨੇ ਕਿਸੇ ਨੂੰ ਕਹਿ ਦਿੱਤਾ ਵੀ ਤੂੰ ਇਹਦਾ ਸਮਾਨ ਲੰਘਣ ਦੇ ਤੇ SHO ਦੀ ਜ਼ਰੂਰਤ ਹੀ ਕੋਈ ਨਹੀਂ ਹੈ ਕਿ ਉਹ ਸਮਾਨ ਨੂੰ ਰੋਕ ਜਾਵੇ। ਸੋ ਇਸ ਗੱਲ ਕਰਕੇ ਉਦੋਂ ਇਹਨਾਂ ਨੇ BSF ਦੇ ਖਿਲਾਫ ਮੋਰਚਾ ਇਸ ਗੱਲ ਕਰਕੇ ਖੋਲਿਆ ਸੀ ਕਿ ਜਿਹੜਾ ਪੰਜਾਬ ਪੁਲਿਸ ਦਾ ਠੀਕਰਾ ਆ ਜਿਹੜਾ ਉਹ BSF ਦੇ ਸਿਰ ਭੰਨਿਆ ਜਾਵੇ, ਤਾਂ ਜੋ, ਹਾਲਾਂਕਿ ਇਸ ਚੀਜ਼ ਦਾ ਬੜੇ ਵੱਡੇ ਲੈਵਲ ਤੇ ਕ੍ਰਿਟਿਸਿਜ਼ਮ ਹੋਇਆ ਸੀ ਅਕਾਲੀ ਦਲ ਦਾ ਵੀ BSF ਨੂੰ ਤੁਸੀਂ ਆਪਣੀ ਰਾਜਨੀਤੀ ਦੇ ਵਿੱਚ ਕਿਉਂ ਘਸੋੜ ਰਹੇ ਹੋ, ਇਹਦੇ ਨਤੀਜੇ ਜਿਹੜੇ ਬੜੇ ਭਿਆਨਕ ਹੋਣਗੇ। ਇਹਨਾਂ ਫੋਰਸਸ ਨੂੰ ਆਪਣੀ ਰਾਜਨੀਤੀ ਦੇ ਵਿੱਚ ਨਹੀਂ ਘਸੀਟਣਾ ਚਾਹੀਦਾ, ਇਹਨਾਂ ਨੂੰ ਦੂਰ ਰੱਖਣਾ ਚਾਹੀਦਾ, ਕਿਉਂਕਿ ਕਿਤੇ ਨਾ ਕਿਤੇ ਜੇ ਅਸੀਂ ਸੌਂਦੇ ਆ
ਤੇ ਉਹਨਾਂ ਟਵਾਣਾ ਜੀ ਅਸੀਂ ਉਹਨਾਂ ਜਵਾਨਾਂ ਦੇ ਸਿਰ ਤੇ ਸੌਂਦੇ ਆ ਜਿਹੜੇ ਜਵਾਨ ਦਿਨ ਰਾਤ ਕਰਕੇ ਸਾਡੀ ਸਰਹੱਦ ਦੀ ਰੱਖਿਆ ਕਰਦੇ ਨੇ, ਤੇ ਤਾਂ ਅਸੀਂ ਆਪਣੀ ਸੁੱਖ ਦੀ ਨੀਂਦ ਸੌਂਦੇ ਆ। ਸੋ ਜੇ ਉਹ ਕਿਤੇ ਸੌ ਜਾਣ ਤੇ ਸਾਡੀ ਅਸੀਂ ਜਾਗਾਂਗੇ। ਸੋ ਮੇਰੇ ਹਿਸਾਬ ਨਾਲ ਜਿਹੜਾ ਆ ਇਹਨੂੰ ਇਹ ਚਸ਼ਮਾ ਥੋੜਾ ਚਿਰ ਜਿਹੜਾ ਹੈ ਇਹਦਾ ਸਰਕਾਰ ਨੂੰ ਵੀ ਸਮਾਂ ਦੇਣਾ ਚਾਹੀਦਾ ਕਿ ਅਸੀਂ ਤੁਹਾਨੂੰ 6 ਮਹੀਨੇ ਅਸੀਂ ਤੁਹਾਨੂੰ ਦਿੰਨੇ ਆ, ਔਰ 6 ਮਹੀਨੇ ਦੇ ਵਿੱਚ BSF ਸਾਨੂੰ ਆਹ ਚੀਜ਼ਾਂ ਜਿਹੜੇ 3 ਇਸ਼ੂ ਦਿੱਤੇ ਨੇ 3 ਚੀਜ਼ਾਂ ਸਾਨੂੰ ਕੰਟਰੋਲ ਕਰਕੇ ਦੱਸੇ, ਤੇ ਉਸ ਤੋਂ ਬਾਅਦ ਜੇ ਤੁਸੀਂ ਨਹੀਂ ਕੰਟਰੋਲ ਕਰਦੇ ਤੇ ਸੈਂਟਰ ਜਿਹੜਾ ਇਹ ਫੈਸਲਾ ਵਾਪਸ ਲਵੇ। ਸੋ ਕਿਤੇ ਨਾ ਕਿਤੇ ਇਹਨੂੰ ਪੋਲੀਟੀਕਲ ਦੀ ਬਜਾਏ ਇਹ ਸਮਾਂ ਦੇਣਾ ਚਾਹੀਦਾ ਵੀ ਤੁਹਾਨੂੰ ਅਸੀਂ 6 ਮਹੀਨੇ ਦਿੱਤੇ ਆ, 6 ਮਹੀਨੇ ਦੇ ਵਿੱਚ BSF ਜੇ ਨਹੀਂ ਕੁਝ ਕਰ ਪਾਉਂਦੀ ਤੇ ਤਾਂ ਸਮਾਂ ਜਿਹੜਾ ਆ ਉਹ ਤਾਂ ਜੋ ਜਿਹੜੇ ਆ ਇਹ ਆਰਡਰ ਤੁਸੀਂ ਵਾਪਸ ਲੈ ਲਓ। ਇਹ ਕੀ ਆਪਾਂ ਪਹਿਲਾਂ ਹੀ ਇਸ ਤੋਂ ਕੀ ਉਹਦੇ ਨਤੀਜਿਆਂ ਤੋਂ ਪਹਿਲਾਂ ਹੀ ਅਸੀਂ ਰੌਲੀ ਪਾ ਦਈਏ ਕਿ ਪਰ ਕਿਉਂਕਿ ਇਲੈਕਸ਼ਨ ਆ ਤੇ ਕਿਤੇ ਨਾ ਕਿਤੇ ਤਾਂ ਸੈਂਟਰ ਗਵਰਨਮੈਂਟ ਦੀ ਵੀ ਸ਼ਰਾਰਤ ਆ, BJP ਦੀ ਵੀ ਵੱਡੀ ਸ਼ਰਾਰਤ ਆ। ਉਹਨਾਂ ਨੇ ਵੀ ਇਹ ਫੈਸਲਾ ਡਰੱਗ ਕਰਕੇ ਨਹੀਂ ਲਿਆ। ਉਹਨਾਂ ਨੂੰ ਕੀ ਆ ਪੰਜਾਬ ਦੇ ਜਿੰਨੇ ਜਵਾਨ ਮਰਨ ਤੇ ਡਰੱਗ ਦੇ ਵਿੱਚ ਜਿੰਨੇ ਮਰਜ਼ੀ ਜਵਾਨ ਮਰਨ ਲੁੱਟਣ ਜੋ ਮਰਜ਼ੀ ਹੋਵੇ, BJP ਦੇ ਸੈਂਟਰ ਲੀਡਰਾਂ ਨੂੰ ਕੀ ਲੈਣਾ ਦੇਣਾ ਪੰਜਾਬ ਦੇ ਨੌਜਵਾਨੀ ਜੇ ਤਬਾਹ ਹੁੰਦੀ ਆ। ਸੋ ਉਹਨਾਂ ਨੇ ਵੀ ਇਹ ਫੈਸਲਾ ਰਾਜਨੀਤਿਕ ਤੌਰ ਦੇ ਉੱਤੇ ਜਿਹੜਾ ਇਹ ਫੈਸਲਾ ਲਿਆ ਆ। ਸੋ ਸੁਭਾਵਿਕ ਹੀ ਆ ਕਿ ਇਹ ਤੇ ਰਾਜਨੀਤਿਕ ਹੋਣੀ ਚਾਹੀਦੀ ਆ, ਪਰ ਆਪਾਂ ਇਹਦੇ ਜਿਹੜੇ ਆ ਫਾਇਦੇ ਨੁਕਸਾਨ ਦੀ ਪੁਣਛਾਣ ਜਿਹੜੀ ਆਪਾਂ ਆਪਣੀ ਇਸ ਚਰਚਾ ਦੇ ਵਿੱਚ ਕਰ ਸਕਦੇ ਹਾਂ ਕਿ ਕੀ ਦੇਸ਼ ਲਈ ਠੀਕ ਆ, ਕੀ ਸਾਡੇ ਸਟੇਟ ਲਈ ਠੀਕ ਆ, ਕੀ ਸਾਡੇ ਲਈ ਠੀਕ ਆ। ਸੋ ਇਹਦੀ ਚਰਚਾ ਜਿਹੜੀ ਆ ਉਹ ਕਰਨੀ ਜ਼ਰੂਰ ਬਣਦੀ ਆ ਕਿ BSF ਦੇ ਜਿਹੜੇ ਮੁਲਾਜ਼ਮ ਨੇ ਕੀ ਉਹ ਜੇ ਉਹਨਾਂ ਨੂੰ ਨਹੀਂ ਟ੍ਰੇਨਿੰਗ ਲੋਕਾਂ ਨਾਲ ਪਬਲਿਕ ਡੀਲਿੰਗ ਦੀ ਨਹੀਂ ਟ੍ਰੇਨਿੰਗ ਤੇ ਕੀ ਉਹ ਜਦੋਂ ਨਾਕੇ ਲਾਏ ਜਾਣਗੇ ਜਿਹੜੀ ਆਮ ਪਬਲਿਕ ਲੰਘਣੀ ਆ ਉਹਨਾਂ ਨਾਲ ਵਿਵਹਾਰ ਉਹ ਠੀਕ ਕਰਦੇ ਨੇ, ਕੀ ਕਿਸੇ ਦੀ ਕੁੱਟਮਾਰ ਤਾਂ ਨਹੀਂ ਕਰਦੇ। ਕਿਉਂਕਿ ਜਿਹੜੇ ਬਾਹਰਲੇ ਸੂਬਿਆਂ ਤੋਂ ਆਏ ਹੁੰਦੇ ਨੇ ਉਹਨਾਂ ਨੂੰ ਪੰਜਾਬੀਆਂ ਦੇ ਕਲਚਰ ਦਾ ਨਹੀਂ ਪਤਾ। ਵੈਸੇ ਵੀ ਮਾਝੇ ਦੇ ਵਿੱਚ ਅੱਖੜ ਸੁਭਾਅ ਆ ਲੋਕਾਂ ਦਾ, ਬੋਲਬਾਣੀ ਉਹਨਾਂ ਦੀ ਇਸ ਤਰ੍ਹਾਂ ਦੀ ਆ ਵੀ ਜਿਵੇਂ ਸਾਡੇ ਤੇ ਉਹਨਾਂ ਨੇ ਹੁਣ ਕਿਰਪਾਨ ਚਲਾਈ ਤੇ ਹੁਣ ਕਿਰਪਾਨ ਚਲਾਈ। ਇਦਾਂ ਦੇ ਵਿੱਚ ਜੇ ਕਿਤੇ ਸਾਡੇ ਭਾਊ ਜਿਹੜੇ ਨੇ ਉੱਥੇ ਦੇ ਬਾਰਡਰ ਵਾਲੇ ਉਹ ਗੱਲ ਪੈ ਗਿਆ BSF ਦੇ ਤੇ ਤਾਂ ਵੀ ਕੋਈ ਨਾ ਕੋਈ ਮੁੱਦਾ ਜਿਹੜਾ ਉਹ ਖੜਾ ਹੋ ਜਾਏਗਾ। ਸੋ ਇਹ ਬੜਾ ਸੈਂਸਿਟਿਵ ਮੁੱਦਾ ਆ, ਇਹਨੂੰ ਜਿਹੜਾ ਹਰ ਨਜ਼ਰੀਏ ਦੇ ਉੱਤੋਂ ਜਿਹੜੀ ਇਹਦੀ ਘੋਖ ਕਰਨੀ ਜਿਹੜੀ ਆ ਉਹ ਬਣਦੀ ਆ ਜੀ। ਧੰਨਵਾਦ ਬਰੈਣਾ ਸਾਹਿਬ। ਸੰਪਰਕ ਨੰਬਰ ਆਪਣਾ ਬੋਲ ਦਿਓ, ਕਈ ਸੱਜਣ ਸਾਂਝ ਪਾਉਣੀ ਚਾਹੁੰਦੇ ਹੁੰਦੇ ਆ। ਥੈਂਕ ਯੂ। ਹਾਂ, ਮੇਰਾ ਸੰਪਰਕ ਨੰਬਰ 9876 98760 98766 98760। ਕੱਲ ਕੁਝ ਦੋਸਤਾਂ ਮਿੱਤਰਾਂ ਨੇ ਜਿਹੜੇ ਆ ਟਵਾਣਾ ਜੀ ਮੇਰੇ ਨਾਲ ਸੰਪਰਕ ਕੀਤਾ ਔਰ ਸਾਡੀ ਬਕਾਇਦਾ ਤੌਰ ਤੇ ਸਾਡੀ ਜਿਹੜੀ ਆਪਸ ਵਿੱਚ ਟਾਕ ਹੋਈ ਆ ਉਹਦੀ ਪ੍ਰਸ਼ੰਸਾ ਕੀਤੀ। ਉਹਨਾਂ ਨੂੰ ਸਾਡੀ ਇਹ ਪ੍ਰਸ਼ੰਸਾ ਚੰਗੀ ਲੱਗੀ ਔਰ ਖਾਸ ਗੱਲ ਜਿਹੜੀ ਮੈਨੂੰ ਜਿਹੜੀ ਮਹਿਸੂਸ ਹੋਈ ਆ ਉਹਨਾਂ ਨੇ ਕਿਹਾ ਕਿ ਤੁਸੀਂ ਨਿਰਪੱਖ ਜਿਹੜਾ ਆ ਉਹ ਡਿਸਕਸ਼ਨ ਕਰਦੇ ਹੋ, ਨਿਰਪੱਖ ਜਿਹੜੀ ਪੱਤਰਕਾਰੀ ਕਰਦੇ ਹੋ। ਸੋ ਅਜਿਹੇ ਕਮੈਂਟ ਜਦੋਂ ਸਾਨੂੰ ਮਿਲਦੇ ਆ ਤੇ ਸਾਡੇ ਲਈ ਵੀ ਬੜੀ ਉਤਸ਼ਾਹ ਵਾਲੀ ਗੱਲ ਹੁੰਦੀ ਆ। ਅਸੀਂ ਹੋਰ ਜਿਹੜਾ ਉਤਸ਼ਾਹ ਨਾਲ ਜਿਹੜਾ ਆ ਲੋਕਾਂ ਦੇ ਅੱਗੇ ਸੱਚ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਥੈਂਕ ਯੂ ਬਹੁਤ ਬਹੁਤ ਧੰਨਵਾਦ, ਮਿਹਰਬਾਨੀ। ਸੋ ਦੋਸਤੋ ਸਾਨੂੰ ਕੋਈ ਜਰਨਲਿਸਟ ਪਰਮਿੰਦਰ ਸਿੰਘ ਬਰੈਣਾ ਸਾਹਿਬ ਤੇ ਰੂਸਾ ਆਲਮ ਨਾਲ ਫੋਟੋਆਂ ਬਰਜਿੰਦਰ ਸਿੰਘ ਹੋਰਾਂ ਦੀ ਵੀ ਆਈਆਂ ਹੋਈਆਂ ਨੇ, ਅਜੀਤ ਵਾਲਿਆਂ ਦੀਆਂ ਹੋਰਾਂ ਦੀ ਵੀ ਆਈਆਂ ਹੋਈਆਂ ਨੇ। ਖੈਰ ਬੜੀ ਚਰਚਾ 'ਚ ਹੈ, ਪਰ ਇਹਦੇ 'ਚ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਪਾਰਟੀ ਬਣਾਉਣ ਦਾ ਐਲਾਨ। ਦੋਸਤੋ ਤੁਹਾਡੇ ਇਹਦੇ ਬਾਰੇ ਕੋਈ ਨਜ਼ਰੀਆ ਹੋਵੇ ਤਾਂ ਗੱਲਬਾਤ ਕਰ ਸਕਦੇ ਹੋ 2-4 ਮਿੰਟ, ਤੇ ਫਿਰ ਤੁਹਾਨੂੰ ਸੁਣਾਉਂਦੇ ਆ ਇੱਕ ਕਹਾਣੀ ਬਰਫ਼ ਦਾ ਦਾਨਵ ਕਿ ਕਿਸ ਤਰ੍ਹਾਂ ਬਾਰਡਰ ਤੇ ਸਾਡੇ ਜਵਾਨਾਂ ਦੀ ਕਿਸ ਤਰ੍ਹਾਂ ਦੀ ਹਾਲਾਤ ਹੈ, ਲੂੰ ਕੰਡੇ ਖੜੀ ਕਰਦੀ ਕਹਾਣੀ ਆ। ਤੇ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਬੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਰਨਰੀ ਸਟਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਲੌਸਟੇਲ ਟਰੈਵਲ ਸੈਂਟਰ 1414 ਲੋਮਾ ਸਟਰੀਟ ਲੌਸਟੇਲ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ ਤੇ ਨਾਲ ਇਸ ਤੇ ਤੁਸੀਂ ਉੱਥੇ ਲਿਕਰ ਸ਼ਾਪ ਹੈ, ਸਾਦਾ ਉਪਯੋਗ ਕਰ ਸਕਦੇ ਹੋ, ਫ੍ਰੀ ਨਹੀਂ ਹੈ। ਤੇ ਇਸ ਦੌਰਾਨ ਬਲਬੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ।
ਡੈਲਟਾ ਫਿਊਲ ਕੰਪਨੀ, ਮੋਬਿਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਨੇ। ਸੋ ਗੈਸ ਸਟੇਸ਼ਨਾਂ ਵਾਲੇ ਵੀਰ ਇਹਨਾਂ ਕੋਲੋਂ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ शाह हरजाप सिंह होਰਾਂ ਦਾ नंबर नोट कर लो 425 232 84 13 4252328413। कुलदीप सिंह ग्रोवर गोनियाना तो कुलजीत सिद्धू कहते सही फैसला BSF का, हरेक गल दे पिछे विरोध ना करो। ਇਹ ਗੱਲ ਮੈਂ ਪਹਿਲਾਂ ਵੀ ਤੁਹਾਡੇ ਪ੍ਰੋਗਰਾਮ ਦੇ ਵਿੱਚ ਕਮੈਂਟ ਕੀਤੀ ਸੀ। ਕਮਲਜੀਤ ਸਿੱਧੂ ਜੀ ਠੀਕ ਹੈ, ਜੇ ਇਸ ਭਾਅ ਸਾਨੂੰ ਡਰੱਗ ਰੁਕਦੀ ਹੈ ਤਾਂ ਕੋਈ ਪ੍ਰੋਬਲਮ ਨਹੀਂ, ਪਰ ਜੇ ਇਸ ਆੜ ਦੇ ਵਿੱਚ ਫਿਰ ਵੀ ਇਹੀ ਕੁਝ ਚੱਲਦਾ ਰਿਹਾ ਤੇ ਫਿਰ ਕੇਂਦਰ ਦੀ ਬਦਨੀਤੀ ਤੇ ਸਵਾਲ ਉੱਠਣੇ ਜ਼ਰੂਰੀ ਵੀ ਨੇ, ਲਾਜ਼ਮ ਵੀ ਨੇ, ਕਿਉਂਕਿ ਇਹਨਾਂ ਦੇ ਵਿੱਚ ਇੱਕ ਪੰਥ ਦੋ ਕਾਜ ਦੇ ਅਧੀਨ ਇਹ ਸਾਰਾ ਕੁਝ ਚੱਲ ਰਿਹਾ। ਤੇ ਜੇ ਕਿਉਂਕਿ ਕਪਤਾਨ ਸਾਹਿਬ ਵੀ ਇਹਨਾਂ ਦਾ ਖਾਸਮ ਖਾਸ ਸੀ, ਕਪਤਾਨ ਸਾਹਿਬ ਕਿਉਂ ਨਾ ਰੋਕ ਸਕੇ। BSF ਤੇ ਪਹਿਲਾਂ ਵੀ ਸਵਾਲ ਅਕਾਲੀ ਵੀ ਉਠਾਉਂਦੇ ਰਹੇ ਨੇ, ਹਾਲਾਂਕਿ ਉਹਨਾਂ ਦੀ ਸਰਕਾਰ ਸੀ, ਉਹਨਾਂ ਦੇ ਕੁਝ MLA ਦੇ ਨਾਮ ਵੀ ਬੜੇ ਚਰਚਾ ਸੀ ਤਰਨਤਾਰਨ ਤੋਂ ਜਾਂ ਹੋਰ। ਤੇ ਇਸ ਦੌਰਾਨ ਅਗਰ ਇਹ ਨਸ਼ੇ ਦਾ ਸਿਲਸਿਲਾ ਤੁਸੀਂ ਵੇਖੋ ਕਿ ਨਸ਼ਾ ਸਿਰਫ ਬਾਰਡਰ ਤੋਂ ਨਹੀਂ ਆਉਂਦਾ ਬਾਈ ਜੀ, ਹੈਰੋਇਨ ਬਹੁਤ ਮਹਿੰਗੀ ਹੈ, ਹੈਰੋਇਨ ਜ਼ਿਆਦਾ ਵਿਦੇਸ਼ ਨੂੰ ਜਾਂਦੀ ਹੈ। ਜਿਹੜੀ ਪੰਜਾਬ 'ਚ ਡਰੱਗ ਆਉਂਦੀ ਹੈ ਹੈਰੋਇਨ ਬਹੁਤ ਘੱਟ ਪੰਜਾਬ 'ਚ ਪੀਤੀ ਜਾਂਦੀ ਹੈ, ਜ਼ਿਆਦਾਤਰ ਪੰਜਾਬ ਦੇ ਵਿੱਚ ਚਿੱਟਾ ਜਿਹੜਾ ਫਾਰਮਾਸਿਊਟੀਕਲ ਕੰਪਨੀਆਂ 'ਚ ਬੱਦੀ 'ਚ ਜਾਂ ਇੱਥੇ ਲੋਕਲ ਬਣਦਾ ਹੈ। ਹੈਰੋਇਨ 1 ਕੁਇੰਟਲ ਅਫੀਮ 'ਚੋਂ 1 ਕਿਲੋ ਬਣਦੀ ਹੈ, ਬਹੁਤ ਟੂ ਮਚ ਕਾਸਟਲੀ, ਮਹਿੰਗਾ ਨਸ਼ਾ, ਬਹੁਤ ਘੱਟ ਲੋਕ ਹੀ ਉਸ ਦਾ ਸੇਵਨ ਕਰਦੇ ਨੇ। ਤੇ ਜ਼ਿਆਦਾਤਰ ਆ ਜਿਹੜਾ ਸਿੰਥੈਟਿਕ ਡਰੱਗ ਹੈ ਨਾ, ਜਿਹੜੀ ਕੈਮੀਕਲ ਡਰੱਗ ਹੈ, ਉਹਦਾ ਇਸਤੇਮਾਲ ਕਮਲ ਜੀ ਹੁੰਦਾ ਹੈ। ਸੱਚ ਇਹ ਵੀ ਹੈ। ਬਾਕੀ ਟਿਫਨ ਬੰਬ ਹੈ, ਉਹਦੇ 'ਚ ਲਖਵੀਰ ਸਿੰਘ ਰੋਡੇ ਦਾ ਉਹਦੇ ਪਰਿਵਾਰ ਦਾ ਨਾਂ ਆਇਆ ਜਾਂ ਹੋਰ ਹੈ। ਤੇ ਵੋਟਾਂ ਵੇਲੇ ਇਹ ਚੀਜ਼ ਕਿਉਂ ਹੁੰਦੀ ਹੈ ਕਿ ਕਪਤਾਨ ਸਾਹਿਬ ਹੀ ਇਕੱਲੇ ਦੇਸ਼ ਭਗਤ ਨੇ ਤੇ ਬਾਕੀ ਕੋਈ ਨਹੀਂ ਹੈ, ਕਿਉਂਕਿ ਜਦੋਂ ਕੁਰਸੀ ਖੁੱਸੀ ਤਾਂ ਉਦੋਂ ਇਹ ਰੌਲਾ ਸ਼ੁਰੂ ਕਰ ਲਿਆ। ਇਹਦੇ ਪਿੱਛੇ ਨੀਤ ਸਮਝਣ ਦੀ ਜ਼ਰੂਰਤ ਹੈ ਕਮਲਜੀਤ ਜੀ। ਥੈਂਕ ਯੂ। ਗੁਰਚਰਨ ਸਿੰਘ ਜੀ ਬਰਿਆਣਾ ਸਾਹਿਬ ਲੁੱਕ ਲਾਈਕ, ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜੀ, ਤੁਸੀਂ ਪਿਛਲਾ ਉਹ ਸਾਰਾ ਪੜ੍ਹੋ ਪ੍ਰੋਗਰਾਮ, ਇਦਾਂ ਨਹੀਂ ਹੁੰਦਾ। ਆਪਾਂ ਕਈ ਵਾਰੀ ਜਲਦੀ ਫੈਸਲਾ ਕਰ ਲੈਂਦੇ ਹਾਂ, ਕਾਫੀ ਦੇਰ ਤੋਂ ਜਿਹੜਾ ਇਸ ਮਾਮਲੇ 'ਚ ਜੁੜੇ ਹੋਏ ਨੇ ਤੇ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਕਿਸੇ ਦੀ ਭਗਤੀ ਜਾਂ ਉੱਦਾਂ। ਤੇ ਇਸ ਦੌਰਾਨ ਸਾਡੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਸੁੱਖੀ ਘੁੰਮਣ ਹੋਰਾਂ ਨੇ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ ਤੇ ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਜਿੱਥੇ ਤੁਸੀਂ ਨਾਲ ਇੰਡੀਅਨ ਰੈਸਟੋਰੈਂਟ ਤੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲੁਤਫ ਲਓ, ਉੱਥੇ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਆਨੰਦ ਲਓ। ਇੱਥੇ ਟਰੱਕ ਤੋਂ ਆਓ, ਡੀਜ਼ਲ ਪਵਾਓ, ਟਰੱਕ ਵਾਸ਼ ਹੈ, ਟਰੱਕ ਤੋਂ ਆਓ, ਡੀਜ਼ਲ ਪਵਾਓ ਤੇ ਹੋਰ ਭਾਰਤੀ ਵਿਦੇਸ਼ੀ ਖਾਣਿਆਂ ਦਾ ਲੁਤਫ ਲਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਅਦਾਰੇ ਨੇ। ਇੰਡੀਅਨ ਰੈਸਟੋਰੈਂਟ ਤੇ ਯੂਨੀਅਨ ਵਿਲੇਜ ਟਰੱਕ ਸ਼ਾਪ ਦਾ ਐਡਰੈਸ ਹੈ 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ, ਜ਼ਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 6613047500। ਇੱਕ ਦੋ ਸਰੋਤੇ ਜੁੜੇ ਨੇ। ਇਸ ਤੋਂ ਬਾਅਦ ਫਿਰ 2-4-5 ਮਿੰਟ ਆਪਾਂ ਕਾਲ ਲਵਾਂਗੇ, ਫਿਰ ਉਸ ਤੋਂ ਬਾਅਦ ਤੁਹਾਨੂੰ ਕਹਾਣੀ ਸੁਣਾਵਾਂਗਾ ਮੈਂ, ਉਸ ਦੌਰਾਨ ਕਾਲ ਨਹੀਂ ਲਵਾਂਗਾ। ਬਲਵੀਰ ਸਿੰਘ ਸਵਾਗਤ ਹੈ ਬਾਈ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਦੁਆਰਾ ਜੀ ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸੁਣ ਰਹੇ ਸੀ ਆਪਣੇ ਵੀਰ ਜੀ ਦੇ ਵਿਚਾਰ ਬਹੁਤ ਵਧੀਆ ਲੱਗੇ। ਦੁਆਰਾ ਜੀ ਗੱਲ ਏਦਾਂ ਵੀ ਇਹਨਾਂ ਨੇ ਕੈਪਟਨ ਨੂੰ ਬਦਲ ਕੇ ਸਿਆਪਾ ਗਾਲ ਪਾ ਲਿਆ, ਜੇ ਨਾ ਬਦਲਦੇ ਤੇ ਇਹਨਾਂ ਦੇ ਕੋਲ ਮੁੱਦਾ ਇਹ ਸੀ ਵੀ ਕੈਪਟਨ ਬਾਦਲਾਂ ਨਾਲ ਰਲਿਆ, ਉਹਨੇ ਕਾਰਵਾਈ ਨਹੀਂ ਕੀਤੀ ਕਿਉਂਕਿ ਇਹਨਾਂ ਨੇ ਝੂਠ ਬਹੁਤ ਬੋਲਿਆ। ਤਾਂ ਉਦੋਂ ਇਹਨਾਂ ਨੂੰ ਬੋਲਣ ਕਰਕੇ ਥੋੜਾ ਬਹੁਤਾ ਫਾਇਦਾ ਹੋ ਗਿਆ ਵੀ ਬਾਦਲਾਂ ਦੀ ਇਨਵੋਲਵਮੈਂਟ ਹੈ ਗੁਰੂ ਗ੍ਰੰਥ ਸਾਹਿਬ ਦੀ ਗੱਲ ਵੀ ਥੋੜਾ ਬਹੁਤਾ ਮਿਲਾਣਾ ਲੋਕੀ ਇਹ ਹੁਣ ਉਹ ਸਾਲਵ ਇਸ ਕਰਕੇ ਨਹੀਂ ਹੋ ਰਿਹਾ ਕਿਉਂਕਿ ਉਹਨਾਂ ਦੀ ਕੋਈ ਇਨਵੋਲਵਮੈਂਟ ਨਹੀਂ। ਇਹਨਾਂ ਨੇ ਜ਼ੋਰ ਲਾ ਲਿਆ ਵੀ ਉਹਨਾਂ ਨੂੰ ਹੁਣ ਐਵੀਡੈਂਸ ਹੋਊਗੀ, ਫੇਰ ਫੜ ਕੇ ਅੰਦਰ ਕਰਨਗੇ। ਤੁਸੀਂ ਵੇਖੋ ਸੁਖਜਿੰਦਰ ਸਿੰਘ ਰੰਧਾਵਾ ਸਭ ਤੋਂ ਜ਼ਿਆਦਾ ਮੁੱਦਾ ਚੱਕਦਾ ਸੀ, ਚੰਨੀ ਨੇ ਗ੍ਰਹਿ ਮੰਤਰਾਲਾ ਵੀ ਉਹਨੂੰ ਦੇਤਾ ਵੀ ਚੱਲ ਤੂੰ ਨਿਕਲਾ ਹੁਣ, ਕਿਉਂਕਿ ਜਿਹੜਾ ਡੇਰਾ ਬਾਬਾ ਨਾਨਕ ਤੁਹਾਨੂੰ ਸ਼ਾਇਦ ਪਤਾ ਹੋਵੇ ਜਿੱਤਿਆ ਵੀ ਥੋੜੇ 100 ਵੋਟਾਂ ਨਾਲ ਹੀ ਆ ਤਾਂ ਸੁੱਚਾ ਸਿੰਘ ਲਗਾ ਤੋਂ। ਉਹ ਇਹਨੂੰ ਇਹ ਆ ਵੀ ਇਹ ਪੱਤਾ ਮੇਰੇ ਰਾਹ ਪਾਉਣਾ ਹੁਣ, ਕਿਉਂਕਿ ਮਹੀਨਾ 2 ਮਹੀਨੇ ਰਹਿ ਗਏ ਆ, ਇਹਨਾਂ ਦੇ ਕੋਲ ਕੁਝ ਕਰਨ ਨੂੰ ਹੈ ਨਹੀਂ। ਜਿਹੜੀਆਂ ਇਹਨਾਂ ਨੂੰ 4 ਸੀਟਾਂ ਆਉਣੀਆਂ ਸੀ ਉਹ ਵੀ ਨਹੀਂ ਆਉਣੀਆਂ। ਦੇਖੋ ਕੋਈ ਵੀ ਇਹਨਾਂ ਤੋਂ ਮਸਲਾ ਸੋਲਵ ਨਹੀਂ ਹੋਣਾ ਜੇ ਕੈਪਟਨ ਅਮਰਿੰਦਰ ਸਿੰਘ ਨੂੰ ਨਾ ਬਦਲਦੇ, ਮੁੜ ਕੇ ਇਹਨਾਂ ਦਾ ਇਹ ਪਤਾ ਚੱਲ ਜਾਣਾ ਵੀ ਮੈਨੂੰ ਲੱਗਦਾ ਇਹੋ ਕਾਰਨ ਹੈ ਜੀ। ਓਕੇ ਸਤਿ ਸ੍ਰੀ ਅਕਾਲ। ਥੈਂਕ ਯੂ, ਮਿਹਰਬਾਨੀ। ਵੈਸੇ ਵੀ ਫੇਲ ਸੀਗਾ, ਜੇ ਨਾ ਇਹਦਾ ਬਦਲਦੇ ਤਾਂ ਵੈਸੇ ਕਾਂਗਰਸ ਦੇ ਹਾਲਾਤ ਮਾੜੇ ਸੀ। ਤਾਂ ਦੇਖੋ ਕੈਪਟਨ ਬਦਲਿਆ, ਸਿੱਧੂ ਤੇ ਚੰਨੀ ਥੋੜਾ ਰਲ ਮਿਲ ਕੇ ਚੱਲਦੇ ਤੇ ਕਾਂਗਰਸ ਪੋਜ਼ਿਟਿਵ ਜਾਣਾ ਸੀਗਾ, ਪਰ ਆਪਸ 'ਚ ਇਹਨਾਂ ਦੇ ਫੁੱਟ ਪੈ ਗਈ। ਆਪਣਾ ਗੁਰਵੀਰ ਸਵਾਗਤ ਹੈ ਤੁਹਾਡਾ ਕੋਈ ਐਂਟਰੀ ਤੋਂ। ਗੁਰਵੀਰ ਬਾਈ ਜੀ ਗੱਲ ਕਰੋ ਜਰਾ। ਹੈਲੋ
सॉरी लाइन्स थोड़ी दिक्कत है। गुरवीर जी तुसी ऑन एयर हो, वेलकम। ठीक सुनती? हाँ ठीक सुन रही है, गल करो प्लीज। हाँ जी ठीक है। मैं क्या तुम्हारा साहब वो चलो जी रूसा वाली गल हुण करदे आ। हुण पहली गल आ कैप्टन साहब हुण मुड़ मुड़ के जदों इन्हां ने तुहानूं पता होना, मैं एक दिन तुहाडे नाल फोटो भी शेयर कीती सी जिथे कैप्टन साहब सौं चक रहे आ, सिमरजीत सिंह मान ने फोटो दिखाई सी, होर भी 2-3 अकाली आगू सीगे शायद। ते उदों फिर इन्हां ने जिद्दां मतलब देश भगती, हुण चलो मैं नहीं कहना खालिस्तान मंगना एक गल राइट आ, पर टाइम टू टाइम अपनी स्टेटमेंट बदल देनी। पिछे गुरका साहब जाके सौं खा लई ते हुण कहंदे भी हुण जे कुर्सी तो लांबे करता तो हुण भारत नूं खतरा हो गया। सो इस करके थोड़ा जिहा चलो कई बंदे गल कई डिस्कशन बहुत जगह चली हुई है। जे ते चीफ मिनिस्टर ना हुंदे जो मर्जी करन अपनी जिंदगी च रूसां नाल घुम्मण जो मर्जी करन, इन्हां दा एक तरफा एज ए चीफ मिनिस्टर रह के इन्हां ने जो कुछ भी कीता ਉਹਦੇ ਬਾਰੇ ਥੋੜੀ ਬਹੁਤੀ ਪੜਤਾਲ ਤਾਂ ਹੋਣੀ ਚਾਹੀਦੀ ਆ। ਬਾਕੀ ਹੋਰ ਜਿਹੜਾ ਵੀ ਜੋ ਕੁਛ ਵੀ ਉਹ ਕਰ ਗਏ ਆ ਉਹ ਤਾਂ ਹੁਣ ਲੋਕਾਂ ਦਾ ਨੁਕਸਾਨ ਆ। ਹੁਣ ਜੋ ਕੁਛ ਵੀ ਹੋਇਆ ਆ ਕਹਿੰਦੇ ਦੁਬਈ ਦੇ ਵਿੱਚ ਇੰਨਾ ਪੈਸਾ ਗਿਆ ਉਹ ਪੰਜਾਬੀਆਂ ਦਾ ਹੀ ਗਿਆ ਆ, ਕਿਹੜਾ ਕਿਸੇ ਦਾ ਗਿਆ। ਬਾਕੀ ਸੁੱਖੀ ਰੰਧਾਵਾ ਵਰਗੇ ਬੰਦੇ ਜਾਂ ਤੇ ਪਹਿਲਾਂ ਵੀ ਗੱਲ ਕਰਦੇ। ਹੁਣ ਸਿੱਧੂ ਦੀ ਤੁਸੀਂ ਗੱਲ ਕਰਦੇ, ਸਿੱਧੂ ਟਾਈਮ ਟੂ ਟਾਈਮ ਬੋਲਿਆ ਭਾਵੇਂ ਉਹ ਬੀਜੇਪੀ ਚ ਸੀ। ਮੈਂ ਏਦਾਂ ਨਹੀਂ ਕਹਿਣਾ ਵੀ ਸਿੱਧੂ ਦਾ ਕੁਛ ਸਪੋਰਟਰ ਆ, ਪਰ ਉਹਨੇ ਬੀਜੇਪੀ ਉਹਦਾ ਛੱਡੀ, ਉਹਨੇ ਸਿੱਧਾ ਕਹਿਤਾ ਮੈਨੂੰ ਅਕਾਲੀਆਂ ਦੀਆਂ ਆਹ ਗੱਲਾਂ ਨਹੀਂ ਚੰਗੀਆਂ ਲੱਗੀਆਂ। ਹੁਣ ਪ੍ਰਗਟ ਸਿੰਘ ਨੇ ਵੀ ਇਹ ਗੱਲ ਕੀਤੀ ਵੀ ਮੈਨੂੰ ਸੁਖਬੀਰ ਬਾਦਲ ਲੈ ਕੇ ਆਇਆ, ਪਰ ਜਦੋਂ ਮੈਂ ਦੇਖਿਆ ਸਭ ਕੁਝ ਗਲਤ ਹੋ ਰਿਹਾ ਮੈਂ ਜਵਾਬ ਦੇ ਦਿੱਤਾ। ਸੋ ਇਸ ਕਰਕੇ ਹੁਣ ਸੁਖੀ ਰੰਧਾਵਾ ਜਿਹੜਾ ਉਹ ਬਹੁਤ ਜ਼ਿਆਦਾ ਸਟੇਟਮੈਂਟ ਹਾਈ ਲੈਵਲ ਤੇ ਜਾ ਕੇ ਦੇਣ ਲੱਗ ਪਿਆ ਤੇ ਲੋਕਾਂ ਦਾ ਇਹ ਕੁਐਸਚਨ ਆਟੋਮੈਟਿਕਲੀ ਉੱਠੂਗਾ ਵੀ ਜਦੋਂ ਤੁਸੀਂ ਬਿਲਕੁਲ ਬਾਜ਼ਾਰ ਦੇ ਵਿੱਚ ਸੀਗੇ ਉਦੋਂ ਨਹੀਂ ਤੁਸੀਂ ਗੱਲ ਕੀਤੀ। ਸੋ ਬਾਕੀ ਹਾਂਜੀ ਇੰਨੀ ਕੀ ਗੱਲ ਕਰਨੀ ਸੀਗੀ। ਬਾਕੀ ਨਾਈਸ ਪ੍ਰੋਗਰਾਮ। ਬਰਿਆਣਾ ਸਾਹਿਬ ਸਾਡੇ ਪਿੰਡਾਂ ਦੇ ਆ, ਜਿੱਥੋਂ ਮੈਂ ਪੜ੍ਹਿਆ ਉੱਥੇ ਹੀ ਉਹ ਪੜ੍ਹੇ ਸੀ, ਕੱਲ ਹੋਈ ਸੀ ਗੱਲ ਮੇਰੀ ਉਹਨਾਂ ਨਾਲ। ਓਕੇ ਵੈਰੀ ਗੁੱਡ, ਥੈਂਕ ਯੂ। ਨਹੀਂ ਬਹੁਤ ਵਧੀਆ ਜਰਨਲਿਸਟ ਨੇ, ਥੈਂਕ ਯੂ। ਤੇ BBC ਵਾਲਿਆਂ ਨੇ ਬਰਜਿੰਦਰ ਸਿੰਘ ਹਮਦਰਦ ਕੈਪਟਨ ਦੇ ਰੂਸਾ ਦੀ ਫੋਟੋ ਠੋਕ ਛੱਡੀ ਆ ਹਨਾ। ਤੇ ਇਸ ਦੌਰਾਨ ਕਿਉਂਕਿ ਐਜ਼ ਏ ਜਰਨਲਿਸਟ ਉਹ ਵਿਚਰੀ ਹੈ ਜਿਹਦੇ ਨਾਲ ਵੀ ਗਈ ਹੈ ਸੋਨੀਆ ਜਾਂ ਹੋਰਾਂ ਨਾਲ ਜੋ ਮੁਲਾਕਾਤ ਕੀਤੀ ਹੈ ਐਜ਼ ਏ ਜਰਨਲਿਸਟ ਕੀਤੀ ਹੈ ਉਹਨੇ। ਉਸ ਤੋਂ ਬਾਅਦ ਜਦੋਂ ਇਹ ਸਬੰਧ ਜ਼ਿਆਦਾ ਬਦਨਾਮ ਹੋ ਗਏ ਤੇ ਹਰ ਇੱਕ ਨੇ ਕੰਨੀ ਖਸਕਾਈ ਹੈ। ਜੇ ਕਿਤੇ ਅਕਾਲੀਆਂ ਨਾਲ ਮਿਲ ਜਾਂਦੀ ਫੋਟੋ ਇਹਦੀ ਤੇ ਫਿਰ ਤੇ ਕਿਆ ਹੀ ਬਾਤਾਂ ਹੋ ਜਾਣੀਆਂ ਸੀ, ਬੱਲੇ ਬੱਲੇ ਹੋ ਜਾਣੀ ਸੀ। ਅਕਾਲੀ ਇਸ ਮਾਮਲੇ 'ਚ ਬਚ ਨਿਕਲੇ। ਤੇ ਸਾਡੇ ਨਾਲ ਬ੍ਰਾਹਮਣ ਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨੇ। ਸਿਆਟਲ ਇਲਾਕੇ ਦੇ ਲੋਕਾਂ ਲੋਟ ਚਾਹੁੰਦੇ ਹੋ ਲੰਮੇ ਰੂਟਾਂ ਤੋਂ ਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ, ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ। ਤੁਸੀਂ ਓਨਰ ਆਪਰੇਟਰ ਡਰਾਈਵਰ ਹੋ, ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਤੁਹਾਨੂੰ ਡਰਾਈਵਿੰਗ ਦੀ ਜੌਬ ਚਾਹੀਦੀ ਹੈ, ਪ੍ਰਤੀ ਘੰਟਾ ਆਵਰਲੀ ਪੇ ਕੀਤਾ ਜਾਂਦਾ ਹੈ। ਸੰਪਰਕ ਕਰੋ ਵਾਸ਼ਿੰਗਟਨ ਫੀਲਡ ਸਰਵਿਸ ਤੋਂ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 253 266 6924। ਗੈਰੀ ਧਾਲੀਵਾਲ ਹੋਰਾਂ ਦਾ ਨੰਬਰ ਹੈ 206 354 4060 206354 4060। ਸਵਾਗਤ ਬਾਈ ਜੀ ਤੁਹਾਡਾ 35 ਨੰਬਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਉਹ ਬਾਬਾ ਜੀ ਦਾ ਅੰਤ ਬਰਿਆਣਾ ਇਹਨਾਂ ਦਾ ਗੋਤ ਹੈ ਤੇ ਪਿੰਡ ਹੈ ਜੀ, ਦੱਸਿਓ ਜੀ। ਬਰਿਆਣਾ ਇਹਨਾਂ ਦਾ ਮੇਰੇ ਖਿਆਲ ਹੈ ਗੋਤ ਹੈ ਆਈ ਥਿੰਕ ਲਿਖਦੇ ਜੋ ਮੈਨੂੰ ਪਤਾ, ਮੈਨੂੰ ਕਲੀਅਰ ਨਹੀਂ ਹੈ। ਬਰਿਆਣਾ ਦੇ ਨਾਂ ਤੇ ਚਰਚਿਤ ਨੇ। ਬਰਿਆਰ ਵਾ ਕੇ ਬਰਿਆਣਾ ਰਾੜੇ ਨਾਲ ਲਿਖ ਦਿੰਦੇ ਆ ਨਾ। ਪੁੱਛ ਲਾਂਗੇ ਸਵੇਰੇ, ਪੁੱਛ ਲਾਂਗੇ। ਹਾਂ ਚਲੋ ਠੀਕ ਹੈ ਸਰ, ਚੰਗਾ, ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਬਾਈ ਜੀ, ਥੈਂਕ ਯੂ। ਤੇ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਕੰਮ ਕਰਨ ਦੇ ਤਜਰਬੇ ਯਾਫਤਾ ਸਰ ਤਰਸੇਮ ਸਿੰਘ ਗਿੱਲ CP, ਜਿਨ੍ਹਾਂ ਕੋਲੋਂ ਤੁਸੀਂ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕੋਈ ਸਾਂਝ ਬਣਾਉਣੀ ਹੈ ਤਾਂ ਸੰਪਰਕ ਕਰ ਸਕਦੇ ਹੋ। ਇਹਨਾਂ ਦੇ ਨਾਲ ਨਿਊਜਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਰਹਿੰਦੇ ਨੇ। ਤੇ ਤਰਸੇਮ ਸਿੰਘ ਹੋਰਾਂ ਦੇ ਨਾਲ ਤੁਸੀਂ ਜਿਹੜਾ ਉਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਹਰ ਤਰ੍ਹਾਂ ਦੀ ਰਿਟਰਨ ਭਰਵਾ ਸਕਦੇ ਹੋ। ਕਿਸੇ ਸਾਖ ਸੰਬੰਧੀ ਨੂੰ ਅਮਰੀਕਾ ਸੱਦਣਾ, ਗ੍ਰੀਨ ਕਾਰਡ, ਇਮੀਗ੍ਰੇਸ਼ਨ, ਵਰਕ ਪਰਮਿਟ, ਪੇਪਰ ਫਾਈਲਿੰਗ ਕਰਨੀ ਹੈ, ਇਹ ਸੇਵਾਵਾਂ CPA ਤਰਸੇਮ ਸਿੰਘ ਗਿੱਲ ਤੋਂ ਲੈ ਸਕਦੇ ਹੋ। ਸਾਡਾ ਜ਼ਿਕਰ ਕਰਨ ਤੇ ਰਿਆਇਤ ਮਿਲੇਗੀ ਕਿਉਂਕਿ ਆਪਣੇ ਬੜੇ ਪੁਰਾਣੇ ਸਰੋਤੇ ਨੇ ਬਾਈ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ, ਜਿਨ੍ਹਾਂ ਦਾ ਨੰਬਰ ਹੈ 484 764 9861 484 764 9861 ਨੰਬਰ ਹੈ CPA ਤਰਸੇਮ ਸਿੰਘ ਗਿੱਲ ਦਾ। ਰਿਟਰਨ ਸਰਵਿਸ ਤੇ ਪੇਪਰ ਫਾਈਲਿੰਗ ਦੇ ਲਈ ਹਮੇਸ਼ਾ ਸੰਪਰਕ ਕਰੋ। ਸਵਾਗਤ ਬਾਈ ਤੁਹਾਡਾ, ਵੈਲਕਮ। 18 ਨੰਬਰ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮੋਗਾ ਤੋਂ ਕੁਲਦੀਪ ਸਿੰਘ ਜੀ। ਸਰ ਕੁਲਦੀਪ ਸਿੰਘ ਬੋਲ ਰਹੇ ਜੀ ਮੋਗਾ ਤੋਂ। ਹਾਂਜੀ ਕੁਲਦੀਪ ਸਿੰਘ ਬਾਈ ਜੀ, ਸਵਾਗਤ ਤੁਹਾਡਾ ਜੀ। ਧੰਨਵਾਦ। ਆਪਣਾ ਸਰ ਮੈਂ ਗੱਲ ਕਰੂੰਗਾ ਕੱਲ ਜਿਹੜਾ ਆਪਣਾ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਮੈਚ ਹੋਇਆ ਹੈ ਕ੍ਰਿਕਟ ਦਾ, ਤੇ ਮੋਦੀ ਮੀਡੀਆ ਨੇ ਇੰਨਾ ਜਲੂਸ ਕੱਢਿਆ ਹੋਇਆ ਨਾ
ਕੀ ਇਹਨਾਂ ਬਾਰੇ ਕੋਈ ਗੱਲ ਕੀਤੀ ਜਾਵੇ। ਇੱਕ ਜਿਹੜਾ ਮੈਚ ਸੀਗਾ ਉਹ ਨਾਰਮਲੀ ਹੁੰਦੇ ਆ, ਸਾਰੇ ਗੇਮਾਂ ਖੇਡਦੇ, ਸਾਰੇ ਦੇਸ਼ ਖੇਡਦੇ, ਪਰ ਇਹ ਮੈਚ ਨੂੰ ਇੱਕ ਹਿੰਦੁਸਤਾਨ ਤੇ ਪਾਕਿਸਤਾਨ ਦੇ ਮੈਚ ਨੂੰ ਇੱਕ ਲੜਾਈ ਬਣਾ ਕੇ ਪੇਸ਼ ਕਰਨਾ, ਠੀਕ ਹੈ, ਇੰਨਾ ਜਲੂਸ ਇਹਨਾਂ ਨੇ ਕੱਢਿਆ। ਦੂਜਾ ਇੱਕ ਜਿਹੜੀ ਸਾਡੀ ਇੰਡੀਆ ਟੀਮ ਹੈਗੀ ਹੈ, ਸ਼ਾਇਦ ਬਹੁਤ ਮਿਲਦਾ ਲੋਕਾਂ ਦਾ ਇਹਦੇ ਤੇ ਧਿਆਨ ਘੱਟ ਗਿਆ। ਹੁਣ ਉਹਨਾਂ ਨੇ ਕੱਲ ਨਾ ਇੱਕ ਗੁੱਟਣੇ ਟੇਕੇ ਸੀਗੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ, ਬਲੈਕ ਜਿਹੜੀ ਲਾਈਫ ਮੈਟਰ ਨੂੰ ਸਪੋਰਟ ਕਰਨ ਲਈ, ਤੇ ਇਹ ਜਿਹੜੇ ਪਲੇਅਰ ਹੈਗੇ ਆ ਯਾਰ, ਇਹਨਾਂ ਨੂੰ ਕੀ ਤੁਸੀਂ ਠੀਕ ਹੈ ਉਹਨੂੰ ਸਪੋਰਟ ਕੀਤਾ, ਗੋਡੇ ਵੀ ਲਾਏ ਆ, ਗੁੱਟਣੇ ਵੀ ਟੇਕੇ ਤੁਸੀਂ ਜ਼ਮੀਨ ਦੇ ਉੱਪਰ। ਜਿਹੜਾ ਕਿਸਾਨ ਫਾਰਮਰ ਸਪੋਰਟ ਹੈ ਉਹ ਲਾਈਫ ਨਹੀਂ ਹੈ, ਉਹ ਵੀ ਤਾਂ ਇਨਸਾਨ ਹੈਗੇ ਆ। ਉਹਨਾਂ ਨੂੰ ਤੁਸੀਂ ਕਿਉਂ ਨਹੀਂ, ਜਿਹੜੇ ਕੰਮ ਤੁਸੀਂ ਕਰਦੇ ਫਿਰਦੇ ਆ, ਠੀਕ ਹੈ, 1 ਸਾਲ ਦੇ ਕਰੀਬ ਹੋ ਗਿਆ, ਪਿਛਲੀਆਂ ਠੰਡਾ ਲੜੇ ਬੈਠੇ ਹੋਏ ਆ, ਗਰਮੀ ਨਾਲ ਵੀ ਦੁਬਾਰਾ ਫਿਰ ਠੰਡ ਆ ਗਈ, ਉਹ ਇਨਸਾਨ ਨਹੀਂ ਹੈ। ਉਹਨਾਂ ਨੂੰ ਸਪੋਰਟ ਕੌਣ ਕਰੂਗਾ? ਤੁਹਾਡੇ ਲਈ ਪੈਸਾ ਹੀ ਸਭ ਕੁਛ ਸਹਿਮਤ ਹੋ ਗਿਆ, ਤੇ ਤੁਸੀਂ ਇੰਨੇ ਬੇਗੈਰ ਚੰਗੇ, ਤੁਹਾਡੀ ਜਿਹੜੀ ਜ਼ਮੀਰਾਂ ਹੀ ਮਰ ਚੁੱਕੀ ਹੈ, ਕੋਈ ਵੀ ਅੱਜ ਤੱਕ ਬੋਲੇ ਹੀ ਨਹੀਂ ਹੈ ਜਿੰਨੇ ਵੀ ਹੈਗੇ ਕਰੈਕਟਰ, ਤੇ ਤੁਸੀਂ ਤਾਂ ਡਰਾਮੇ ਕਰਦੇ ਆ, ਬਲੈਕ ਲਾਈਫ ਸਪੋਰਟ ਨਾਲ ਉਹਨੂੰ ਕਰਦੇ ਆ। ਕਿਸਾਨ ਜਿਹੜੇ ਬੈਠੇ ਵੀ ਤਾਂ ਇਨਸਾਨ ਹੀ ਹੈ, ਇਹਨਾਂ ਨੂੰ ਕਿਉਂ ਨਹੀਂ ਕੀਤਾ? ਇਹਨਾਂ ਲਈ ਜਿਹੜੇ ਹੈਗੇ ਆ ਜਿਸ ਤਰ੍ਹਾਂ ਦੇਖੋ ਤਾਂ ਤੁਸੀਂ ਪਤਾ ਨਹੀਂ ਸਮਝ ਨਹੀਂ ਆਉਂਦੀ ਜਾਂ ਤਾਂ ਤੁਸੀਂ ਡਰਪੋ ਲੋਕ ਹੈ ਜਾਂ ਤੁਸੀਂ ਪੈਸੇ ਨਾਲ ਇੰਨਾ ਪਿਆਰ, ਤੁਸੀਂ ਸੱਚ ਲਈ ਨਹੀਂ ਖੜ ਸਕਦੇ, ਹੋਰ ਤੁਸੀਂ ਕੀ ਕਰੋਗੇ? ਤੇ ਦੂਜਾ ਜਿਸ ਤਰ੍ਹਾਂ ਰਾਜਨੀਤੀ ਦੇ ਵਿੱਚ ਇਹ ਤਾਂ ਸਭ ਸਾਹਮਣੇ ਪੰਜਾਬ ਦੇ ਜਿਹੜੇ ਹਾਲਾਤ ਹੈ, ਭਰਾ ਮਾਰੂ ਜਿਹੜੀ ਜੰਗ ਇੱਥੇ ਚੱਲ ਰਹੀ ਹੈ, ਤੇ ਲੋਕ ਆਪ ਹੀ ਸਮਝਣ ਕਿ ਰਾਜਨੀਤਾਂ ਜਿਹੜੇ ਲੋਕ ਹੈਗੇ ਉਹਨਾਂ ਨੂੰ ਪੈਸੇ ਕੁਛ ਹੀ ਕਰਨਾ ਹੈਗਾ। ਅੱਜ ਪ੍ਰਚਾਰਕ ਹੈਗੇ, ਪ੍ਰਚਾਰਕਾਂ ਪਿੱਛੇ ਡਾਂਗਾ ਚੱਕੀ ਕਰਦੇ ਆ, ਜਿਹੜੇ ਜਥੇਦਾਰਾਂ ਪਿੱਛੇ, ਜਿਹੜੇ ਕਿਸਾਨਾਂ ਪਿੱਛੇ, ਇੱਕ ਜਿਹੜੇ ਪਿੱਛੇ ਇਹਨਾਂ ਦੇ ਪਿੱਛੇ ਇਹ ਵੰਡੀਆਂ ਪਾਉਣ ਵਾਲੇ ਲੋਕਾਂ ਨੂੰ ਲੋਕ ਸਮਝ ਰਹੇ ਜੀ ਸਾਡੇ ਨਾਲ ਜਦ ਪਤਾ ਸਰਕਾਰਾਂ ਕਰਾ ਗਈਆਂ ਤੇ ਤੁਸੀਂ ਕਾਹਤੋਂ ਇੱਕ ਦੂਜੇ ਨੂੰ ਸਿਰ ਪੜੀ ਜਾਂਦੇ ਹੋ। ਬਿਲਕੁਲ ਬਾਈ ਜੀ, ਉਹੀ ਹੈ ਨਾ, ਮਜ਼ਹਬ ਦੀ ਲੜਾਈ ਦੇ ਵਿੱਚ ਇਹ ਮਫਾਦ ਹੈ ਸਿਆਸਤਦਾਨਾਂ ਦਾ। ਉਧਰੋਂ ਦੇਸ਼ ਦੀਆਂ ਸੂਚਨਾਵਾਂ ਲੀਕ ਕਰਨ ਦੇ ਮਾਮਲੇ ਦੇ ਵਿੱਚ ਕੇਂਦਰੀ ਜਾਂਚ ਬਿਊਰੋ ਨੇ ਭਾਰਤੀ ਸਮੁੰਦਰੀ ਸੈਨਾ ਦੇ ਨੇਵੀ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉੱਚ ਪੱਧਰੀ ਜਾਂਚ ਦੇ ਆਦੇਸ਼ ਜਿਹੜੇ ਨੇ ਇੰਡੀਅਨ ਨੇਵੀ ਨੇ ਕੀਤੇ ਨੇ। ਇਸ ਸੰਬੰਧੀ ਜਿਹੜੀ 1 ਕਿਲੋ ਸ਼੍ਰੇਣੀ ਦੀ ਪਣਡੁੱਬੀ ਹੈ ਉਸ ਤੇ ਆਧੁਨਿਕੀਕਰਨ ਨਾਲ ਸੰਬੰਧਿਤ ਗੁਪਤ ਜਾਣਕਾਰੀ ਲੀਕ ਕਰਨ ਦੇ ਮਾਮਲੇ ਤੇ 2 ਰਿਟਾਇਰਡ ਵਿਅਕਤੀ ਤੇ ਇੱਕ ਨੇਵੀ ਦਾ ਅਧਿਕਾਰੀ ਗ੍ਰਿਫਤਾਰ ਕੀਤਾ ਗਿਆ ਤੇ ਇਸ ਸੰਬੰਧੀ ਜਾਣਕਾਰੀ ਸਾਹਮਣੇ ਆਈ ਹੈ ਕਿ ਨੇਵੀ ਨੇ ਇਹ ਜਾਣਕਾਰੀ ਲੀਕ ਦੀ ਜਾਂਚ ਦੇ ਲਈ ਵਾਈਸ ਐਡਮਿਰਲ ਤੇ ਰੀਅਲ ਐਡਮਿਰਲ ਦੇ ਤਹਿਤ ਇੱਕ ਉੱਚ ਪੱਧਰੀ ਜਾਂਚ ਆਦੇਸ਼ ਦਿੱਤਾ ਤਾਂ ਜੋ ਅਜਿਹੀ ਘਟਨਾ ਨੂੰ ਰੋਕਿਆ ਜਾਵੇ। ਸੂਤਰਾਂ ਦੇ ਮੁਤਾਬਕ ਏਜੰਸੀਆਂ ਤੋਂ ਇਨਪੁਟ ਮਿਲਣ ਤੋਂ ਬਾਅਦ ਸੀਬੀਆਈ ਨੇ ਕਮਾਂਡਰ ਰੈਂਕ ਦੇ ਇੱਕ ਸੇਵਾ ਕਰ ਰਹੇ ਮੌਜੂਦਾ ਨੇਵੀ ਅਧਿਕਾਰੀ ਨੂੰ ਗ੍ਰਿਫਤਾਰ ਕੀਤਾ ਜੋ ਮੌਜੂਦਾ ਸਮੇਂ ਰਿਟਾਇਰਡ ਅਧਿਕਾਰੀਆਂ ਨੂੰ ਕਿਲੋ ਕਲਾਸ ਪਣਡੁੱਬੀ ਆਧੁਨਿਕ ਪ੍ਰੋਜੈਕਟ ਨਾਲ ਸੰਬੰਧਿਤ ਜਾਣਕਾਰੀ ਦੇ ਰਿਹਾ ਸੀ ਤੇ ਮੁੰਬਈ ਦੇ ਵਿੱਚ ਤਾਇਨਾਤ ਸੀ। ਸੀਬੀਆਈ ਇਸ ਦੀ ਹੋਰ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਕੇਂਦਰੀ ਜਾਂਚ ਏਜੰਸੀ ਸੀਬੀਆਈ ਦੁਆਰਾ ਇਸ ਜਾਂਚ ਦੇ ਵਿੱਚ ਜਿਹੜਾ ਕਾਫੀ ਇਨਪੁਟ ਮਿਲਣ ਦੀ ਉਮੀਦ ਹੈ। ਸੋ ਤੁਸੀਂ ਵੇਖੋ ਕਿ ਐਡੇ ਉੱਚੇ ਅਹੁਦਿਆਂ ਤੇ ਬੈਠੇ ਲੋਕ ਵੀ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ। ਡੀਜ਼ਲ ਤੇ ਪੈਟਰੋਲ ਛੜੱਪੇ ਮਾਰ ਕੇ ਵਧ ਰਿਹਾ। ਇਸ ਮਾਮਲੇ 'ਚ ਬੀਜੇਪੀ ਸਰਕਾਰ ਦੀ ਕਿਰਕਰੀ ਹੋ ਰਹੀ ਹੈ ਪਰ ਵਿਰੋਧੀ ਪਾਰਟੀਆਂ ਮਾੜਾ ਮੋਟਾ ਰੌਲਾ ਪਾਉਂਦੀਆਂ ਨੇ, ਕਿਤੇ ਵੀ ਕੋਈ ਗੱਲ ਨਹੀਂ ਬਣਦੀ। ਨੈਸ਼ਨਲ ਮੀਡੀਆ ਸਾਰਾ ਕਾਰਪੋਰੇਟ ਦੇ ਕੋਲ ਆ, ਪੋਲੀਟੀਕਲ ਪਾਰਟੀਆਂ ਦੇ ਕੋਲ ਆ, ਜਿਸ ਕਰਕੇ ਕੁਝ ਨਹੀਂ ਹੋ ਰਿਹਾ। ਹਾਲਾਂਕਿ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਖਿਆ ਕਿ ਤੇਲ ਕੀਮਤਾਂ ਘਟਾਉਣ ਦੇ ਵਾਸਤੇ ਸਾਊਦੀ ਅਰਬ, ਖਾੜੀ ਦੇਸ਼ਾਂ ਤੇ ਰੂਸ ਨਾਲ ਗੱਲਬਾਤ ਚੱਲ ਰਹੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਸਾਡੀ ਗੱਲਬਾਤ ਅਗਰ ਨੇਪਰੇ ਚੜ੍ਹਦੀ ਹੈ ਤਾਂ ਤੇਲ ਕੀਮਤਾਂ ਨੂੰ ਠੱਲ ਪੈਗੀ। ਰੋਜ਼ 35-35 ਪੈਸੇ ਪੈਟਰੋਲ ਡੀਜ਼ਲ ਵਧ ਰਿਹਾ ਜਿਸ ਕਰਕੇ ਆਮ ਲੋਕ ਬੜੇ ਪਰੇਸ਼ਾਨੀ ਦੇ ਹਾਲਾਤਾਂ ਦੇ ਵਿੱਚ ਨੇ, ਖਾਸ ਕਰਕੇ ਜਿਸ ਤਰ੍ਹਾਂ ਖੇਤੀ ਸੈਕਟਰ ਦੇ ਵਾਸਤੇ, ਆਮ ਲੋਕਾਂ ਦੇ ਵਾਸਤੇ ਇਹ ਵਧਦੀਆਂ ਤੇਲ ਕੀਮਤਾਂ ਇੱਕ ਵੱਡੀ ਸਮੱਸਿਆ ਬਣ ਰਹੀਆਂ ਨੇ। ਉਧਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਜਿਸ ਨੂੰ ਡਰੱਗ ਰੈਕਟ ਮਾਮਲੇ 'ਚ ਫੜਿਆ ਸੀਗਾ, ਇਸ ਮਾਮਲੇ 'ਚ ਕੱਲ੍ਹ ਨੂੰ ਸੁਣਵਾਈ ਹੋਣੀ ਹੈ। ਕੱਲ੍ਹ ਦੁਪਹਿਰ ਤੱਕ ਇਹ ਸੁਣਵਾਈ ਟਾਲ ਦਿੱਤੀ ਗਈ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਬੰਬੇ ਹਾਈ ਕੋਰਟ ਦੇ ਵਿੱਚ ਕਰੂਜ਼ ਦੇ ਵਿੱਚੋਂ ਨਸ਼ਾ ਬਰਾਮਦਗੀ ਮਾਮਲੇ ਦੇ ਵਿੱਚ ਆਰੀਅਨ ਖਾਨ ਦੀ ਪਟੀਸ਼ਨ ਦਾ ਵਿਰੋਧ ਕੀਤਾ ਕਿ ਉਹ ਨਾ ਸਿਰਫ ਨਸ਼ੇੜੀ ਹੈ ਸਗੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵੀ ਕਰਦਾ ਹੈ ਤੇ ਇਸ ਦੌਰਾਨ ਜਿਹੜਾ 10 ਲੱਖ ਰੁਪਇਆ ਪਰ ਡੇ ਦੇ ਹਿਸਾਬ ਦੇ ਨਾਲ ਉੱਚਾ ਵਕੀਲ ਹੈ, ਜਿਹੜਾ ਮਹਿੰਗੇ ਭਾਅ ਦੇ ਵਕੀਲ ਹੈ ਜਿਹੜਾ ਸ਼ਾਹਰੁਖ ਨੇ ਲਿਆਂਦਾ ਤੇ ਇਸੇ ਦੌਰਾਨ ਹਾਈਕੋਰਟ ਨੇ ਦੱਸਿਆ, ਆਰੀਅਨ ਖਾਨ ਦੇ ਵਕੀਲਾਂ ਨੇ ਹਾਈਕੋਰਟ ਨੂੰ ਦੱਸਿਆ ਕਿ ਐਨਸੀਬੀ ਦੇ ਅਧਿਕਾਰੀ ਸਮੀਰ ਵਾਨਖੇੜੇ ਤੇ ਕੋਈ ਸਿਆਸੀ ਹਸਤੀਆਂ ਵੱਲੋਂ ਇੱਕ ਦੂਜੇ ਤੇ ਜੋ ਦੋਸ਼ ਲਗਾਏ ਜਾ ਰਹੇ ਨੇ ਉਹਨਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਕਾਬਿਲ ਜ਼ਿਕਰ ਹੈ ਕਿ ਇਸ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਹੀ ਉੱਚ ਅਧਿਕਾਰੀ ਸਮੀਰ ਵਾਨਖੇੜੇ ਤੇ ਸ਼ਾਹਰੁਖ ਤੋਂ 25
सॉरी कॉलर एक जुड़े ने। स्वागत, सत श्री अकाल तुहाडा, वेलकम जी। 1500 नंबर मुकद्दर जी। हाँ जी, सत श्री अकाल राणा साहब। सत श्री अकाल जी। हाँ जी सर, मैं आही मसले ते अपना पंजाब गौरमेंट वाले की गल करनी सी। देखो अपना सिद्धू बारे जी, मैं ना अगे भी कई थोड़े को देखो गल करी है, कई बार लगता होना भी पता नहीं होगा किन्ना कुछ सपोर्टर है, पर मैं सपोर्ट तो करदा ही देखो सिद्धू पर जिवें मोदी वांगू अंध भगत नहीं है भी, जिवें कहने भी चाहे 2000 में भी तेल हो जाए वोट आपां मोदी नहीं पानी है जी। पर किते ना किते देखो मेरी सोच नाल देखो ये गल्लां जायज लगदियां ने। जो अपना GST का मुद्दा होया सी, देखो उदों भी इहने सिद्धू ने कल्ले ने ठोक के ये गल कही सी भी तुसीं सेंटर ਤੋਂ ट्रूथां खड़ाऊगा जी। जो मनप्रीत बादल हरी कहने हन कि साडे वास्ते बड़ी वधिया गल है जी। हुण भी उन्हें वाध अधिकारां दी देखो खेती कानूनां ते भी उन्हें गल करी भी मुद्दे रद्द होने चाहिए ने, सूबे दे अधिकारां ते डक है जी GSF ते भी। बाकी जिहड़ी गल कहंदे ने देखो अपने इतना परसैप्शन बना दिंदे ने जिवें ओही भी ये बोलदा ज्यादा जी, ये ऐ करदा जी। देखो वो चलो ओहदी हो जाती है, कईयां दी ऐ हो जाती भी वो चाह के भी उस तो बाहर नहीं आ सकते, अपना जिहड़ा ओवरा हुंदा जी बंदे दा। पर लोकां वास्ते देखो गल करदा जी वो बंदा, चाहे जिवें मर्जी है भी। आपां कह दिंदे भी इहनूं सियासत नहीं होंदी। सियासत दा मतलब यही है भी मिसला जा हो के चली चले भी बोले ना, वो आपां अपने लोकां दे यही हुंदा कि रौला क्यों पाउंदा जी सियासत। वो उस हिसाब दी सियासत करदा नहीं, मेरे हिसाब नाल तां चंगी गल है जी। वो ये सियासत दूजिआं वाली करदा नहीं है बंदा जी। बाकी तुसीं अपने विचार दिओ जी। मेरे हिसाब नाल ठीक करदा जी, इहो जिहा बंदा ही कोई ना कोई सुधार कर सकदा जिहड़ा सिर फिरिਆ हुंदा जी। जो मिसला हो के चलण वाले ਉਹਦਾ ਫਿਰ ਫਾਇਦੇ ਹੈਗੇ ਹੀ ਨਹੀਂ ਜੀ, ਫਿਰ ਸਾਰੇ ਚੱਲੀ ਜਾਂਦੇ ਨੇ। थैंक यू। बिल्कुल इदां ही पत्रकारी च वीर मुकद्दर के जिहड़े जुकामी पत्रकार ने अपना करी जांदे ने जर दे वास्ते जमीर मार लैंदे ने ते ये कारण है। ये है कि इन्हां लोकां दे हालात हुंदे माड़े ने। वैसे ये गल तां मननी है कि वो अपनी जमीर नाल जे समझौता करके कमाई करदे ने तां भी माड़े ने, जे जमीर दी सुन के जुरत करदे ने बोलदे ने तां फिर हाशिए ते जांदे ने, नुकसाने जांदे ने। सो जमीर दी आवाज़ सुनने वाले अक्सर नुकसाने जांदे ने। इस समय दा सच है किसी भी पेशे दे विच होवे। सियासतदान भी तुसीं वेख लो, भावें वीर दविंदर है, जगमीत बराड़ है जां होर लोक ने जेड़े डॉक्टर गांधी है, मतलब जेड़े जुरत नाल गल करदे ने है ना, ते ओह अक्सर नूं नुकसाने जांदे ने। धौन झका के यस सर करदे रहो, जी हजूरी करदे रहो, टाइम टपाउंदे रहो। ये वैसे दौरे सियासत नहीं, दौरे दुनिया ये हालात हो गए ने। खैर जसवीर भुल्लर दी कहानी साझी करांगे। मैं कॉल नहीं लवांगा, होर माफी चाहुंदा। सोमवार तो लैके दोस्तों टिवाणा रेडियो सुन रहे सारे सज्जनां दा परमिंदर सिंह टिवाणा वालों पटियाला स्टूडियो तो स्वागत है। ते सोमवार तो लैके शनिवार तक सवेरे 6 बजे तो लैके 8 बजे तक ते शाम नूं 6:30 बजे तो लैके 8:30 बजे तक आपां पटियाला स्टूडियो तो लाइव जुड़दे हां। राजनीतिक चर्चा दे वास्ते एडवोकेट सुरेंद्र सिंह जुड़दे ने ते होर वख-वख शोबिਆਂ ਦੇ ਨਾਲ जुड़ियां शख्सियतां भी इस प्रोग्राम ਦਾ हिस्सा ਹੁੰਦੀਆਂ ਨੇ। ਸਾਡੇ ਨਾਲ ਪ੍ਰੋਗਰਾਮ ਤੁਸੀਂ ਸਾਡੀ ਵੈਬਸਾਈਟ tiwanaradio.com ਦੇ ਜ਼ਰੀਏ ਸੁਣ ਸਕਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਪੇਜ, YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ ਤੇ ਬੈਲ ਆਈਕਨ ਦਬਾਵੋ। ਤੇ ਇਸੇ ਦੌਰਾਨ ਜਿਹੜਾ ਅਮਰੀਕਾ ਦੇ ਵਿੱਚ ਕਾਲ ਟੂ ਲਿਸਨ ਨੰਬਰ ਹੈ 667 930 9260, ਉਸ ਨੰਬਰ ਤੇ ਵੀ ਤੁਸੀਂ ਡਾਇਲ ਕਰਕੇ ਇਹਨਾਂ ਪ੍ਰੋਗਰਾਮਾਂ ਨੂੰ ਸੁਣ ਸਕਦੇ ਹੋ। 667 930 9260 ਇਹ ਕਾਲ ਟੂ ਲਿਸਨ ਨੰਬਰ ਹੈ। ਇਸ ਤੋਂ ਇਲਾਵਾ ਉੱਥੇ ਤੁਹਾਨੂੰ ਸਾਡੇ ਬਾਕੀ ਸੰਪਰਕ ਨੰਬਰ ਵੀ ਮਿਲਣਗੇ। ਜਿਸ ਨੰਬਰ ਤੇ ਤੁਸੀਂ ਸਟੂਡੀਓ ਦੇ ਵਿੱਚ ਗੱਲ ਕਰਦੇ ਹੋ ਉਹ ਨੰਬਰ ਹੈ 9876 09655 98763 09655। ਇਹ ਨੰਬਰ ਤੇ WhatsApp ਗਰੁੱਪ ਆਪਾਂ ਬਣਾਇਆ ਹੋਇਆ 9876 09655 ਨੰਬਰ ਤੇ। ਸੋ ਇਸ WhatsApp ਗਰੁੱਪ ਦੇ ਵਿੱਚ ਆਪ ਜੀ ਸ਼ਾਮਲ ਹੋ ਸਕਦੇ ਹੋ। ਜਦੋਂ ਵੀ ਪ੍ਰੋਗਰਾਮ ਲਾਈਵ ਹੁੰਦਾ ਹੈ ਤੇ ਨਾਲ ਦੀ ਨਾਲ ਤੁਹਾਨੂੰ ਉਸ ਦਾ ਲਿੰਕ ਭੇਜ ਦਿੱਤਾ ਜਾਂਦਾ, ਕਿਉਂਕਿ ਕੱਲ੍ਹ ਨੂੰ ਚੈਨਲ ਬਦਲ ਗਿਆ, ਕੋਈ ਹੋਰ ਦਿੱਕਤ ਹੈ, ਇਸ ਦੇ ਜ਼ਰੀਏ ਤੁਹਾਡਾ ਤੇ ਸਾਡਾ ਰਾਬਤਾ ਬਣਿਆ ਰਹੇਗਾ। ਸੋ ਇਸ ਨੰਬਰ ਤੇ ਰਿਕਾਰਡਡ ਸੁਨੇਹਾ ਵੀ ਛੱਡਿਆ ਜਾ ਸਕਦਾ। ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ ਤਾਂ ਸਬਸਕ੍ਰਿਪਸ਼ਨ ਲੈ ਸਕਦੇ ਹੋ। $20 ਮੰਥਲੀ ਹੈ। ਆਪਣੀ ਇੱਛਾ ਦੇ ਮੁਤਾਬਕ ਵੱਧ ਘੱਟ ਵੀ ਕਰ ਸਕਦੇ ਹੋ। ਜਿਵੇਂ ਅਖਬਾਰ ਦਾ ਤਾਂ ਫਿਕਸ ਰੇਟ ਹੁੰਦਾ ਕਿ ₹5 ਦਾ ਲੈਣਾ, ਤੇ ਕਈ ਵਾਰੀ ਮੰਦਹਾਲੀ ਜੋ ਵੀ ਰੇਟ ਘਟਾ ਦਿੰਦੇ ਨੇ ਕਿ ਅੱਧੇ ਸਾਲ ਦੇ ਪੈਸੇ ਦੇ ਦਿਓ, ਸਾਲ ਭਰ ਖਬਰਾਂ ਲਓ। ਤੇ ਇਹ ਮੈਂ ਸਮਝਦਾ ਕਿ ਨਿਰਪੱਖ ਮੀਡੀਆ ਦੇ ਵਾਸਤੇ ਆਪਣੇ ਵਿੱਤੀ ਖਰਚੇ ਚੱਕਣੇ ਜ਼ਰੂਰੀ ਹੈ, ਨਹੀਂ ਤਾਂ ਫਿਰ ਉਹ ਅਜਿਹੇ ਸਪਾਂਸਰਾਂ ਦੇ ਪ੍ਰਭਾਵ ਦੇ ਵਿੱਚ ਆ ਜਾਂਦਾ ਹੈ
ਅਜਿਹੇ ਸਿਆਸਤਦਾਨਾਂ ਦੇ ਪ੍ਰਭਾਵ ਦੇ ਵਿੱਚ ਆ ਜਾਂਦਾ ਕਿ ਮੀਡੀਆ ਨੂੰ ਆਪਣੀ ਜਿਹੜੀ ਜ਼ੁਬਾਨ ਦਬਾਉਣੀ ਪੈਂਦੀ ਹੈ, ਮਜਬੂਰੀ ਬਣ ਜਾਂਦੀ ਹੈ। ਇਹ ਕਾਰਨ ਹੈ ਕਿਉਂਕਿ ਮੀਡੀਆ ਦੇ ਵੀ ਖਰਚੇ ਹੁੰਦੇ ਨੇ। ਸੋ ਇਸ ਕਰਕੇ ਪ੍ਰੋਗਰਾਮਾਂ ਨੂੰ ਪਸੰਦ ਕਰਦੇ ਹੋ, ਸਬਸਕ੍ਰਿਪਸ਼ਨ ਲੈ ਸਕਦੇ ਹੋ, ਪੇਪਾਲ ਤੇ ਪੇ ਕੀਤਾ ਜਾ ਸਕਦਾ। ਸੰਪਰਕ ਸਾਡੇ ਵੈਬਸਾਈਟ ਤੇ ਮਿਲਣਗੇ ਜਾਂ ਫਿਰ ਵੈਸਟਰਨ ਯੂਨੀਅਨ ਜਾਂ ਮਨੀਗ੍ਰਾਮ ਦੇ ਰਾਹੀਂ ਵੀ ਆਪ ਜੀ ਸਪੋਰਟ ਕਰ ਸਕਦੇ ਹੋ। ਬੈਂਕ ਅਕਾਊਂਟ ਵੀ ਉੱਥੇ ਤੁਹਾਨੂੰ ਮਿਲ ਜਾਏਗਾ ਵੈਬਸਾਈਟ ਤੇ, ਜਾਂ ਮੇਰੇ ਤੋਂ ਸੰਪਰਕ ਕਰ ਸਕਦੇ ਹੋ 9876309655। ਇਹ ਬੇਨਤੀਆਂ ਬਰਫ਼ ਦਾ ਦਾਨਵ ਕਹਾਣੀ ਹੈ ਜਸਵੀਰ ਭੁੱਲਰ ਦੀ, ਜਿਹੜੇ ਬਰਫ਼ ਦੇ ਵਿੱਚ ਗਲ ਗਏ ਨੇ। ਤੁਸੀਂ ਵੇਖੋ ਕਿੰਨੇ ਸਾਲਾਂ ਬਾਅਦ ਫੌਜੀ ਜਵਾਨਾਂ ਦੀਆਂ ਲਾਸ਼ਾਂ ਨਿਕਲਦੀਆਂ ਨੇ। ਤੋ ਸਿਆਚਨ ਦੁਨੀਆ ਦਾ ਸਭ ਤੋਂ ਵੱਡਾ ਰਣ ਖੇਤਰ ਹੈ। ਉਸ ਖਿੱਤੇ ਦੀ ਇਹ ਕਹਾਣੀ ਹੈ ਜਿੱਥੇ ਹਰ ਚੀਜ਼ ਜੰਮ ਜਾਂਦੀ ਹੈ। -50 ਡਿਗਰੀ ਤੱਕ ਤਾਪਮਾਨ ਹੈ, ਪਰ ਬਰਫ਼ ਦੇ ਵਾਸਤੇ ਕਿਵੇਂ ਦੋਨੋਂ ਮੁਲਕ ਆਪਣੀਆਂ ਜਾਨਾਂ ਗਵਾਉਂਦੇ ਨੇ। ਝੱਖੜ ਬੜਾ ਮੂੰਹ ਜ਼ੋਰ ਸੀ, ਬਰਫ਼ ਦੇ ਗੁਬਾਰ ਅੰਬਰ ਤੱਕ ਫੈਲੇ ਹੋਏ ਸਨ। ਉੱਥੇ ਕੁਝ ਵੀ ਅਸਲੀ ਨਹੀਂ ਸੀ ਦਿਸ ਰਿਹਾ। ਜੇ ਅਸਲੀ ਸੀ ਤਾਂ ਇੱਕ ਚਿੱਟੀ ਬਰਫ਼ ਤੇ ਫਿਰ ਬਰਫ਼ ਦਾ ਉਹ ਟਿੱਬਾ ਜੋ ਸਾਹ ਲੈਂਦਾ ਪ੍ਰਤੀਤ ਹੁੰਦਾ ਸੀ। ਅਚਨਚੇਤੀ ਬਰਫ਼ ਦਾ ਉਹ ਟਿੱਬਾ ਤਿੜਕ ਗਿਆ। ਉਸ ਦੇ ਵਿੱਚੋਂ ਚਿੱਟੇ ਦਸਤਾਨੇ ਵਾਲਾ ਹੱਥ ਬਾਹਰ ਨਿਕਲਿਆ। ਉਸ ਹੱਥ ਨੇ ਹਵਾ ਨੂੰ ਫੜਨ ਦਾ ਯਤਨ ਕੀਤਾ, ਬਾਰ-ਬਾਰ ਮੁੱਠੀ ਖੋਲੀ ਤੇ ਬੰਦ ਕੀਤੀ। ਪਤਾ ਨਹੀਂ ਉਹ ਹੱਥ ਹਵਾ ਨੂੰ ਫੜ ਵੀ ਸਕਿਆ ਜਾਂ ਨਹੀਂ, ਪਰ ਇੰਨਾ ਜ਼ਰੂਰ ਹੋਇਆ ਕਿ ਦਸਤਾਨੇ ਵਾਲਾ ਦੂਸਰਾ ਹੱਥ ਵੀ ਬਰਫ਼ ਦੇ ਵਿੱਚੋਂ ਬਾਹਰ ਝਾਕਿਆ ਤੇ ਫਿਰ ਅਸਮਾਨ ਵੱਲ ਫੈਲ ਗਿਆ। ਇੱਕ ਵਿਸ਼ਾਲ ਦੇ ਆਪਣੇ ਆਪ ਨੂੰ ਬਰਫ਼ ਦੇ ਦਾਨਵ ਦੀ ਕੈਦ ਚੋਂ ਮੁਕਤ ਕਰਕੇ ਬਾਹਰ ਆ ਗਈ ਤੇ ਕੁਝ ਚਿਰ ਬਾਅਦ ਉੱਥੇ ਹੀ ਗੋਠੜੀਆਂ ਮੁੱਧੀ ਮਾਰੀ, ਸਿਰ ਸੁੱਟੀ, ਲੰਮੇ ਸਾਹ ਲੈਂਦਾ ਰਿਹਾ ਉਹ, ਤੇ ਸਾਹ ਕੁਝ ਸਾਵੇਂ ਹੋਏ ਤੇ ਫਿਰ ਉਸਨੇ ਸਿਰ ਛੰਡਿਆ, ਬਰਫ਼ ਉੱਤੇ ਜ਼ੋਰ-ਜ਼ੋਰ ਦੀ ਮੁੱਕੀਆਂ ਮਾਰ ਕੇ ਲਹੂ ਨੂੰ ਹਰਕਤ ਦਿੱਤੀ, ਫਿਰ ਤਣ ਕੇ ਖਲੋ ਗਿਆ ਜਿਵੇਂ ਕੋਈ ਬਰਫ਼ ਦਾ ਮਾਨਵ, ਹਿਮ ਮਾਨਵ ਆਪਣੇ ਚਿੱਟੇ ਰਾਜ ਭਾਗ ਉੱਤੇ ਨਿਗਾਹ ਮਾਰ ਲਈ ਉੱਠਿਆ ਹੋਵੇ। ਕਿੰਨੀ ਸਾਰੀ ਬਰਫ਼ ਉਹਦੇ ਸਰੀਰ ਤੋਂ ਮਿੱਟੀ ਵਾਂਗ ਝੜ ਗਈ। ਉਹਦਾ ਉੱਚਾ ਭਰਵਾਂ ਕੱਦ ਕਾਠ ਗਲੇਸ਼ੀਅਰ ਉੱਤੇ ਪਾਉਣ ਵਾਲੇ ਵਿਸ਼ੇਸ਼ ਕੱਪੜਿਆਂ ਦੇ ਵਿੱਚ ਹੋਰ ਵੀ ਭਾਰਾ ਲੱਗ ਰਿਹਾ ਸੀ। ਆਦੰਬੋ ਤੂਫਾਨ ਦੀਆਂ ਚੀਕਾਂ ਕੰਨਾਂ ਦੇ ਪਰਦੇ ਪਾੜਨ ਲੱਗੀਆਂ। ਦਾਣਾ ਖੰਡ ਵਾਲੀ ਬਰਫ਼ ਉਹਦੇ ਨਾਲ ਖਹਿ ਕੇ ਲੰਘ ਰਹੀ ਸੀ ਤੇ ਉਹਦੇ ਨਾਲ ਵੱਜ ਕੇ ਰੁਕ ਰਹੀ ਸੀ। ਬਰਫ਼ ਦੀ ਵਾਛੜ ਦੇ ਨਾਲ ਉਹਦੇ ਚਿਹਰੇ ਉੱਤੇ ਤਿੱਖੀਆਂ ਸੂਈਆਂ ਚੁੱਭ ਰਹੀਆਂ ਸਨ। ਝੱਖੜ ਦਾ ਵੇਗ ਇੰਨਾ ਤੇਜ਼ ਸੀ ਕਿ ਉਹਦੇ ਪੈਰ ਉਖੜ ਰਹੇ ਸਨ। ਜੇ ਉਹ ਟਾਹਣੀਓਂ ਟੁੱਟਿਆ ਪੱਤਾ ਹੁੰਦਾ ਤਾਂ ਹਵਾ ਦੀ ਗਤੀ ਨਾਲ ਉੱਡਦਾ ਤੁਰਿਆ ਜਾਂਦਾ, ਪਰ ਉਹ ਇੱਕ ਫੌਜੀ ਸੀ, ਸੈਨਿਕ ਸੀ। ਇਸ ਲਈ ਉਹ ਘੁਰਨਾ ਪੱਟ ਕੇ ਬੈਠਣਾ ਉੱਥੇ ਉਸਦਾ ਵਾਜਬ ਸੀ। ਉਸਨੇ ਕਾਹਲੀ ਨਾਲ ਤੂਫਾਨ ਵੱਲ ਪਿੱਠ ਕਰਕੇ ਬੈਠ ਗਿਆ ਤੇ ਮੁੱਠੀਆਂ ਮੀਚ ਕੇ ਉਸਨੇ ਬਰਫ਼ ਉੱਤੇ ਟਿਕਾ ਦਿੱਤੀਆਂ ਤੇ ਹਾਰੇ ਹੁੱਟੇ ਮਨੁੱਖ ਵਾਂਗ ਸਿਰ ਰੱਖ ਦਿੱਤਾ। ਫਿਰ ਕੁਝ ਚਿਰ ਉਹ ਇਸੇ ਤਰ੍ਹਾਂ ਪਿਆ ਰਿਹਾ। ਉਹਦੇ ਜ਼ਿਹਨ ਉੱਤੇ ਪਸਰੀ ਹੋਈ ਧੁੰਦ ਥੋੜ੍ਹੀ ਜਿਹੀ ਛਣੀ। ਉਹ ਕੁਝ ਆਪਣੇ ਆਪ ਵੱਲ ਪਰਤਿਆ ਤਾਂ ਪਰੇਸ਼ਾਨ ਜਿਹਾ ਹੋ ਗਿਆ। ਉਹ ਕਿੱਥੇ ਸਨ? ਤੁਰਨ ਵੇਲੇ ਉਹ 12 ਫੌਜੀ ਸਨ, 10 ਤੇ 2 12, ਤੇ ਹੁਣ ਆਲੇ ਦੁਆਲੇ ਕੁਝ ਵੀ ਨਹੀਂ ਹੈ। ਉਹ ਫੌਜੀ ਜਵਾਨ ਸੋਚ ਰਿਹਾ ਸੀ। ਉਸ ਵੱਲ ਉਹਨੇ ਜਿੰਨਾ ਕੁ ਵੇਖਣਾ ਸੀ ਉਹ ਵੀ ਅਣਵੇਖਿਆ ਹੀ ਰਹਿ ਗਿਆ ਤੇ ਉਹਦੀਆਂ ਖੋਪਿਆਂ ਵਰਗੀਆਂ ਐਨਕਾਂ ਉੱਤੇ ਵੀ ਬਰਫ਼ ਜੰਮ ਗਈ ਸੀ। ਉਹਦੇ ਦਸਤਾਨੇ ਵਾਲਾ ਹੱਥ ਸ਼ੀਸ਼ਿਆਂ ਉੱਤੇ ਰਗੜ ਕੇ ਬਰਫ਼ ਪੂੰਝੀ ਐਨਕਾਂ ਤੋਂ। ਬਰਫ਼ ਦੀ ਵਿਛਾੜ ਤੋਂ ਬਚਣ ਲਈ ਉਹਨੇ ਚਿਹਰੇ ਸਾਹਮਣੇ ਹੱਥਾਂ ਦਾ ਓਹਲਾ ਕਰ ਲਿਆ ਤੇ ਧੌਣ ਪਿਛਾਂਹ ਮੋੜੀ। ਹੱਥਾਂ ਨੇ ਬਰਫ਼ ਉੱਤੇ ਵਿਛਿਆ ਦ੍ਰਿਸ਼ ਢੱਕ ਦਿੱਤਾ ਤੇ ਉਹ ਥੋੜਾ ਜਿਹਾ ਉੱਪਰ ਉਸਨੇ ਹੱਥ ਕੀਤਾ ਤਾਂ ਉਹ ਹੈਰਾਨ ਰਹਿ ਗਿਆ। ਉਹਦੇ ਨੇੜੇ ਹੀ ਇੱਕ ਕਾਂ ਮਰਿਆ ਪਿਆ ਸੀ। ਗਲੇਸ਼ੀਅਰ ਬਰਫ਼ ਸੀ, ਨਿਰੀ ਬਰਫ਼। ਉੱਥੇ ਮਿੱਟੀ ਨਹੀਂ ਸੀ। 4-5 ਹਜ਼ਾਰ ਫੁੱਟ ਹੇਠਾਂ ਤੱਕ ਵੀ ਮਿੱਟੀ ਨਹੀਂ ਸੀ। ਉੱਥੇ ਫੁੱਲ ਨਹੀਂ ਸਨ ਉੱਗਦੇ, ਉੱਥੇ ਕਰੂੰਬਲਾਂ ਨਹੀਂ ਸਨ ਫੁੱਟਦੀਆਂ, ਉੱਥੇ ਕੁਝ ਵੀ ਆਪਣੀ ਸਹਿਜ ਹਾਲਤ ਦੇ ਵਿੱਚ ਜਿਉਂਦਾ ਨਹੀਂ ਸੀ ਰਹਿ ਸਕਦਾ। ਅੰਤਾਂ ਦੀ ਸੀਤ ਬਸ ਇੱਕ ਲਦਾਖੀ ਕਾਂ ਹੀ ਸੀ ਜਿਸ ਨੂੰ ਕੁਝ ਨਹੀਂ ਸੀ ਹੁੰਦਾ। ਉਸ ਬਰਫ਼ ਦੇ ਵਿੱਚ ਇਹ ਲਦਾਖ ਦਾ ਕਾਂ ਸੀ ਜੋ ਉੱਥੇ ਵਸਦਾ ਸੀ। ਗਲੇਸ਼ੀਅਰ ਦੇ 30 ਤੋਂ 50 ਡਿਗਰੀ ਸੈਂਟੀਗ੍ਰੇਡ ਦੇ ਮੰਫੀ ਤਾਪਮਾਨ ਦੇ ਵਿੱਚ ਜੋ ਕੁਝ ਹੁੰਦਾ ਉਹ ਆਦਮੀਆਂ ਨੂੰ ਹੁੰਦਾ। ਆਦਮੀਆਂ ਦੇ ਸੁਪਨਿਆਂ ਤੋਂ ਲੈ ਕੇ ਆਦਮੀਆਂ ਦੇ ਲਹੂ ਤੱਕ ਸਭ ਕੁਝ ਜੰਮ ਜਾਂਦਾ ਹੈ। ਖਾਣ ਪੀਣ ਵਾਲੀਆਂ ਵਸਤਾਂ ਦੇ ਡੱਬੇ ਖਾਲੀ ਕਰ ਕਰਕੇ ਫੌਜੀ ਸੁੱਟਦੇ ਰਹਿੰਦੇ ਨੇ ਤੇ ਗੂੜੇ ਕਾਲੇ ਕਾਂ ਉਹਨਾਂ ਡੱਬਿਆਂ ਤੇ ਠੁੰਗੇ ਮਾਰਦੇ ਅਕਸਰ ਦਿਖਾਈ ਦਿੰਦੇ ਨੇ ਇਹਨਾਂ ਲਦਾਖੀ ਪਹਾੜੀ ਕਾਵਾਂ ਤੇ। ਉੱਥੇ ਕਾਵਾਂ ਦੀ ਗਿਣਤੀ ਹੌਲੀ-ਹੌਲੀ ਵਧ ਰਹੀ ਸੀ।
ਮਰੇ ਹੋਏ ਕਾਂ ਨੂੰ ਬਰਫ਼ ਨੇ ਅੱਧ ਪਚੱਦਾ ਢੱਕ ਲਿਆ ਸੀ ਤੇ ਸੂਬੇਦਾਰ ਪੂਰਨ ਸਿੰਘ ਦੀ ਜੰਮੀ ਹੋਈ ਸੋਚ ਹੌਲੀ-ਹੌਲੀ ਗੋਲੀਆਂ ਦੀ ਆਵਾਜ਼ ਨਾਲ ਜਾਗ ਪਈ। ਇਹ ਕੋਈ ਅਲੋਕਾਰ ਨਹੀਂ ਸੀ, ਉਹ ਭਖੀ ਹੋਈ ਜੰਗ ਦਾ ਮੁਹਾਜ ਸੀ। ਉੱਥੇ ਪਾਕਿਸਤਾਨ ਤੇ ਭਾਰਤ ਦੋਹਾਂ ਵੱਲੋਂ ਗੋਲੀਆਂ ਚੱਲਦੀਆਂ ਰਹਿੰਦੀਆਂ, ਪਰ ਗੋਲੀ ਨਾਲ ਪਹਿਲਾਂ ਉੱਥੇ ਕਦੇ ਕੋਈ ਕਾਂ ਨਹੀਂ ਸੀ ਮਰਿਆ ਤੇ ਹੁਣ ਕਾਂ ਮਰ ਹੀ ਗਿਆ। ਇਹ ਗੱਲ 100 ਵਿਸਵੇ ਪੱਕੀ ਸੀ ਕਿ ਕਾਂ ਸਿਰਫ ਕਾਂ ਹੀ ਨਹੀਂ ਸੀ ਮਰਿਆ, ਹੋਰ ਵੀ ਕੋਈ ਮਰਿਆ। ਪਲਟਨਾਂ ਦੀ ਅਦਲਾ ਬਦਲੀ ਮਿੱਥੀ ਤਰੀਕ ਅਨੁਸਾਰ ਚੱਲ ਰਹੀ ਸੀ। ਵਾਪਸ ਜਾ ਰਹੀਆਂ ਟੋਲੀਆਂ ਨੂੰ ਸੂਬੇਦਾਰ ਪੂਰਨ ਸਿੰਘ ਨੇ ਹੈਰਾਨ ਹੋ ਕੇ ਵੇਖਿਆ ਸੀ। ਉਹਨਾਂ ਸਾਰਿਆਂ ਦਾ ਜਿਵੇਂ ਇੱਕੋ ਚਿਹਰਾ ਸੀ, ਵਧੀ ਹੋਈ ਦਾੜੀ, ਥੱਕੇ ਹੋਏ ਉਦਾਸ ਚਿਹਰੇ, ਬੁੱਝੀਆਂ ਹੋਈਆਂ ਅੱਖਾਂ ਤੇ ਠਹਿਰੀ ਹੋਈ ਮੌਤ। ਗਲੇਸ਼ੀਅਰ ਤੋਂ ਜਿਉਂਦੇ ਵਾਪਸ ਜਾਣ ਲੱਗਿਆਂ ਵੀ ਉਹਨਾਂ ਨੂੰ ਆਪਣੇ ਜਿਉਂਦੇ ਹੋਣ ਦਾ ਕੋਈ ਅਹਿਸਾਸ ਨਹੀਂ ਸੀ, ਕੋਈ ਖੁਸ਼ੀ ਉਹਨਾਂ ਦੇ ਚਿਹਰਿਆਂ ਤੇ ਨਹੀਂ ਸੀ। ਲੱਗਦਾ ਹੈ ਕਿ ਉਹਨਾਂ ਦੇ ਸੁਪਨੇ, ਉਹਨਾਂ ਦੇ ਸਰੀਰ, ਉਹਨਾਂ ਦਾ ਸੰਸਾਰ ਸਭ ਕੁਝ ਜਿਵੇਂ ਉਜੜਿਆ ਹੋਵੇ। ਗਲੇਸ਼ੀਅਰ ਦੀ ਜਾਨਲੇਵਾ ਠੰਡ ਦੇ ਵਿੱਚ ਉਹਨਾਂ ਦੀ ਖੁਸ਼ੀ ਇੰਨੀ ਨੀਲੀ ਪੈ ਗਈ ਸੀ ਕਿ ਉਹਨਾਂ ਕੋਲ ਆਪਣੇ ਚਿਹਰੇ ਉੱਤੇ ਜੰਮੀ ਮੌਤ ਦੀ ਪਰਤ ਵੀ ਨਹੀਂ ਸੀ ਪੂੰਝੀ ਜਾ ਸਕੀ। ਹਾਲਾਂਕਿ ਉਹਨਾਂ ਨੇ ਆਪਣੇ ਘਰਾਂ ਨੂੰ ਵਾਪਸ ਜਾਣਾ ਸੀ। ਉਹਨਾਂ ਜਵਾਨਾਂ ਦੇ ਇਹ ਹਾਲਾਤ ਸਨ। ਪਲਟਨਾਂ ਪੂਰੀਆਂ ਗਲੇਸ਼ੀਅਰ ਉੱਤੇ ਆਈਆਂ, ਪਰ ਕਦੀ ਪੂਰੀਆਂ ਭਰੀਆਂ ਹੋਈਆਂ ਵਾਪਸ ਨਹੀਂ ਸੀ ਗਈਆਂ। ਇੱਕ ਪਰੇਸ਼ਾਨ ਜਿਹਾ ਸਵਾਲ ਅਚੇਤੇ ਉਹਨਾਂ ਸੈਨਿਕਾਂ ਦੀਆਂ ਅੱਖਾਂ ਦੇ ਵਿੱਚ ਠਹਿਰ ਗਿਆ, ਕੀ ਉਹ ਗਲੇਸ਼ੀਅਰ ਤੋਂ ਵਾਪਸ ਪਰਤ ਸਕਣਗੇ? ਇਹ ਮੌਤ ਦਾ ਸਾਗਰ ਹੁੰਦਾ ਹੈ ਜਿਸ ਦੇ ਵਿੱਚੋਂ ਕਰਮਾਂ ਵਾਲੇ ਹੀ ਵਾਪਸ ਜਾਂਦੇ ਨੇ। ਗਲੇਸ਼ੀਅਰ ਇੱਕ ਵਿਸ਼ਾਲ ਦਾਨਵ ਸੀ, ਦੈਂਤ ਸੀ, ਬਰਫ਼ ਦਾ ਦੈਂਤ। ਉਹ ਜਿਵੇਂ ਕਿਸੇ ਸਿੱਧੀ ਪ੍ਰਾਪਤੀ ਲਈ ਹਜ਼ਾਰਾਂ ਸਾਲ ਤੋਂ ਤਪੱਸਿਆ ਕਰ ਰਿਹਾ ਸੀ। ਪਰ ਹੁਣ ਕੁਝ ਸਾਲਾਂ ਤੋਂ ਸੈਨਿਕ ਇਸ ਦਾਨਵ ਦੇ ਤਪ ਨੂੰ ਭੰਗ ਕਰਨ ਦੀ ਜੁਰਤ ਕਰਨ ਲੱਗ ਪਏ ਸਨ ਤੇ ਬਦਲੇ ਦੇ ਵਿੱਚ ਉਹ ਇਸ ਬਰਫ਼ ਦੇ ਦਾਨਵ ਦਾ ਗੁੱਸਾ ਵੀ ਚੱਲ ਰਹੇ ਸਨ। ਬਿਲਾ ਫੌਂਡਲਾ ਉੱਤੇ ਹਾਲੇ ਵੀ ਜੈਕ ਐਲ.ਆਈ ਨੇ ਮੋਰਚਾ ਮੱਲਿਆ ਹੋਇਆ ਸੀ। ਜੋਗਰਾਂ ਦੀ ਅਲਫ ਕੰਪਨੀ ਨੇ ਬਿਲਾ ਫੌਂਡਲਾ ਦਾ ਚਾਰਜ ਸੰਭਾਲਣ ਦੇ ਪਿੱਛੋਂ ਉਹਨਾਂ ਨੂੰ ਵਿਹਲਿਆ ਕਰਨਾ ਸੀ। ਜੈਕ ਐਲ.ਆਈ ਦੇ ਗਾਈਡਾਂ ਨੇ ਅਲਫਾ ਕੰਪਨੀਆਂ ਦੀਆਂ 3 ਟੋਲੀਆਂ ਬਿਲਾ ਫੌਂਡਲਾ ਵੱਲ ਕੂਚ ਕਰ ਚੁੱਕੀਆਂ ਸਨ। ਉਹਨਾਂ ਨੂੰ ਤੋਰ ਕੇ ਸੂਬੇਦਾਰ ਪੂਰਨ ਸਿੰਘ ਉੱਥੇ ਹੀ ਖੜਾ ਸੀ। ਜਿੱਥੋਂ ਤੱਕ ਨਜ਼ਰ ਜਾਂਦੀ ਸੀ ਬਰਫ਼ ਹੀ ਬਰਫ਼ ਸੀ। ਉੱਥੇ ਕੋਈ ਸ਼ਾਹਰਾਹ ਨਹੀਂ ਸੀ, ਕਿਸੇ ਸੜਕ ਦੇ ਬਣਨ ਦੀ ਕੋਈ ਸੰਭਾਵਨਾ ਵੀ ਨਹੀਂ ਸੀ। ਬਰਫ਼ ਨੂੰ ਬਜਰੀ ਅਤੇ ਪੱਥਰਾਂ ਦੇ ਵਿੱਚ ਨਹੀਂ ਸੀ ਬਦਲਿਆ ਜਾ ਸਕਦਾ। ਪਹਿਲੀਆਂ ਦੋਵੇਂ ਟੋਲੀਆਂ ਉਹਦੀ ਨਜ਼ਰ ਦੀ ਹੱਦ ਟੱਪ ਕੇ ਬਰਫ਼ ਦੇ ਉੱਚੇ ਢਾਇਆਂ ਦੇ ਓਹਲੇ ਗਵਾਚ ਗਈਆਂ। ਪਿਛਲੀ ਟੋਲੀ ਦੇ ਜਵਾਨ ਹਾਲੇ ਵੀ ਧੱਬਿਆਂ ਵਾਂਗ ਦਿਸ ਰਹੇ ਸਨ, ਜਿਵੇਂ ਭੋਜਨ ਦੀ ਭਾਲ ਦੇ ਵਿੱਚ ਕੋਈ ਕੀੜਿਆਂ ਦੀ ਕਤਾਰ ਜਾਂਦੀ ਹੁੰਦੀ ਹੈ। ਇਸ ਤਰ੍ਹਾਂ ਉਹ ਸੈਨਿਕ ਜਾਂਦੇ ਹੋਏ ਦਿਸ ਰਹੇ ਸਨ। ਉਹ ਵੀ ਪਹਿਲੀਆਂ ਟੋਲੀਆਂ ਦੀ ਮਿੱਧੀ ਹੋਈ ਬਰਫ਼ ਨੂੰ ਆਪਣੇ ਪੈਰਾਂ ਹੇਠ ਲਤਾੜਦੇ ਤੁਰੇ ਜਾ ਰਹੇ ਸਨ। ਗਲੇਸ਼ੀਅਰ ਦੇ ਖਤਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਇੱਕੋ ਰਾਹ ਵਰਤਣਾ ਸਭ ਦੇ ਹਿੱਤ ਦੇ ਵਿੱਚ ਹੁੰਦਾ, ਪਰ ਇਹ ਜ਼ਰੂਰੀ ਨਹੀਂ ਕਿ ਮਿੱਥਿਆ ਹੋਇਆ ਰਾਹ ਹਰ ਵਾਰੀ ਗਲੇਸ਼ੀਅਰ ਨੂੰ ਮਨਜ਼ੂਰ ਹੋਵੇ। ਇਸ ਗੱਲ ਦਾ ਸਭ ਨੂੰ ਪਤਾ ਹੁੰਦਾ ਹੈ। ਇਸ ਕਰਕੇ ਗਲੇਸ਼ੀਅਰ ਉੱਤੇ ਕਦੇ ਕੋਈ ਇਕੱਲਾ ਨਹੀਂ ਸੀ ਤੁਰਦਾ। ਇੱਕ ਟੋਲੀ ਦੇ ਵਿੱਚ 5 ਜਣੇ ਸਨ। ਉਹਨਾਂ ਦੇ ਲੱਕ ਪਹਿਲੇ ਸੈਨਿਕ ਤੋਂ ਲੈ ਕੇ ਪਿਛਲੇ ਸੈਨਿਕ ਤੱਕ ਇੱਕੋ ਰਸਤੇ ਨਾਲ ਬੱਝੇ ਹੁੰਦੇ ਸਨ। ਉਹ ਆਪਸ ਦੇ ਵਿੱਚ ਕਾਫੀ ਫਾਸਲਾ ਪਾ ਕੇ ਚੱਲਦੇ ਸਨ। ਖੁਦਾ ਨਾ ਖਾਸਤਾ ਇੱਕ ਸੈਨਿਕ ਬਰਫ਼ ਦੇ ਵਿੱਚ ਗਰਕ ਜਾਵੇ ਤੇ ਦੂਸਰੇ ਉਸ ਨੂੰ ਸੰਭਾਲ ਲੈਂਦੇ ਸਨ। ਇਸ ਕਰਕੇ ਆਪਸ ਦੇ ਵਿੱਚ ਉਹ ਰੱਸੀਆਂ ਨਾਲ ਬੰਨ੍ਹ ਕੇ ਦੂਰੀਆਂ ਬਣਾ ਕੇ ਚੱਲਦੇ ਸਨ ਤੇ ਬਹੁਤ ਬੋਝ ਕੇ ਕਦਮ ਰੱਖਦੇ, ਕਿਉਂਕਿ ਉੱਪਰੋਂ ਦਿਸਦੀ ਬਰਫ਼ ਹੇਠਾਂ ਮੌਤ ਦਾ ਖੂਹ ਹੁੰਦਾ ਸੀ। ਉਹਨਾਂ ਦੇ ਲੱਕ ਪਹਿਲੇ ਸੈਨਿਕ ਤੋਂ ਲੈ ਕੇ ਪਿਛਲੇ ਸੈਨਿਕ ਤੱਕ ਇੱਕੋ ਰਸਤੇ ਨਾਲ ਬੱਧੇ ਹੁੰਦੇ। ਇੱਕ ਦੂਜੇ ਤੋਂ ਦੂਰ ਚੱਲਦਿਆਂ ਵੀ ਉਸ ਰਸਤੇ ਨੇ ਸਭ ਨੂੰ ਆਪਸ ਵਿੱਚ ਜੋੜਿਆ ਹੁੰਦਾ ਸੀ ਤੇ ਇਸ ਦੀ ਬਿਨਾਹ ਤੇ ਉਹ ਇੱਕ ਦੂਸਰੇ ਦੀ ਸਹਾਇਤਾ ਕਰਦੇ। ਉਸ ਵੇਲੇ ਗਲੇਸ਼ੀਅਰ ਬਹੁਤ ਸ਼ਾਂਤ ਚਿੱਤ ਸੀ, ਚੁੱਪ ਸੀ। ਅਚਾਨਕ ਤਰਬਕਿਆ। ਉਸ ਨੇ ਮੱਧਮ ਜਿਹੀਆਂ ਚੀਕਾਂ ਸੁਣੀਆਂ। ਬਰਫ਼ ਦੀ ਹਿੱਕ ਦੇ ਵਿੱਚ ਇੱਕ ਹੋਰ ਪਾੜ ਪੈ ਗਿਆ, ਜਿਵੇਂ ਗਲੇਸ਼ੀਅਰ ਫਟਦੇ ਆ। ਬਰਫ਼ ਵਿਚਕਾਰਲੇ ਸੈਨਿਕ ਦੇ ਪੈਰਾਂ ਹੇਠੋਂ ਪਾਟੀ ਤੇ ਪਾੜ ਕੇ ਅਗਲੇ ਤੇ ਪਿਛਲੇ ਸੈਨਿਕ ਦੇ ਪੈਰਾਂ ਤੱਕ ਪਹੁੰਚ ਗਈ, ਜਾਣੀ ਐਡਾ ਪਾੜਾ ਬਰਫ਼ ਦੇ ਵਿੱਚ ਪੈ ਗਿਆ। ਇਸ ਤੋਂ ਪਹਿਲਾਂ ਕਿ ਬਾਕੀ ਦੇ ਜਣੇ ਸੰਭਲ ਕੇ ਬਚਾਅ ਦੀ ਕਾਰਵਾਈ ਕਰਦੇ, ਉਹ ਵਿਚਕਾਰਲੇ ਸੈਨਿਕ ਦੇ ਨਾਲ ਹੀ ਪਾੜ ਦੇ ਵਿੱਚ ਖਿੱਚੇ ਗਏ। ਜਾਣੀ ਬਰਫ਼ ਜਦੋਂ ਪਾਟ ਗਈ, ਗੱਭੇ ਦਾ ਜਿਹੜਾ ਸੈਨਿਕ ਸੀ ਉਹ ਥੱਲੇ ਗਰਕ ਗਿਆ ਤੇ ਆਲੇ ਦੁਆਲੇ ਦੇ ਜਿਹੜੇ ਸੈਨਿਕ ਸੀ ਉਹ ਵੀ ਉਹਨੇ ਵਿੱਚ ਖਿੱਚ ਲਏ ਵਜਨ ਦੇ ਨਾਲ। ਬਰਫ਼ ਦਾ ਇਹ ਪਾੜ ਹਜ਼ਾਰਾਂ ਫੁੱਟ ਦਾ ਸੀ। ਇਹੋ ਜਿਹਾ ਹਾਦਸਾ ਕੋਈ ਪਹਿਲੀ ਵਾਰ ਨਹੀਂ ਸੀ ਹੋਇਆ, ਨਾ ਆਖਰੀ ਵਾਰ ਸੀ। ਬਰਫ਼ ਅਣਕਿਆਸੀਆਂ ਥਾਵਾਂ ਉੱਤੇ ਪਾਟਦੀ ਰਹਿੰਦੀ
ਤੇ ਸੈਨਿਕ ਇਹਨਾਂ ਪਾੜਾਂ ਦੇ ਵਿੱਚ ਸਦਾ ਲਈ ਸਮੋ ਜਾਂਦੇ। ਹਾਲਾਂਕਿ ਉਹਨਾਂ ਦੇ ਪਹਿਨੇ ਹੋਏ ਵਿਸ਼ੇਸ਼ ਕੱਪੜਿਆਂ ਦਾ ਨਿੱਘ ਉਹਨਾਂ ਨੂੰ ਕਈ ਦਿਨ ਤੱਕ ਜਿਉਂਦੇ ਰੱਖਦਾ ਸੀ, ਪਰ ਇਸ ਪਾੜ ਦੇ ਅੰਦਰ ਆਖਰੀ ਨੀਂਦ ਸੌਣਾ ਉਹਨਾਂ ਦੀ ਹੋਣੀ ਹੁੰਦੀ ਸੀ। ਉਹਨਾਂ ਦੇ ਵਿੱਚੋਂ ਬਚਣ ਵਾਲੇ ਬਹੁਤ ਕਿਸਮਤ ਵਾਲੇ ਹੁੰਦੇ ਨੇ। ਅਣਗਿਣਤ ਸੈਨਿਕ ਹੁਣ ਤੱਕ ਗਲੇਸ਼ੀਅਰ ਦੇ ਪਾੜਾਂ ਦੇ ਵਿੱਚ ਸਮਾ ਚੁੱਕੇ ਨੇ। ਉਹਨਾਂ ਦੇ ਜਿਸਮਾਂ ਦੀ ਗਰਮੀ, ਉਹਨਾਂ ਦਾ ਅਹਿਸਾਸਾਂ ਦਾ ਨਿੱਘ ਨਾ ਬਰਫ਼ ਦੀ ਫਿਤਰਤ ਬਦਲ ਸਕੇ ਤੇ ਨਾ ਹੀ ਗਲੇਸ਼ੀਅਰ ਦੀ ਭੁੱਖ ਹੀ ਮੁੱਕੀ। ਉਹ ਹੈਰਾਨ ਜਿਹੇ ਹੋ ਕੇ ਉਹਨੇ ਅੱਖਾਂ ਵਾਲੀਆਂ ਜੋ ਸੈਨਿਕ ਉਸ ਬਰਫ਼ ਦੇ ਪਾੜ ਚੋਂ ਨਿਕਲਿਆ ਸੀ, ਉਹਦੀ ਕਹਾਣੀ ਹੈ ਜਸਵੀਰ ਭੁੱਲਰ ਨੇ ਲਿਖੀ ਹੈ। ਬਰਫ਼ ਦਾ ਪਸਾਰ ਦੂਰ ਜਾ ਕੇ ਸਲੇਟੀ ਅਸਮਾਨ ਦੇ ਵਿੱਚ ਇੱਕਮਿਕ ਹੋ ਗਿਆ। ਚਿੱਟੀ ਬਰਫ਼ ਉੱਤੇ ਕਾਲੇ ਧੱਬਿਆਂ ਦਾ ਕੋਈ ਚਿੰਨ੍ਹ ਬਾਕੀ ਨਹੀਂ ਸੀ। ਮਰਨ ਵਾਲਿਆਂ ਦੇ ਵਿੱਚ ਅਲਫਾ ਕੰਪਨੀ ਦਾ ਕਮਾਂਡਰ ਵੀ ਸ਼ਾਮਲ ਸੀ, ਪਰ ਇਹ ਵੇਲਾ ਸੱਥਰ ਵਿਛਾ ਕੇ ਬਹਿਣ ਦਾ ਨਹੀਂ ਸੀ। ਹਾਲੇ ਤਾਂ ਇਹ ਮੁੱਢ ਸੀ। ਕੁਝ ਦਿਨਾਂ ਨੂੰ ਇਹੋ ਜਿਹੀਆਂ ਘਟਨਾਵਾਂ ਆਮ ਜਾਪਣਗੀਆਂ। ਖਾਲੀ ਹੋ ਗਈਆਂ ਥਾਵਾਂ ਮੁੜ ਭਰ ਦਿੱਤੀਆਂ ਜਾਣਗੀਆਂ। ਨਵੇਂ ਸੈਨਿਕ ਆ ਜਾਣਗੇ ਉਸ ਬਰਫ਼ ਦੇ ਦਾਨਵ ਦੀ ਗਰਾਹੀ ਬਣਨ ਵਾਸਤੇ ਜਿਹੜਾ ਦੋਨੇ ਮੁਲਕਾਂ ਦੇ ਸਿਪਾਹੀਆਂ ਨੂੰ ਨਿਗਲ ਰਿਹਾ। ਜ਼ਿੰਦਗੀ ਨੇ ਪਹਿਲਾਂ ਵੀ ਬਰਫ਼ ਵਾਂਗ ਤੁਰਦੇ ਰਹਿਣਾ। ਜ਼ਿੰਦਗੀ ਨੇ ਪਹਿਲਾਂ ਵਾਂਗ ਹੀ ਤੁਰਦੇ ਰਹਿਣਾ। ਮੋਇਆਂ ਦੇ ਫਿਕਰ ਨਾਲੋਂ ਪਹਿਲਾ ਫਿਕਰ ਬੇਲਾ ਫੌਂਡਲਾ ਦੀ ਕਮਾਂਡ ਦਾ ਸੀ। ਪਲਟਨ ਦੇ ਕਮਾਂਡ ਅਫਸਰ ਕੋਲ ਇਸ ਵੇਲੇ ਕੋਈ ਵਾਧੂ ਅਫਸਰ ਨਹੀਂ ਸੀ ਜਿਸ ਨੂੰ ਬੇਲਾ ਫੌਂਡਲਾ ਦੀ ਕਮਾਨ ਸੰਭਾਲ ਕੇ ਭੇਜਿਆ ਜਾ ਸਕੇ। ਸਾਰੇ ਅਫਸਰ ਆਪੋ ਆਪਣੀਆਂ ਪੋਸਟਾਂ ਤੇ ਜ਼ਿੰਮੇਵਾਰੀ ਸੰਭਾਲੀ ਬੈਠੇ ਸਨ। ਹੁਣ ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਸੀ। ਫਿਲਹਾਲ ਸੂਬੇਦਾਰ ਪੂਰਨ ਸਿੰਘ ਨੂੰ ਬੇਲਾ ਫੌਂਡਲਾ ਵਾਲੀ ਕੰਪਨੀ ਦੀ ਕਮਾਨ ਸੌਂਪ ਦਿੱਤੀ ਜਾਵੇ। ਸੂਬੇਦਾਰ ਪੂਰਨ ਸਿੰਘ ਆਪਣੀ ਟੋਲੀ ਨੂੰ ਲੈ ਕੇ ਤੁਰਿਆ ਸੀ ਤਾਂ ਅੰਬਰ ਉੱਤੇ ਤਾਰੇ ਚਮਕ ਰਹੇ ਸਨ। ਚੰਨ ਚਾਨਣੀ ਬਰਫ਼ ਦੀ ਲਸ਼ਕੋਰ ਅੱਖਾਂ ਨੂੰ ਝੁੰਧਿਆ ਰਹੀ ਸੀ। ਬਰਫ਼ ਉੱਤੇ ਪੈਂਦੀਆਂ ਚੰਨ ਦੀਆਂ ਰਿਸ਼ਮਾਂ ਨੇ ਰਾਤ ਨੂੰ ਚਿੱਟੇ ਦਿਨ ਦੇ ਵਿੱਚ ਬਦਲ ਦਿੱਤਾ ਸੀ, ਪਰ ਉਸ ਦਿਨ ਦਾ ਸੁਭਾਅ ਕਾਲਾ ਸੀ। ਉਹ ਲਗਾਤਾਰ ਤੁਰਦੇ ਗਏ। ਉਹਨਾਂ ਦੇ ਵੱਡੇ ਵੱਡੇ ਬੂਟ ਬਰਫ਼ ਨੂੰ ਘੱਟੇ ਵਾਂਗ ਉਡਾਉਂਦੇ ਰਹੇ। ਹੌਲੀ ਹੌਲੀ ਚੰਨ ਤਾਰੇ ਫਿੱਕੇ ਪੈ ਗਏ ਤੇ ਫਿਰ ਅਲੋਪ ਹੋ ਗਏ। ਗਲੇਸ਼ੀਅਰ ਦੀ ਠੰਡੀ ਸੀਤ ਫਿਜ਼ਾ ਦੇ ਵਿੱਚ ਬਿੱਲੀਆਂ ਦੇ ਰੋਣ ਵਾਂਗੂ ਸੁਰ ਜਾਪੀ। ਮੌਸਮ ਵਿਗੜ ਗਿਆ। ਇਸ ਤੋਂ ਪਹਿਲਾਂ ਕਿ ਆਉਣ ਵਾਲੇ ਤੂਫਾਨ ਤੋਂ ਉਹ ਬਚਣ ਬਾਰੇ ਸੋਚਦੇ, ਉਹਨਾਂ ਦੇ ਨੇੜੇ ਹੀ ਦੁਸ਼ਮਣ ਦੇ ਤੋਪਖਾਨੇ ਦਾ ਗੋਲਾ ਆ ਕੇ ਡਿੱਗਿਆ। ਬਰਫ਼ ਨੂੰ ਉਦਾਂ ਉੱਡੀ ਦਹਿਸ਼ਤ ਤਰੌਂਕਾ ਦੇ ਗਈ। ਇਹ ਅਣਕਿਆਸਿਆ ਹਮਲਾ ਸੀ ਦੁਸ਼ਮਣ ਵੱਲੋਂ ਤੇ ਉਹ ਦੁਸ਼ਮਣ ਦੇ ਤੋਪਖਾਨੇ ਦੀ ਮਾਰ ਹੇਠ ਆ ਗਏ ਸਨ। ਉਹ ਇੱਕਦਮ ਬਰਫ਼ ਤੇ ਲੇਟ ਗਏ ਤੇ ਓਟਾਂ ਭਾਲਣ ਦੇ ਲਈ ਇੱਧਰ ਉੱਧਰ ਰਿੰਗਣ ਲੱਗੇ। ਜਿਉਂ ਹੀ ਤੋਪਖਾਨੇ ਦੀ ਗੋਲੀਬਾਰੀ ਦੇ ਵਿੱਚ ਨਿੱਕੇ ਹਥਿਆਰਾਂ ਦੀਆਂ ਆਵਾਜ਼ਾਂ ਸ਼ਾਮਲ ਹੋਈਆਂ, ਹਵਾ ਨੇ ਤੇਜ਼ ਝੱਖੜ ਦਾ ਰੂਪ ਧਾਰਨ ਕਰ ਲਿਆ। ਤੂਫਾਨ ਦੇ ਵੇਗ ਦੇ ਨਾਲ ਬਰਫ਼ ਉੱਡਣ ਲੱਗੀ। ਸੂਬੇਦਾਰ ਪੂਰਨ ਸਿੰਘ ਨੇ ਨਜ਼ਰਾਂ ਨਾਲ ਦੁਸ਼ਮਣ ਵਾਲੇ ਪਾਸੇ ਦੀ ਪੁਣਛਾਣ ਦਾ ਯਤਨ ਕੀਤਾ। ਉਹਨੂੰ ਝੱਖੜ ਦੇ ਬੁਣੇ ਜਾਲ ਦੇ ਵਿੱਚੋਂ ਧੁੰਦਲੀ ਜਿਹੀ ਹਰਕਤ ਦਿਸੀ। ਠਿਸ, ਉਹਦੀ ਸਟੇਨ ਗਨ ਚੱਲਣੋਂ ਮੁਨਕਰ ਹੋ ਗਈ। ਮਨਫੀ ਤਾਪਮਾਨ ਨੇ ਸਟੇਨ ਦੇ ਪੁਰਜੇ ਜਾਮ ਕਰ ਦਿੱਤੇ। ਇੱਕ ਵਾਰੀ ਗੋਲੀ ਚੱਲ ਜਾਂਦੀ ਤਾਂ ਬੈਰਲ ਗਰਮ ਹੋ ਜਾਂਦੀ। ਇਸ ਤੋਂ ਪਿੱਛੋਂ ਗੋਲੀਆਂ ਚੱਲਦੀਆਂ ਰਹਿਣੀਆਂ ਸੀ। ਬੈਰਲ ਨੇ ਗਰਮ ਰਹਿਣਾ ਸੀ। ਹੁਣ ਉਹ ਆਪਣੀ ਸਟੇਨ ਗਨ ਲਈ ਨਿੱਘ ਕਿੱਥੋਂ ਲਿਆਵੇ। ਉਸਨੇ ਇੱਧਰ ਉੱਧਰ ਵੇਖਿਆ ਕਿ ਕੁਝ ਜਵਾਨ ਮੋਰਚੇ ਸੰਭਾਲੀ ਗੋਲੀਆਂ ਦਾਗ ਰਹੇ ਸਨ ਤੇ ਕੁਝ ਆਪਣੇ ਹਥਿਆਰਾਂ ਤੇ ਖਿਜੇ ਹੋਏ ਸਨ ਜਿਹੜੇ ਬਰਫ਼ ਕਾਰਨ ਨਹੀਂ ਸੀ ਚੱਲ ਸਕੇ। ਇਹਨਾਂ ਦੇ ਵਿੱਚੋਂ ਕੁਝ ਨੇ ਇਹਨਾਂ ਝਗੜਿਆਂ ਤੋਂ ਬੇਲਾਗ ਹੋ ਕੇ ਆਖਰੀ ਹਿਚਕੀ ਲਈ ਸੀ, ਜਾਣੀ ਉਹ ਮਾਰੇ ਗਏ ਸਨ। ਸੂਬੇਦਾਰ ਪੂਰਨ ਸਿੰਘ ਨੇ ਮੂੰਹ ਨਾਲ ਗਰਨੇਡ ਦੀ ਪਿੰਨ ਖਿੱਚੀ ਤੇ ਅਗਾਂਹ ਨੂੰ ਸਰਕ ਰਹੇ ਦੁਸ਼ਮਣ ਦੇ ਸਿਪਾਹੀਆਂ ਉੱਤੇ ਪੂਰੇ ਤਾਣ ਦੇ ਨਾਲ ਗਰਨੇਡ ਮਾਰਿਆ। ਐਨ ਉਸੇ ਵੇਲੇ ਇੱਕ ਭਿਆਨਕ ਹੋਰ ਧਮਾਕਾ ਹੋਇਆ। ਗਰਨੇਡ ਦੇ ਫਟਣ ਦੇ ਖੜਾਕ ਨਾਲੋਂ ਕਿਤੇ ਕੰਨ ਪਾੜਵਾਂ ਖੜਾਕ ਸੀ। ਉਹਦੇ ਪਿੱਛੇ ਪਹਾੜੀ ਤਿੜਕ ਕੇ ਬਰਫ਼ ਹੇਠਾਂ ਨੂੰ ਰਿੱਬ ਵਾਂਗ ਵਗਣੀ ਸ਼ੁਰੂ ਹੋ ਗਈ, ਜਾਣੀ ਗਲੇਸ਼ੀਅਰ ਫਿਰ ਫਟ ਗਿਆ ਤੇ ਉਸਨੇ ਮੁੜ ਕੇ ਪਿਛਾਂਹ ਵੇਖਿਆ ਤੇ ਬਚਾ ਲਈ ਉੱਥੇ ਉੱਠ ਕੇ ਨੱਸਣਾ ਚਾਹਿਆ, ਪਰ ਬਰਫ਼ ਦੀ ਗਾਰ ਜਿਹੀ ਨੇ ਉਸ ਨੂੰ ਅਗਾਂਹ ਵਧਣ ਤੋਂ ਰੋਕ ਲਿਆ। ਉਹਦੇ ਲਈ ਸਮੁੱਚਾ ਵਾਤਾਵਰਣ ਸ਼ਾਂਤ ਹੋ ਗਿਆ ਸੀ। ਦੁਸ਼ਮਣ ਦੀ ਗੋਲੀ ਦਾ ਜਵਾਬ ਉਹ ਗੋਲੀ ਨਾਲ ਦੇ ਸਕਦੇ ਸਨ, ਪਰ ਗਲੇਸ਼ੀਅਰ ਦੀ ਦੁਸ਼ਮਣੀ ਦਾ ਜਵਾਬ ਦੇਣ ਦੇ ਲਈ ਉਹਨਾਂ ਕੋਲ ਬਸ ਇੱਕ ਤਰਲਾ ਅਰਦਾਸ ਸੀ। ਬਰਫ਼ ਹੇਠ ਦੱਬਿਆ ਸੂਬੇਦਾਰ ਪੂਰਨ ਸਿੰਘ ਅਚਾਨਕ ਜ਼ੋਰ-ਜ਼ੋਰ ਨਾਲ ਹੱਥ ਮਾਰਨ ਲੱਗ ਪਿਆ, ਜਿਵੇਂ ਉਹ ਪਾਣੀ ਦੇ ਵਿੱਚ ਤੈਰ ਰਿਹਾ ਹੋਵੇ, ਤੇ ਇਸ ਤਰ੍ਹਾਂ ਕਰਨ ਨਾਲ ਉਹ ਇੰਨਾ ਕੁ ਹੋ ਗਿਆ ਕਿ ਉਸ ਨੂੰ ਸਾਹ ਲੈਣ ਜੋਗੀ ਥਾਂ ਬਣੀ ਰਹੀ। ਉਸਨੇ ਸਿਰੜ ਨਾਲ ਟੁੱਟਣ ਲੱਗੇ ਸਾਹ ਨੂੰ ਮੁੜ ਖਿੱਚਿਆ। ਬਰਫ਼ ਤੋਂ ਬਾਹਰ ਆ ਕੇ ਉਹ ਕਿੰਨੀ ਦੇਰ ਢੇਰੀ ਹੋਇਆ ਉੱਥੇ ਹੀ ਪਿਆ ਰਿਹਾ ਤੇ
ਜਦੋਂ ਜੇਨ ਤੇ ਬੇਹੋਸ਼ੀ ਦੀ ਪੇਤਲੀ ਜੀ ਧੁੰਦ ਪਈ ਤਾਂ ਉਸਨੇ ਆਪਣੇ ਆਪ ਵੱਲ ਪਰਤਿਆ। ਉਸ ਵੇਲੇ ਬਰਫ਼ ਪੈ ਰਹੀ ਸੀ ਤੇ ਝੱਖੜ ਦਾ ਜ਼ੋਰ ਵੀ ਘੱਟ ਨਹੀਂ ਸੀ। ਦੋਵੇਂ ਧਿਰਾਂ ਵੱਲੋਂ ਗੋਲੀਆਂ ਚੱਲਣੀਆਂ ਬੰਦ ਹੋ ਚੁੱਕੀਆਂ ਸੀ, ਪਰ ਤੂਫਾਨ ਦਾ ਰੌਲਾ ਵੱਧ ਗਿਆ। ਉਸ ਰੌਲੇ ਉੱਤੇ ਹਨੇਰੇ ਦਾ ਲੋ ਚੜ੍ਹਿਆ ਹੋਇਆ ਸੀ। ਉਸਨੇ ਦਸਤਾਨੇ ਦੇ ਨਾਲ ਇੱਕ ਵਾਰੀ ਫਿਰ ਆਪਣੀ ਐਨਕ ਸਾਫ਼ ਕੀਤੀ ਤੇ ਹੱਥਾਂ ਦਾ ਓਹਲਾ ਕਰਕੇ ਉਸਨੇ ਮਰੇ ਹੋਏ ਕਾਂ ਤੋਂ ਅਗਾਂਹ ਵੱਲ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਉਸਦਾ ਹੇਠਲਾ ਸਾਹ ਹੇਠਾਂ ਰਹਿ ਗਿਆ। ਉਸਦੇ ਸਾਰੇ ਸਾਥੀਆਂ ਦੀਆਂ ਲਾਸ਼ਾਂ ਜ਼ਖਮੀ ਹੋ ਕੇ ਖਿਲ ਰਹੀਆਂ ਪਈਆਂ ਸਨ। ਉਹਨਾਂ ਦੇ ਅੱਧੇ ਸਰੀਰ ਬਰਫ਼ ਨੇ ਲੁਕਾ ਲਏ ਸੀ ਤੇ ਉਹ ਬੇਤਰਤੀਬ ਕਬਰਾਂ ਵਾਂਗੂ ਦਿਸ ਰਹੇ ਸਨ। ਗਲੇਸ਼ੀਅਰ ਸਿਰਫ ਬਰਫ਼ ਹੀ ਨਹੀਂ, ਉੱਥੇ ਫਸਲ ਵੀ ਉੱਗਦੀ ਹੈ, ਮੁਰਦਿਆਂ ਦੀ ਫਸਲ। ਉਹਨਾਂ ਤੋਂ ਪਹਿਲਾਂ ਵੈਸੇ ਵੀ ਬਹੁਤ ਸਾਰੇ ਫੌਜੀ ਜਵਾਨ ਇਸ ਬਰਫ਼ ਦੇ ਹੇਠ ਦਬੇ ਸਨ। ਕੁਝ ਚਿਰ ਨੂੰ ਉਹਨਾਂ ਦੇ ਉੱਤੇ ਬਰਫ਼ ਦੀ ਇੱਕ ਮੋਟੀ ਤਹਿ ਜੰਮ ਜਾਣੀ ਸੀ ਤੇ ਉਹ ਵੀ ਬਰਫ਼ ਦਾ ਹਿੱਸਾ ਹੋ ਜਾਣਾ ਸੀ, ਸਦੀ ਵੀ। ਉਹਨਾਂ ਤੋਂ ਪਿੱਛੋਂ ਪਤਾ ਨਹੀਂ ਹੋਰ ਕੌਣ-ਕੌਣ ਆਉਂਦੇ ਰਹਿਣਗੇ। ਇਸ ਤਰ੍ਹਾਂ ਲਾਸ਼ਾਂ ਦੀਆਂ ਤਹਿਾਂ ਬਰਫ਼ ਦੀ ਰਜਾਈ ਦੇ ਵਿੱਚ ਹਮੇਸ਼ਾ ਲਈ ਪਈਆਂ ਰਹਿਣੀਆਂ ਸਨ। ਪਰ ਉਹ ਉਹਨਾਂ ਨੂੰ ਏਡੀ ਛੇਤੀ ਨਹੀਂ ਸੀ ਮਰਨ ਦੇਣਾ ਚਾਹੁੰਦਾ। ਉਹ ਸਰਕ ਕੇ ਸਭ ਤੋਂ ਨੇੜਲੀ ਫੌਜੀ ਦੀ ਲਾਸ਼ ਕੋਲ ਚਲਿਆ ਗਿਆ। ਕੋਲ ਬੈਠ ਕੇ ਉਸਨੇ ਲਾਸ਼ ਦੇ ਚਿਹਰੇ ਤੋਂ ਬਰਫ਼ ਸਾਫ਼ ਕੀਤੀ ਤੇ ਉਸ ਜਵਾਨ ਦੇ ਚਿਹਰੇ ਵੱਲ ਝੁਕ ਗਿਆ ਜਿਵੇਂ ਕੋਈ ਗੱਲ ਕਹਿ ਰਿਹਾ ਹੋਵੇ। ਅਗਲੇ ਪਲ ਉੱਠ ਖਲੋਤਾ ਤੇ ਉਸਨੇ ਆਪਣੀ ਰਾਈਫਲ ਚੁੱਕ ਕੇ ਮੋਏ ਸੈਨਿਕ ਦੇ ਸਿਰਹਾਣੇ ਪੁੱਠੀ ਗੱਡ ਦਿੱਤੀ। ਆਖਰੀ ਸਲੂਟ ਦੇਣ ਤੋਂ ਪਹਿਲਾਂ ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕਰਨੀ ਚਾਹੀ, ਪਰ ਉਸਨੂੰ ਸੈਨਿਕ ਦਾ ਨਾਂ ਯਾਦ ਨਾ ਆਇਆ। ਖੈਰ, ਉਸਦਾ ਜੋ ਵੀ ਨੰਬਰ ਸੀ, ਨਾਂ ਸੀ, ਉਸਨੇ ਬਿਨਾਂ ਕੁਝ ਜਾਣਿਆ ਉਸ ਬਹਾਦਰ ਸੈਨਿਕ ਦੇ ਲਈ ਅਰਦਾਸ ਕੀਤੀ। ਸੂਬੇਦਾਰ ਪੂਰਨ ਸਿੰਘ ਨੇ ਉਸ ਸੈਨਿਕ ਨੂੰ ਲੜਦਿਆਂ ਹੋਇਆ ਨਹੀਂ ਸੀ ਵੇਖਿਆ, ਪਰ ਇੰਨੀ ਪ੍ਰਾਰਥਨਾ ਤਾਂ ਉਸਦੇ ਲਈ ਕਰਨੀ ਵਾਜਬ ਸੀ। ਉਸਨੇ ਸੈਨਿਕ ਦੀ ਲਾਸ਼ ਨੂੰ ਸਾਂਭਣ ਦੇ ਲਈ ਟੋਆ ਪੁੱਟਣ ਬਾਰੇ ਸੋਚਿਆ, ਫਿਰ ਖਿਆਲ ਤਿਆਗ ਦਿੱਤਾ। ਅੱਜ ਤੋਂ ਪਹਿਲਾਂ ਵੀ ਮੋਇਆਂ ਵਾਸਤੇ ਕਿਸੇ ਨੇ ਟੋਆ ਨਹੀਂ ਸੀ ਪੁੱਟਿਆ। ਸੈਨਿਕਾਂ ਦੀਆਂ ਲਾਸ਼ਾਂ ਨੂੰ ਸਾਂਭਣ ਦਾ ਕੰਮ ਹੁਣ ਬਰਫ਼ ਦਾ ਸੀ। ਉਸਨੇ ਵਿਦਾਇਗੀ ਸਲੂਟ ਦਿੱਤਾ ਤੇ ਉਹ ਅਗਲੇ ਸੈਨਿਕ ਦੀ ਮ੍ਰਿਤਕ ਦੇਹ ਵੱਲ ਤੁਰਿਆ ਤੇ ਹਰ ਇੱਕ ਲਾਸ਼ ਦੇ ਉੱਤੇ ਉਸਨੇ ਉਸੇ ਤਰ੍ਹਾਂ ਉਸ ਸੈਨਿਕ ਦੀ ਰਾਈਫਲ ਚੁੱਕੀ ਤੇ ਉਸਦੇ ਸਿਰ ਦੇ ਕੋਲ ਪੁੱਠੀ ਕਰਕੇ ਗੱਡ ਦਿੱਤੀ, ਸਲਾਮੀ ਦਿੱਤੀ ਤੇ ਫਿਰ ਉਹ ਇੱਕ ਲਾਸ਼ ਵੱਲ ਝੁਕਿਆ। ਉਸ ਲਾਸ਼ ਦਾ ਅੱਧਾ ਸਿਰ ਗਾਇਬ ਸੀ ਤੇ ਗੋਲੇ ਦਾ ਕੋਈ ਟੁਕੜਾ ਉਸਦੇ ਸਰੀਰ ਦੇ ਹਿੱਸੇ ਨੂੰ ਤੋੜ ਕੇ ਲੈ ਗਿਆ ਸੀ। ਫਿਰ ਵੀ ਅਲੂਏ ਚਿਹਰੇ ਨੂੰ ਪਛਾਣ ਸਕਦਾ ਸੀ। ਨਿਰਸਦੇ ਉਹ ਕੋਈ ਹੋਰ ਨਹੀਂ, ਉਹ ਜਿੰਦਰ ਸੀ। ਜਿਨੀ ਦਿਨੀ ਉਹਨਾਂ ਦੀ ਪਲਟਣ ਨੂੰ ਗਲੇਸ਼ੀਅਰ ਉੱਤੇ ਜਾਣ ਦਾ ਹੁਕਮ ਹੋਇਆ ਸੀ, ਉਨੀ ਦਿਨੀ ਉਹ ਕੁਝ ਦਿਨ ਲਈ ਪਿੰਡ ਛੁੱਟੀ ਤੇ ਗਿਆ ਸੀ। ਧੀ ਹੁਣ ਨਿੱਕੀ ਨਹੀਂ ਸੀ, ਪਰ ਇੰਨੀ ਵੱਡੀ ਵੀ ਨਹੀਂ ਸੀ ਕਿ ਫਿਕਰ ਨੂੰ ਮੱਥੇ ਤੇ ਮੁੜਕੇ ਵਾਂਗ ਉਹ ਪੂੰਝ ਦੇਵੇ। ਸੂਬੇਦਾਰ ਪੂਰਨ ਸਿੰਘ ਨੇ ਉਦੋਂ ਧੀ ਦੇ ਸੰਸਿਆ ਨੂੰ ਆਪਣੀ ਦਲੀਲ ਨਾਲ ਮਾਰਨਾ ਚਾਹਿਆ। ਫਿਕਰ ਕਾਹਦਾ, ਬਰਫ਼ ਅੱਗ ਤਾਂ ਨਹੀਂ ਹੁੰਦੀ, ਫਿਰ ਮੈਂ ਵੀ ਕਿਹੜਾ ਜਿੰਦਰ ਤੋਂ ਦੂਰ ਬੈਠਾ, ਮੈਂ ਵੀ ਜਿੰਦਰ ਦੇ ਨੇੜੇ ਹੀ ਹਾਂ। ਉਸਨੇ ਆਪਣੀ ਧੀ ਨੂੰ ਇਹ ਕਹਿ ਕੇ ਤਸੱਲੀ ਦਿੱਤੀ ਸੀ। ਉਹ ਠੀਕ ਹੀ ਉਸਨੇ ਕਿਹਾ ਸੀ। ਉਸ ਵੇਲੇ ਉਹ ਜਿੰਦਰ ਦੇ ਇੰਨਾ ਕਰੀਬ ਬੈਠਾ ਹੋਇਆ ਸੀ ਕਿ ਧੀ ਦੇ ਸੁਹਾਗ ਦੀ ਲਾਸ਼ ਨੂੰ ਆਪਣੇ ਅੰਦਰ ਮਹਿਸੂਸ ਕਰ ਰਿਹਾ ਸੀ। ਤੋਪਾਂ, ਬੰਦੂਕਾਂ ਦਾ ਘੋੜਾ ਦੱਬਣ ਵਾਲੇ ਸੈਨਿਕਾਂ ਦੇ ਜਿਸਮ ਨਾਲ ਜ਼ਰੂਰ ਲਟਕ ਰਹੇ ਹੁੰਦੇ ਨੇ, ਪਰ ਉਹ ਉਹਨਾਂ ਦੇ ਨਾਲ ਨਹੀਂ ਹੁੰਦੇ। ਉਹ ਆਪਣੇ ਹੱਥਾਂ ਦੀ ਬੇਵਸੀ ਉੱਤੇ ਖਿਝ ਗਿਆ। ਉਸਨੇ ਅੰਬਰ ਵੱਲ ਮੂੰਹ ਕਰਕੇ ਉੱਚੀ ਸਾਰੀ ਵੱਡੀ ਗਾਲ ਕੱਢੀ, ਪਰ ਇੱਥੇ ਸੁਣਨ ਵਾਲਾ ਉਸਦੀ ਕੌਣ ਸੀ ਵੇਦਨਾ ਨੂੰ, ਕਿਉਂਕਿ ਉਸਦੀ ਧੀ ਦਾ ਸੁਹਾਗ, ਉਸਦਾ ਜਵਾਈ ਜਿੰਦਰ ਉਸਦੇ ਸਾਹਮਣੇ ਅਦਮ ਹੋਇਆ ਪਿਆ ਸੀ ਤੇ ਲਾਸ਼ ਉਸਦੀ ਅੱਧ ਪਚੱਦੀ ਸੀ ਜੋ ਗੋਲੇ ਦੇ ਨਾਲ ਤੁੰਬੇ ਵਾਂਗੂ ਉੱਡ ਗਈ ਸੀ। ਤੇ ਉਸਦੀਆਂ ਅੱਖਾਂ ਦੇ ਅੱਗੇ ਆਪਣੀ ਧੀ ਦਾ ਉਹ ਸਾਰਾ ਕਾਰਜ, ਬਚਪਨ ਦੇ ਵਿੱਚ ਧੀ ਦੇ ਚੋਚਲੇ ਸਭ ਚੇਤੇ ਆ ਗਏ। ਇੱਕ ਧਰਮੀ ਬਾਬਲ ਦਾ ਫਰਜ਼, ਧੀ ਬੇਖਬਰ ਹੈ ਪਰ ਧੀ ਦਾ ਸੁਹਾਗ ਉਸ ਦੀਆਂ ਬਾਹਾਂ ਦੇ ਸਾਹਮਣੇ ਪਿਆ, ਪਰ ਉਹ ਚਾਹੁੰਦਿਆਂ ਵੀ ਕੁਝ ਨਹੀਂ ਕਰ ਸਕਦਾ ਸੀ ਉਸ ਮੋਏ ਜਿੰਦਰ ਦੇ ਵਾਸਤੇ ਜੋ ਉਸਦਾ ਜਵਾਈ ਸੀ। ਉਹ ਗੁੱਸੇ, ਮਾਯੂਸੀ ਦੇ ਵਿੱਚ ਇੱਕ ਬਰਫ਼ ਦੇ ਟਿੱਲੇ ਤੇ ਜਾ ਚੜਿਆ। ਫੌਜੀ ਪੂਰਨ ਸਿੰਘ ਸੂਬੇਦਾਰ ਲਗਾਤਾਰ ਉੱਚੀ ਗਾਲਾਂ ਕੱਢਦਾ ਗਿਆ। ਉਹਨਾਂ ਸਾਰਿਆਂ ਦੀਆਂ ਸਾਰੀਆਂ ਗਾਲਾਂ ਬਰਫੀਲੇ ਤੂਫਾਨ ਦੀਆਂ ਆਵਾਜ਼ਾਂ ਦੇ ਵਿੱਚ ਗੁਆਚ ਗਈਆਂ। ਉਹਨੇ ਪਿੱਛੇ ਭੌਂ ਕੇ ਵੇਖਿਆ
कि शहीदां दी फसल बर्फ दी मार हेठ आई हुई सी, जानी कि ਉਹ ਸਾਰੇ जवान बर्फ ਦੀ तह ਦੇ ਵਿੱਚ ਆ ਗਏ ਸਨ। ਪੁੱਠੀਆਂ ਗੱਡੀਆਂ ਹੋਈਆਂ ਰਾਈਫਲਾਂ ਵੀ ਹੌਲੀ ਹੌਲੀ ਬਰਫ਼ ਹੇਠ ਲੁਕ ਜਾਣਗੀਆਂ। ਬਰਫ਼ ਬਰਫ਼ ਬਰਫ਼, ਉਹ ਚੀਕਣ ਲੱਗਾ। ਕਿਹਨੂੰ ਕਿੰਨੀ ਬਰਫ਼ ਚਾਹੀਦੀ ਹੈ ਇਹਦਾ ਕੋਈ ਹਿਸਾਬ ਨਹੀਂ। ਜਿੰਨੀ ਕੁ ਬਰਫ਼ ਦੋਹੀਂ ਪਾਸੇ ਪਈ ਹੈ ਇਹਦਾ ਵੀ ਕੋਈ ਹਿਸਾਬ ਨਹੀਂ। ਤੇ ਫਿਰ ਇਹ ਮੁਲਕ ਕਿਉਂ ਬਰਫ਼ ਲਈ ਲੜ ਰਹੇ ਨੇ, ਭਾਰਤ ਤੇ ਪਾਕਿਸਤਾਨ। ਇਹ ਬਰਫ਼ ਕਿਸੇ ਵੀ ਕੰਮ ਦੀ ਨਹੀਂ, ਪਰ ਇਸ ਦੇ ਵਿੱਚ ਇੰਨੀਆਂ ਬੇਸ਼ਕੀਮਤੀ ਜਾਨਾਂ ਲਾਸ਼ਾਂ ਬਣ ਰਹੀਆਂ ਨੇ। ਕਿੰਨੇ ਜਿੰਦਰ ਤੇ ਕਿੰਨੇ ਹੋਰ ਸੈਨਿਕ ਇਸ ਬਰਫ਼ ਦੀ ਭੇਟ ਚੜ ਰਹੇ ਨੇ। ਬਰਫ਼ ਦਾ ਤੂਫਾਨ ਪਹਿਲਾਂ ਵਾਂਗੀ ਮੂੰਹ ਜ਼ੋਰ ਸੀ, ਪਰ ਜਿਹੜਾ ਤੂਫਾਨ ਉਸ ਦੇ ਅੰਦਰ ਜਾਗ ਪਿਆ ਸੀ ਉਹ ਬਾਹਰਲੇ ਤੂਫਾਨ ਨਾਲੋਂ ਕਿਤੇ ਵੀ ਵੱਡਾ ਸੀ। ਉੱਚੀ ਆਵਾਜ਼ ਦੇ ਵਿੱਚ ਚੀਕਿਆ, ਭੁੱਖਿਓ ਕਿੰਨੀ ਬਰਫ਼ ਚਾਹੀਦੀ ਹੈ ਤੁਹਾਨੂੰ। ਉਹ ਸਵਾਲ ਦੇ ਜਵਾਬ ਦੇ ਵਿੱਚ ਤੂਫਾਨ ਦੇ ਲਈ ਜਿਵੇਂ ਛਿਣ ਭਰ ਲਈ ਰੁਕ ਗਿਆ ਸੀ। ਤੂਫਾਨ ਵੀ ਉਸ ਦੇ ਜਵਾਬ ਦੇ ਵਾਸਤੇ ਉਸਨੇ ਝੁਕ ਕੇ ਦਾਣਾ ਖੰਡ ਵਰਗੀ ਬਰਫ਼ ਸਾਹਮਣੇ ਉਹ ਝੱਟਣ ਲੱਗ ਪਿਆ। ਆਹ ਲਵੋ, ਹੋਰ ਲਵੋ। ਉਹ ਚੁੱਕ ਚੁੱਕ ਕੇ ਬਰਫ਼ ਉਹਨਾਂ ਸਿਆਸਤ ਦੇ ਭੁੱਖਿਆਂ ਦੇ ਲਈ ਜਾਂ ਮੁਲਕਾਂ ਲਈ, ਰਾਜਨੀਤੀ ਕਰਨ ਵਾਲੇ ਹਾਕਮਾਂ ਲਈ ਉਹ ਖਿਲਾਰ ਰਿਹਾ ਸੀ। ਇਹ ਸੁੰਨਸਾਨ ਬੇਆਬਾਦ ਬਰਫ਼ ਜਿਹਦੀ ਰੱਤੀ ਭਰ ਵੀ ਵੈਲਿਊ ਨਹੀਂ, ਉਹਦੇ ਲਈ ਇੰਨੀ ਬੇਸ਼ਕੀਮਤੀ ਰੱਤ ਉਹਦੀਆਂ ਅੱਖਾਂ ਸਾਹਮਣੇ ਵਹਿ ਰਹੀ ਸੀ। ਅੱਜ ਉਸ ਦਾ ਜਵਾਈ ਜਿੰਦਰ, ਉਸ ਦੀ ਧੀ, ਉਸ ਦੇ ਸਭ ਸਾਹਮਣੇ ਸਨ। ਪਤਾ ਨਹੀਂ ਕਿੰਨੇ ਜਿੰਦਰ ਇਸ ਗਰਕਣ ਦੇ ਵਿੱਚ ਗਰਕ ਗਏ ਨੇ। ਉਸ ਨੂੰ ਅਚਾਨਕ ਕੁਝ ਯਾਦ ਆਇਆ। ਉਹ ਥਾਂ ਰੁਕ ਗਿਆ। ਇੱਕ ਛਣ ਉਹ ਅੱਧਾ ਝੁਕਿਆ ਤੇ ਖਲੋਤਾ ਰਿਹਾ ਤੇ ਮੁੜ ਕੇ ਪਿਛਲੇ ਪਾਸੇ ਬਰਫ਼ ਝੱਟਣ ਲੱਗ ਪਿਆ। ਲਓ, ਤੁਸੀਂ ਵੀ ਲਓ, ਤੁਸੀਂ ਵੀ ਭੁੱਖੇ ਹੋ, ਤੁਸੀਂ ਵੀ ਲਓ, ਜਾਨੀ ਪਾਕਿਸਤਾਨ ਵੱਲ ਨੂੰ। ਉਹ ਬਰਫ਼ ਦੇ ਟਿੱਬੇ ਤੇ ਖਲੋਤਾ ਪਾਗਲਾਂ ਵਾਂਗ ਕਦੇ ਇੱਕ ਪਾਸੇ ਬਰਫ਼ ਸੁੱਟਣ ਲੱਗ ਪੈਂਦਾ, ਕਦੇ ਦੂਸਰੇ ਪਾਸੇ। ਉਹ ਬੋਲੀ ਜਾ ਰਿਹਾ ਸੀ, ਗੁੱਸੇ ਦੇ ਵਿੱਚ ਲਾਲ ਪੀਲਾ ਹੋਇਆ, ਪਾਗਲਾਂ ਵਾਂਗ ਹਰਕਤਾਂ ਕਰ ਰਿਹਾ ਸੀ। ਉਸ ਦੇ ਬੋਲ ਬਰਫ਼ ਦੇ ਵਿੱਚ ਹੀ ਠਾਰ ਰਹੇ ਸਨ। ਉਹਦੀ ਆਵਾਜ਼ ਕਿਤੇ ਨਹੀਂ ਸੀ ਪਹੁੰਚ ਸਕਦੀ। ਆਖਰ ਨੂੰ ਉਸ ਨੂੰ ਬਦਹਵਾਸ ਹੋਏ ਨੂੰ ਵੱਡੀਆਂ ਵੱਡੀਆਂ ਛਿੱਕਾਂ ਆਈਆਂ। ਆਖਰੀ ਸਾਹ ਗਿਣ ਰਹੇ ਕਿਸੇ ਜ਼ਖਮੀ ਸਿਪਾਹੀ ਦੀ ਗੋਲੀ ਬਰਫ਼ ਦੀ ਚਾਦਰ ਪਾੜ ਕੇ ਉਸ ਦੇ ਸੀਨੇ ਤੋਂ ਆਰ-ਪਾਰ ਹੋ ਗਈ। ਜਾਨੀ ਕਿਸੇ ਦੁਸ਼ਮਣ ਦੇਸ਼ ਦੇ ਫੌਜੀ ਨੇ ਉਸ ਨੂੰ ਜਦੋਂ ਇਸ ਤਰ੍ਹਾਂ ਬੋਲਦਾ ਵੇਖਿਆ ਤਾਂ ਉਸ ਨੇ ਸੂਬੇਦਾਰ ਪੂਰਨ ਸਿੰਘ ਦੇ ਗੋਲੀ ਮਾਰ ਦਿੱਤੀ ਤੇ ਉਹ ਵੀ ਉੱਥੇ ਡਿੱਗ ਪਿਆ। ਉਸ ਨੇ ਉੱਠਣ ਦਾ ਯਤਨ ਕੀਤਾ ਤੇ ਮੁੜ ਢੇਰੀ ਹੋ ਗਿਆ। ਉਸ ਵੇਲੇ ਪਤਾ ਨਹੀਂ ਉਹ ਮਨੁੱਖ ਦੀ ਜ਼ਮੀਰ ਸੀ ਕਿ ਬਰਫ਼ ਦੇ ਵਿੱਚ ਭਟਕਦੀ ਕੋਈ ਆਤਮਾ ਸੀ, ਇੱਕ ਮੌਤ ਹੀ ਸੀ ਜਿਹੜੀ ਉਸ ਬੇਘਰ ਹੋਏ ਪੂਰਨ ਸਿੰਘ ਨੂੰ ਆਪਣੇ ਘਰ ਰੱਖਦੀ ਸੀ। ਤੇ ਆਖਰ ਪੂਰਨ ਸਿੰਘ ਵੀ ਮਰ ਗਿਆ, ਉਸ ਬਰਫ਼ ਦੇ ਵਿੱਚ ਦਬ ਗਿਆ। ਗਲੇਸ਼ੀਅਰ ਦੀਆਂ ਚੀਕਾਂ ਮਾਰਦੀ ਤੇਜ਼ ਹਵਾ ਅਲਾਉਣੀਆਂ ਗਾਉਂਦੀ ਗਾਉਂਦੀ ਹੌਲੀ ਹੌਲੀ ਕੀਰਨਿਆਂ ਦੇ ਰੂਪ ਦੇ ਵਿੱਚ ਡੁਸਕਣ ਲੱਗੀ। ਬਰਫ਼ ਨੇ ਹੌਲੀ ਹੌਲੀ ਸੂਬੇਦਾਰ ਪੂਰਨ ਸਿੰਘ ਦੀ ਦੇਹ ਵੀ ਢੱਕ ਲਈ। ਅਚਨਚੇਤੀ ਬਰਫ਼ ਉਹਦੇ ਇੱਕ ਪਾਸਿਓਂ ਹੇਠਾਂ ਬੈਠ ਗਈ ਤੇ ਟਿੱਲੇ ਉੱਤੇ ਪਈ ਮੁਰਦਾ ਦੇ ਟੇਢੀ ਹੋ ਗਈ। ਫਿਰ ਉਹ ਦੁਸ਼ਮਣ ਵਾਲੇ ਪਾਸੇ ਰੜ ਗਈ ਤੇ ਉਹ ਰੜ ਕੇ ਇਧਰਲੇ ਪਾਸੇ ਵੀ ਆ ਜਾਂਦਾ। ਭਾਰਤ ਵਾਲੇ ਪਾਸੇ ਕੋਈ ਫਰਕ ਨਹੀਂ ਸੀ ਪੈਣਾ। ਉਹ ਵਰਤਣ ਵਾਲੀ ਸ਼ੈ ਸੀ, ਸੋ ਵਰਤਿਆ ਜਾ ਚੁੱਕਾ ਸੀ। ਇਹ ਕਹਾਣੀ ਹੈ ਉਹਨਾਂ ਜਵਾਨਾਂ ਦੀ ਜਿਹੜੇ ਸਰਹੱਦਾਂ ਤੇ ਇਸ ਤਰ੍ਹਾਂ ਸਰੀਰਾਂ ਨੂੰ ਗਾਲਦੇ ਨੇ। ਇਹ ਸਿਆਸਤ ਦੇ ਭੁੱਖੇ ਲੋਕ, ਹਰਾਮਜ਼ਾਦੇ, ਕਦੇ ਟਿਫਨ, ਕਦੇ ਡਰੋਨ, ਕਦੇ ਡਰੱਗ, ਕਦੇ ਕੁਛ। ਕੀ ਨਹੀਂ ਹੋ ਰਿਹਾ ਪੂਰੀ ਦੁਨੀਆ 'ਚ ਹੋ ਰਿਹਾ। ਅਮਰੀਕਾ ਦੇ ਵਿੱਚ ਕੀ ਨਹੀਂ ਵਾਪਰਿਆ। 30,000 ਤੋਂ ਵੱਧ ਸੈਨਿਕ 20 ਸਾਲਾਂ ਦੇ ਵਿੱਚ ਸੁਸਾਈਡ ਕਰ ਗਏ ਨੇ, ਡਿਪਰੈਸ਼ਨ ਦੇ ਨਾਲ, ਜੰਗ ਦੇ ਹਾਲਾਤਾਂ ਦੇ ਨਾਲ। ਇਹ ਪੈਂਟਾਗਨ ਦੀਆਂ ਰਿਪੋਰਟਸ ਨੇ। ਹਾਲਾਂਕਿ 20 ਸਾਲਾਂ ਦੇ ਦੌਰਾਨ ਅਮਰੀਕਾ ਦੇ 7035 ਦੇ ਕਰੀਬ ਸੈਨਿਕ ਜੰਗ ਵਿੱਚ ਸ਼ਹੀਦ ਹੋਏ ਨੇ ਤੇ ਡਿਪਰੈਸ਼ਨ ਦੇ ਨਾਲ 30,000 ਤੋਂ ਵੱਧ ਸੈਨਿਕ ਸੁਸਾਈਡ ਕਰ ਗਏ ਨੇ। ਇਹ ਪੈਂਟਾਗਨ ਦੀਆਂ ਰਿਪੋਰਟਸ ਨੇ ਜਿਹੜੀਆਂ ਦਿਲ ਵਲੂੰਦਰਦੀਆਂ ਨੇ। ਇਹ ਹਥਿਆਰਾਂ ਦੇ ਸੁਦਾਗਰ ਸਿਰਫ ਹਥਿਆਰ ਵੇਚਣ ਦੇ ਵਾਸਤੇ, ਸਿਰਫ ਆਪਣੀ ਜਿੰਦਾਬਾਦ ਦੇ ਵਾਸਤੇ ਕਿਵੇਂ ਸਰੀਰਾਂ ਨੂੰ ਗਾਲ ਰਹੇ ਨੇ। ਸੂਬੇਦਾਰ ਪੂਰਨ ਸਿੰਘ, ਉਸ ਦਾ ਜਵਾਈ ਜਿੰਦਰ ਤੇ ਉਸ ਦੀ ਧੀ ਦਾ ਕੀ ਹਾਲਾਤ ਆ। ਪਿਛਲੇ ਦਿਨੀ ਜੋ ਜਵਾਨਾਂ ਦੇ ਹਾਲਾਤ ਹੋਏ ਨੇ, ਪਤਾ ਕੀ ਹੈ ਕਿਵੇਂ ਇਹ ਜਵਾਨ ਜੇ ਉਹਨਾਂ ਜੰਗਾਂ 'ਚੋਂ ਵਾਪਸ ਵੀ ਆ ਜਾਂਦੇ ਨੇ ਤਾਂ ਸਿਰਫ ਚੰਦ ਪੈਸਿਆਂ ਦੇ ਵਾਸਤੇ ਸਰਕਾਰਾਂ ਦੇ ਕਿਵੇਂ ਦਰਵਾਜ਼ੇ ਖੜਕਾਉਂਦੇ ਨੇ। ਇੱਕ ਰੈਂਕ, ਇੱਕ ਪੈਨਸ਼ਨ ਦੀ ਮੰਗ ਕਿੱਡੀ ਦੇਰ ਤੋਂ ਲਟਕਦੀ ਹੈ। ਇਹਨਾਂ ਪੁਲਵਾਮਾ ਜਾਂ ਇਹਨਾਂ ਸ਼ਹੀਦਾਂ ਦੇ ਨਾਂ ਤੇ ਸਰਕਾਰਾਂ ਬਣਦੀਆਂ ਨੇ, ਬਣੀਆਂ ਨੇ ਤੇ ਬਣਨਗੀਆਂ। ਪਰ ਅਫਸੋਸ ਕਿ ਬਰਫ਼ ਦਾ ਦਾਨਵ, ਇਹ ਰੇਗਿਸਤਾਨ ਦੇ ਰੇਤੇ ਪਤਾ ਨਹੀਂ ਕਿੰਨੀਆਂ ਕੁ ਰੂਹਾਂ ਨੂੰ ਨਿਗਲ ਜਾਣੇ ਆ।
ਸੋ ਇਹ ਸੀ ਜਿੰਦਰ ਹੋਰਾਂ ਦੀ ਕਹਾਣੀ ਬਰਫ਼ ਦਾ ਦਾਨਵ। ਹਿਰਦੇ ਵਲੂੰਦਰ ਦੀ ਹੈ ਵਾਕਈ, ਪਰ ਗੱਲ ਇਹ ਹੈ ਕਿ ਦੇਸ਼ ਭਗਤੀ ਦਾ ਅਖੌਤੀ ਜਾਲ ਬੁਣ ਕੇ ਕਿਸ ਤਰ੍ਹਾਂ ਇਹਨਾਂ ਨੂੰ ਵਰਤਿਆ ਜਾ ਰਿਹਾ। ਠੀਕ ਹੈ, ਦੁਸ਼ਮਣ ਦੇ ਖਿਲਾਫ ਦੇਸ਼ ਭਗਤੀ ਹੋਣੀ ਚਾਹੀਦੀ ਹੈ, ਸੈਨਿਕ ਜੁਝਾਰੂ ਹੋਣੇ ਚਾਹੀਦੇ ਨੇ, ਪਰ ਸਿਆਸੀ ਤੌਰ ਤੇ ਇਸ ਜੰਗ ਦੇ ਵਿੱਚ ਸਾਰਾ ਕੁਝ ਹੋ ਰਿਹਾ। ਹੁਣ ਕੋਈ ਐਡੀ ਪਹੁੰਚ ਨਹੀਂ, ਸਿਰਫ ਕਾਰਪੋਰੇਟਾਂ ਦੀ ਲੁੱਟ, ਵਪਾਰੀਆਂ ਦੀ ਲੁੱਟ ਇਸ ਜੰਗ ਨੂੰ ਅੰਜਾਮ ਦੇ ਰਹੀ ਆ। ਵੈਸੇ ਤਾਂ ਮੁੱਢ ਕਦੀਮੀ ਤੋਂ ਇਹੀ ਕੁਝ ਹੋਇਆ, ਪਰ ਅਸਲ ਦੇ ਵਿੱਚ ਇਹ ਹਥਿਆਰਾਂ ਦੇ ਅਮਰੀਕਾ, ਇੰਗਲੈਂਡ, ਫਰਾਂਸ, ਇਹ ਹਥਿਆਰਾਂ ਦੇ ਸੁਦਾਗਰ, ਚੀਨ, ਪਾਕਿਸਤਾਨ, ਭਾਰਤ, ਇਹ ਫੀਲੇ ਬਣ ਰਹੇ ਨੇ। ਸੋ ਇਸ ਵਰਤਾਰੇ ਨੂੰ ਸਮਝਣ ਦੀ ਜ਼ਰੂਰਤ ਹੈ। ਕੋਸ਼ਿਸ਼ ਕਰਿਆ ਕਰੋ ਵੀਰੋ ਕਿ ਇਹ ਜਿਹੜਾ ਅੱਗ ਲਾਉ ਲਾਣਾ, ਹੁਣ ਅੰਜਨਾ ਓਮ ਕਸ਼ਪ, ਆਡਮ ਗੋਸਵਾਮੀਆਂ ਵਰਗਿਆਂ ਨੂੰ ਕੋਈ ਲਿਜਾਵੇ ਨਾ ਉੱਥੇ ਬਰਫ਼ 'ਚ ਰੱਖੇ। ਇਹਨਾਂ ਨੂੰ ਪਤਾ ਲੱਗਦਾ ਕਿ ਕੀ ਭਾਅ ਵਿਕਦੀ ਹੈ। ਇੱਥੇ ਬੈਠ ਕੇ ਅੱਗਾਂ ਲਾਉਣੀਆਂ ਬਹੁਤ ਸਿਖਾਲੀਆਂ ਨੇ। ਜਦੋਂ ਪਾਕਿਸਤਾਨੀਆਂ ਨੇ ਜਿੱਤਣਾ ਹੁੰਦਾ ਤੇ ਇੱਧਰ ਰੌਲਾ, ਜਦੋਂ ਇੱਧਰਲਿਆਂ ਨੇ ਜਿੱਤਣਾ ਹੁੰਦਾ ਤੇ ਪਾਕਿਸਤਾਨ ਦੇ ਵਿੱਚ ਫਿਰ ਹਿੰਦੂ ਤੇ ਸਿੱਖ ਟਾਰਗੇਟ। ਇਹੀ ਕੁਝ ਹੋ ਰਿਹਾ। ਤੁਸੀਂ ਪੂਰੀ ਦੁਨੀਆ ਦੇ ਵਿੱਚ ਇੱਕ ਧਰਮ ਨਹੀਂ ਲਾਗੂ ਕਰ ਸਕਦੇ। ਇਸਲਾਮ ਹੈ, ਵੱਡਾ ਧਰਮ ਹੈ। ਕੀ ਸਾਰੇ ਇਸਲਾਮਿਕ ਦੇਸ਼ ਜਾਂ ਮਜ਼ਹਬ ਸੁਖੀ ਵਸਦੇ ਨੇ? ਉਹਨਾਂ ਤੋਂ ਮਿਸਾਲ ਲੈ ਲਓ, ਉਹਨਾਂ ਦੀ ਉਦਾਹਰਨ ਲੈ ਲਓ। ਕੀ ਹਿੰਦੂ ਸਾਰੇ ਸੁਖੀ ਵਸਦੇ ਨੇ? ਕੀ ਸਿੱਖ ਸਾਰੇ ਸੁਖੀ ਵਸਦੇ ਨੇ? ਇਨਸਾਨ ਦੇ ਤੌਰ ਤੇ ਵਿਚਰਨਾ ਸਿੱਖੋ। ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਸਹਿਣਸ਼ੀਲਤਾ ਸਭ ਤੋਂ ਵੱਡਾ ਧਰਮ ਹੈ। ਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਭਾਰਤੀ ਸਮਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਤੇ ਸ਼ਾਮ ਨੂੰ 6:30 ਤੋਂ ਲੈ ਕੇ 8:30 ਵਜੇ ਤੱਕ ਪਟਿਆਲਾ ਸਟੂਡੀਓ 'ਚ ਮੈਂ ਪਰਮਿੰਦਰ ਸਿੰਘ ਟਿਵਾਣਾ ਤੇ ਸੁਰਿੰਦਰ ਬਾਈ ਜੀ ਤੁਹਾਡੇ ਨਾਲ ਲਾਈਵ ਹੁੰਦੇ ਆ ਤੇ ਹੋਰ ਮਹਿਮਾਨਾਂ ਨੂੰ ਵੀ ਇਸ ਦੇ ਨਾਲ ਜੋੜੀਦਾ। ਵਿਰਾਸਤ ਸਿਆਸਤ ਦੀਆਂ ਗੱਲਾਂ ਹੁੰਦੀਆਂ ਨੇ। ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸਾਡੀ ਵੈਬਸਾਈਟ tiwanaradio.com ਤੇ ਸੁਣ ਸਕਦੇ ਹੋ, ਜਿੱਥੇ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ, YouTube ਪੇਜ ਦੇ ਲਿੰਕ ਮਿਲਣਗੇ। ਲਾਈਕ ਕਰੋ, ਬੈਲ ਆਈਕਨ ਦਬਾਵੋ। ਜੇ ਅਮਰੀਕਾ ਦੇ ਵਿੱਚੋਂ ਤਾਂ ਇਹਨਾਂ ਪ੍ਰੋਗਰਾਮਾਂ ਨੂੰ ਕਾਲ ਟੂ ਲਿਸਨ ਨੰਬਰ 667 930 9260 ਤੇ ਸੁਣਿਆ ਜਾ ਸਕਦਾ ਹੈ। ਪ੍ਰੋਗਰਾਮਾਂ ਨੂੰ WhatsApp ਦੇ ਜ਼ਰੀਏ ਮੰਗਵਾਉਣਾ ਤਾਂ 98 09655। ਇਹ ਇੰਡੀਆ ਸਟੂਡੀਓ ਦਾ ਨੰਬਰ ਹੈ। WhatsApp ਦੇ ਰਾਹੀਂ ਗੱਲ ਕਰ ਸਕਦੇ ਹੋ, ਮੈਸੇਜ ਛੱਡ ਸਕਦੇ ਹੋ। ਇਹ ਕਹਾਣੀ ਕਿੱਦਾਂ ਦੀ ਲੱਗੀ ਜ਼ਰੂਰ ਫੀਡਬੈਕ ਕਰਿਓ। ਇਹਦਾ ਅਲੱਗ ਪਾਰਟ ਬਣਾ ਕੇ ਸ਼ੇਅਰ ਕਰਾਂਗੇ, ਜ਼ਰੂਰ ਸਾਂਝਾ ਕਰਿਓ। ਤੇ ਮੇਰੇ ਨਾਲ ਕਦੇ ਕੋਈ ਗੱਲ ਕਰਨੀ ਹੈ ਤਾਂ 98 09655 ਨੰਬਰ WhatsApp ਤੇ ਸੰਪਰਕ ਕੀਤਾ ਜਾ ਸਕਦਾ ਹੈ। WhatsApp ਗਰੁੱਪ ਦੇ ਵਿੱਚ ਆਪ ਸ਼ਾਮਲ ਹੋ ਸਕਦੇ ਹੋ। ਆਪਣਾ ਨਾਮ ਪਤਾ ਦੱਸ ਦਿਆ ਕਰੋ, ਕਿਉਂਕਿ ਮੇਰੇ ਕੋਲ ਸੇਵ ਨਹੀਂ ਹੁੰਦਾ। ਫਿਰ ਕਈ ਵਾਰੀ ਕਈ ਸੱਜਣਾਂ ਨੂੰ ਨਾਮ ਪਤਾ ਦੁਬਾਰਾ ਪੁੱਛਣਾ ਪੈਂਦਾ ਹੈ। ਤੇ ਇਹ ਸੀ ਕਹਾਣੀ ਬਰਫ਼ ਦਾ ਦਾਨਵ। ਤੇ ਇਸ 22-24 ਦੀ ਇਲੈਕਸ਼ਨ ਦੇ ਵਿੱਚ ਇਹ ਬਰਫ਼ ਦਾ ਦਾਨਵ ਹੋਰ ਪਤਾ ਨਹੀਂ ਕਿੰਨੀਆਂ ਲਾਸ਼ਾਂ ਨੂੰ ਇਸ ਤਰ੍ਹਾਂ ਬਰਫ਼ ਦੇ ਦਾਨਵ ਦੀ ਭੇਟ ਚੜਾਏਗਾ, ਕਿੰਨੇ ਸੋਹਣੇ ਜਵਾਨਾਂ ਨੂੰ ਬਰਫ਼ ਦੀ ਭੇਟ ਚੜਾਏਗਾ। ਸਾਡੇ ਇਹਨਾਂ ਭਰਾਵਾਂ ਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਉਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਦੌਰਾਨ ਇੱਥੇ ਤੁਸੀਂ ਜਿਹੜਾ ਸੰਪਰਕ ਕਰ ਸਕਦੇ ਹੋ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮੱਗਰੀ ਖਰੀਦ ਸਕਦੇ ਹੋ। ਵਾਸ਼ਿੰਗਟਨ ਦੇ ਵਿੱਚ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ ਦੇ ਵਿੱਚ ਆ, ਲੌਸਟੇਲ ਟਰੈਵਲ ਸੈਂਟਰ 1414 ਲੋਮਾ ਸਟਰੀਟ ਲੌਸਟੇਲ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਤੁਹਾਨੂੰ ਫ੍ਰੀ ਕਾਫੀ, ਈਮੇਲ ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਤੇ ਇਸ ਲੋਕੇਸ਼ਨ ਤੇ ਫ੍ਰੀ ਚਾਹ, ਸ਼ਾਵਰ, ਲਾਂਡਰੀ ਲੈ ਸਕਦੇ ਹੋ। ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਕੈਲੀਫੋਰਨੀਆ ਸਟੇਟ ਦੇ ਵਿੱਚ ਲੌਸਟੇਲ ਟਰੈਵਲ ਸੈਂਟਰ 1414 ਲੋਮਾ ਸਟਰੀਟ ਐਗਜ਼ਿਟ 278। ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਡੈਲਟਾ ਫਿਊਲ ਕੰਪਨੀ, ਮੋਬਾਈਲ ਐਕਸ਼ਨ, ਮੈਰਾਥਨ ਫਿਊਲ ਕੰਪਨੀਆਂ ਨੇ, ਜਿੱਥੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਤੇ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਸਾਹਿਬ ਬਲਵੀਰ ਸਿੰਘ ਉਸਮਾਨਪੁਰ ਹੋਰਾਂ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 8413 4252328413 ਨੰਬਰ ਹੈ ਸਾਹ ਹਰਜਾਪ ਸਿੰਘ ਹੋਰਾਂ ਦਾ। ਸਾਹ ਗੁਰਦੀਪ ਸਿੰਘ ਆਲੂਵਾਲੀ ਸਾਹਿਬ, ਸਵਾਗਤ ਹੈ ਭਾਜੀ, ਵੈਲਕਮ ਜੀ। ਤੁਹਾਡਾ ਸਾਹਿਬ ਪ੍ਰੋਗਰਾਮ ਬਹੁਤ ਵਧੀਆ ਸੀ। ਬਰੇੜਾ ਸਾਹਿਬ ਦੀ ਰਿਪੋਰਟਿੰਗ ਬਹੁਤ ਵਧੀਆ ਬਾਈ ਗॉड, ਬਿਲਕੁਲ ਰਿਸਪੈਕਟ ਕਰਦੇ ਹੋ। ਆਈ ਐਪਰੀਸ਼ੀਏਟ ਹੈ ਜਿਹੜੀ ਸਟੋਰੀ ਸੁਣਾਈ ਹੈ, ਬੜੀ ਦੁਖਦਾਈ ਹੈ, ਕਿਉਂਕਿ ਮੈਂ ਵੀ 에ਅਰਫੋਰਸ ਤੋਂ ਰਿਟਾਇਰ ਹੋਇਆ, ਸੋ ਆਈ ਨੋ ਕਿ ਕਿਸ ਤਰ੍ਹਾਂ ਲਾਈਫ ਹੁੰਦੀ ਹੈ ਜੀ। ਇਹ ਲਾਈਫ ਬੜੀ ਦਾਅਵੇ ਮਗਰੇ ਜਿਹੜੇ ਲਾਂਤੀ ਪੋਲੀਟੀਸ਼ੀਅਨ ਨੇ ਇਹ ਸਾਰਾ
ਬੇੜਾ ਗਰ ਕਰਦੇ ਨੇ ਦੋਵੇਂ ਦੇਸ਼ਾਂ ਦੇ। ਤੇ ਮੈਂ ਤੁਹਾਨੂੰ ਆਫ ਦੀ ਰਿਕਾਰਡ ਗੱਲ ਕਰਨਾ ਚਾਹੁੰਦਾ ਸੀ ਜੇ ਤੁਹਾਡੇ ਕੋਲ ਟਾਈਮ ਹੋਏ ਤਾਂ। ਕੋਈ ਨਹੀਂ, ਬਸ 5 ਮਿੰਟ ਬਾਅਦ ਮੈਂ ਤੁਹਾਨੂੰ ਕਾਲ ਬੈਕ ਕਰ ਲਾਂਗਾ ਪ੍ਰੋਗਰਾਮ ਸਮਾਪਤੀ ਤੋਂ ਬਾਅਦ। ਠੀਕ ਹੈ ਜੀ, ਓਕੇ ਜੀ, ਥੈਂਕ ਯੂ। ਸਾਗਰਦੀਪ ਸਿੰਘ ਆਲੂਵਾਲੇ ਸਾਹਿਬ ਆਪਣੇ ਸਬਸਕ੍ਰਾਈਬਰ ਵੀ ਨੇ, ਮਿਹਰਬਾਨੀ। ਬਿਲਕੁਲ, ਵਾਘੇ ਨਾਲ ਅਟਾਰੀ ਦੀ ਨਹੀਂ ਟੱਕਰ, ਨਾ ਹੀ ਗੀਤਾ ਦੇ ਨਾਲ ਕੁਰਾਨ ਦੀ ਹੈ, ਨਹੀਂ ਕੁਫਰ ਇਸਲਾਮ ਦਾ ਕੋਈ ਝਗੜਾ, ਗੱਲ ਸਾਰੀ ਨਫੇ ਨੁਕਸਾਨ ਦੀ ਹੈ। ਬਿਲਕੁਲ, ਲੋੜ ਸਾਨੂੰ ਬ੍ਰੈਡ ਦੀ ਹੈ, ਖਰੀਦ ਅਸੀਂ ਬਰੂਦ ਰਹੇ ਹਾਂ। ਸਾਡੇ ਤੋਂ ਬੇਵਕੂਫ ਕੌਣ ਹੋ ਸਕਦਾ? ਗੱਲ ਇਹ ਹੈ ਕਿ ਸਾਨੂੰ ਲੜਾ ਕੇ ਅਗਲੇ ਆਪਣਾ ਸੌਦਾ ਵੇਚਣਾ ਚਾਹੁੰਦੇ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੀਦੇ ਨੇ, ਸੰਪਰਕ ਕਰੋ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨੂੰ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਵੀ ਪੰਜਾਬੀ ਅੰਗਰੇਜ਼ੀ ਭਾਸ਼ਾ 'ਚ ਦਿੰਦੇ ਨੇ। ਸਿਆਟਲ ਦੇ ਵਾਧੂ ਲੋਡ ਤੁਹਾਨੂੰ ਮਿਲਣਗੇ। ਤੁਸੀਂ ਓਨਰ ਪੈਟਰੋਲ ਡਰਾਈਵਰ ਹੋ, ਸੰਪਰਕ ਕਰੋ ਇਹਨਾਂ ਨਾਲ। ਡਰਾਈਵਿੰਗ ਦੀ ਜੌਬ ਚਾਹੀਦੀ ਹੈ, ਆਵਰਲੀ ਪੇ ਕੀਤਾ ਜਾਂਦਾ ਪ੍ਰਤੀ ਘੰਟਾ। ਇਹਨਾਂ ਨੂੰ ਸੰਪਰਕ ਕਰ ਸਕਦੇ ਹੋ। ਜਗਦੇਵ ਸਿੰਘ ਸੰਧੂ ਦਾ ਨੰਬਰ ਹੈ 253 266 6924 2532666924। ਗੈਰੀ ਧਾਲੀਵਾਲ ਦਾ ਨੰਬਰ ਹੈ 206 354 4060 206 354 4060। ਵਾਸ਼ਿੰਗਟਨ ਫੀਲਡ ਸਰਵਿਸ ਸਿਆਟਲ ਇਲਾਕੇ ਦੇ ਲੋਕਲ ਲੋਡ ਦੇ ਵਾਸਤੇ ਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ ਹਮੇਸ਼ਾ ਸੰਪਰਕ ਕਰੋ। ਇਸੇ ਤਰ੍ਹਾਂ ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਹੋ, ਮਾਰੋ ਆਪਣੇ ਟਰੱਕ ਟਰਾਲੇ ਨੂੰ ਬ੍ਰੇਕ ਯੂਨੀਅਨ ਵੇਜ ਟਰੱਕ ਸਟਾਪ ਤੇ, ਜਿੱਥੇ ਤੁਸੀਂ ਇੰਡੀਅਨ ਰੈਸਟੋਰੈਂਟ ਤੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਦੇ ਨਾਲ ਲੁਤਫ ਲਓ, ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਇਹ ਅਦਾਰਾ। ਇੱਥੇ ਟਰੱਕ ਵਾਸ਼ ਕਰਾਓ, ਡੀਜ਼ਲ ਪਾਓ। ਐਡਰੈਸ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ ਦਾ, 2201 ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ ਹੈ 661 304 7500 661 304 7500। ਅੱਜ ਕੱਲ੍ਹ ਇੰਡੀਆ ਆਏ ਹੋਏ ਨੇ ਸੁੱਖੀ ਘੁੰਮਣ ਹੋਰੀ, ਤੇ ਸੰਪਰਕ ਕੀਤਾ ਜਾ ਸਕਦਾ ਇਹਨਾਂ ਦੇ ਨਾਲ 661 304 7500 ਯੂਐਸ ਦਾ ਨੰਬਰ ਹੈ। ਤੇ ਦੂਸਰਾ, ਜੇ ਤੁਸੀਂ ਕੋਈ ਆਪਣੇ ਇੰਡੀਵਿਜੂਅਲ ਬਿਜ਼ਨਸ ਵਪਾਰ ਕਾਰੋਬਾਰ ਦੀ ਰਿਟਰਨ ਫਾਈਲਿੰਗ ਕਰਨੀ ਹੈ ਤਾਂ ਅਮਰੀਕਨ ਟੈਕਸ ਫਰਮਾਂ ਦੇ ਵਿੱਚ 5 ਸਾਲ ਦੇ ਕੰਮ ਕਰਨ ਦੇ ਤਜਰਬੇ ਯਾਫਤਾ ਸਾਹਿਬ ਤਰਸੇਮ ਸਿੰਘ ਗਿੱਲ CPA ਨੂੰ ਸੰਪਰਕ ਕਰੋ। ਇਸ ਤੋਂ ਇਲਾਵਾ ਉਹਨਾਂ ਕੋਲ ਤੁਸੀਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈ ਸਕਦੇ ਹੋ, ਗ੍ਰੀਨ ਕਾਰਡ, ਵਰਕ ਪਰਮਿਟ, ਸਪਾਊਸ ਕੇਸ ਦੀ ਸੇਵਾਵਾਂ, ਪੇਪਰ ਫਾਈਲਿੰਗ ਲੈਣੀ ਹੈ ਤਾਂ ਇਹ ਵੀ ਕੰਮ ਉਹਨਾਂ ਤੋਂ ਕਰਵਾ ਸਕਦੇ ਹੋ, ਜੋ ਨਿਊਯਰਸੀ ਦੇ ਲਾਗੇ ਈਸਟਰਨ ਸਿਟੀ ਪੈਂਸਿਲਵੇਨੀਆ ਦੇ ਵਿੱਚ ਵਸਦੇ ਨੇ। ਨੰਬਰ ਹੈ ਤਰਸੇਮ ਸਿੰਘ ਗਿੱਲ CPA ਦਾ 484 764 9861 484 764 9861 ਨੰਬਰ ਹੈ CPA ਤਰਸੇਮ ਸਿੰਘ ਗਿੱਲ ਦਾ। ਸੋ ਇੰਡੀਵਿਜੂਅਲ ਬਿਜ਼ਨਸ ਵਪਾਰ ਦੀ ਕੋਈ ਵੀ ਰਿਟਰਨ ਸੇਵਾਵਾਂ ਇਹਨਾਂ ਤੋਂ ਲੈ ਸਕਦੇ ਹੋ। ਇਮੀਗ੍ਰੇਸ਼ਨ ਦਾ ਕੋਈ ਵੀ ਕੰਮ ਇਹਨਾਂ ਤੋਂ ਪੇਪਰ ਫਾਈਲਿੰਗ ਕਰਾ ਸਕਦੇ ਹੋ। ਸਾਡਾ ਜ਼ਿਕਰ ਕਰਨ ਤੇ ਰਿਆਇਤ ਮਿਲੇਗੀ। ਆਪਣੇ ਪੁਰਾਣੇ ਸਰੋਤੇ ਨੇ ਹਰਬੰਸ ਸਿੰਘ ਗਿੱਲ, ਉਹਨਾਂ ਦੇ ਬੇਟੇ ਨੇ CPA ਤਰਸੇਮ ਸਿੰਘ ਗਿੱਲ। ਨੰਬਰ ਹੈ 484 764 9861। ਲਓ ਦੋਸਤੋ, ਇਸ ਦੇ ਨਾਲ ਹੁਣ ਸਮਾਪਤੀ ਕਰਾਂਗੇ ਤੇ ਸਵੇਰੇ ਫੇਰ 6 ਵਜੇ ਤੁਹਾਡੇ ਨਾਲ ਮੁਲਾਕਾਤ ਹੋਏਗੀ। ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਟਿਵਾਣਾ ਨੂੰ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਜੋਰਾ ਸਿੰਘ ਸਿੱਧੂ ਫੇਸਬੁੱਕ ਤੇ ਜੁੜੇ ਨੇ, ਬਲਵਿੰਦਰ ਸਿੰਘ, ਗੁਰਲਾਲ ਸਿੰਘ, ਅਵਤਾਰ ਬੈਦਵਾਨ ਸਾਹਿਬ, ਤਰਸੇਮ ਸਿੰਘ ਨਵੀਂ ਪਾਰਟੀ ਬਣਾ ਕੇ ਲਾਹਨਤਾਂ ਹੀ ਪੈਣਗੀਆਂ ਕਪਤਾਨ ਸਾਹਿਬ ਨੂੰ। ਪਰਨੀਤ ਕੌਰ ਨਾਲ ਵੀਡੀਓ ਹੈਗੀਆਂ ਜੀ ਉਹਨਾਂ ਦੀਆਂ, ਸਾਰੇ ਇਕੱਠੇ ਗਲਾਸੀ ਗਲੂਸੀ ਖੜਕਾਉਂਦੇ ਆ। ਪਰਨੀਤ ਕੌਰ ਕਹਿੰਦੀ ਮੈਂ ਵੋਟ ਕਰ ਨਹੀਂ ਪੈਂਦੀ, ਉਹਨਾਂ ਦੀ ਆ ਰਹੀ ਆਵਾਜ਼। ਚਰਨਜੀਤ ਸ਼ੈਲੀ ਟਿਕਰੀ ਬਾਰਡਰ ਤੇ ਨੇ, ਇਸ ਵਕਤ ਕਿਸਾਨੀ ਨਾਲ ਜੁੜੇ ਨੇ ਤੇ ਅੱਜ ਕਿਸਾਨਾਂ ਨੇ ਜਿਹੜਾ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਦੀ ਗ੍ਰਿਫਤਾਰੀ ਦੇ ਵਾਸਤੇ 11 ਤੋਂ 2 ਵਜੇ ਤੱਕ ਵੱਖ-ਵੱਖ ਥਾਵਾਂ ਤੇ ਧਰਨਾ ਵੀ ਦਿੱਤਾ। ਮਨਦੀਪ ਸਿੰਘ ਚਾਲ ਕਹਿੰਦੇ ਦੀਵਾਲੀ ਤੋਂ ਪਹਿਲਾਂ ਕਾਨੂੰਨ ਉਮੀਦ ਕਰੀਏ ਜੀ ਹੋ ਜਾਵੇ ਤਾਂ ਚੰਗਾ, ਦੀਵਾਲੀ ਮਨਾਈ ਜਾਵੇਗੀ। ਰਾਮਰਾਜ ਵਾਲਿਆਂ ਨੂੰ ਚਾਹੀਦਾ ਬਿਲਕੁਲ ਇਨਸਾਫ ਕਰਨ। ਤੇ ਗੁਰਮੀਤ ਸਿੰਘ ਚਹਿਲ ਬਾਈ ਜੀ ਥੈਂਕ ਯੂ, ਮਨਦੀਪ ਸਿੰਘ ਚਹਿਲ ਥੈਂਕ ਯੂ, ਲਾਲੀ ਟੋੜਾ UP ਤੋਂ, ਕਰਨ ਸੋਮਲ ਸਾਹਿਬ, ਭੈਣ ਹਰਵਿੰਦਰ ਜੌਲ ਯੂਐਸ ਤੋਂ, ਕਰਨ ਸੋਮਲ, ਕਰਮਵੀਰ ਗਿੱਲ, ਬਾਰਡਰ ਵਾਲੇ ਚਿੱਟੇ ਨਾਲੋਂ ਦਿੱਲੀ ਵਾਲਾ ਚਿੱਟਾ ਜ਼ਿਆਦਾ ਘਾਤਕ ਹੈ, ਬਿਲਕੁਲ। ਜਸਵੀਰ ਗੋਲਡੀ ਬਟਾਰੀ ਤੋਂ, ਬਿਲਕੁਲ ਕਰਮਵੀਰ ਗਿੱਲ, ਗੱਲ ਤੁਹਾਡੀ ਦਰੁਸਤ ਹੈ। ਪ੍ਰਗਟ ਸਿੰਘ ਬਲ ਬਾਈ ਜੀ ਜੁੜੇ ਨੇ, ਸ਼ੇਰਗਿੱਲ ਸਾਹਿਬ ਜੁੜੇ ਨੇ ਜੀ। ਮੋਦੀ ਹੈ ਤਾਂ ਮੁਸ਼ਕਿਲ ਹੈ, ਸਭ ਕੁਝ ਮੁਸ਼ਕਿਲ ਹੈ। ਰਘਵੀਰ ਸਿੰਘ ਆਪਣੇ ਬਾਈ ਜੀ ਗੰਗਾਨਗਰ ਵਾਲੇ UK ਤੋਂ। ਸ਼ੇਰਗਿੱਲ ਸਾਹਿਬ ਕਹਿੰਦੇ 100% ਫਸਲ ਤਬਾਹ ਹੋ ਗਈ ਹੈ। ਕਾਕਾ ਰਜਿੰਦਰ ਸਿੰਘ ਆਇਆ ਸੀ SDM ਤਹਿਸੀਲਦਾਰ ਨੂੰ ਲੈ ਕੇ ਗੇੜਾ ਮਾਰ ਗਿਆ, ਪਰ ਗੁਲਾਬੀ ਸੁੰਡੀ ਦੇ ਮੁਆਵਜ਼ੇ ਦੇ ਰੌਲੇ ਨੂੰ ਵੇਖਦੇ ਮੁਆਵਜ਼ੇ ਦੀ ਕੋਈ ਆਸ ਦੀ ਕਿਰਨ ਨਹੀਂ ਦਿਖਾਈ ਦੇ ਰਹੀ। ਬਿਲਕੁਲ ਮੁਆਵਜ਼ਾ ਬਹੁਤ ਘੱਟ ਹੈ ਜੀ ਕਾਨੂੰਨਨ, ਤੇ ਬਹੁਤ ਕਿਸਾਨ ਤਾਂ ਇਸ ਮਾਮਲੇ 'ਚ ਉਜਾੜੇ ਗਏ ਨੇ ਗੁਲਾਬੀ ਸੁੰਡੀ ਤੇ ਉਸ ਤੋਂ ਬਾਅਦ ਫਿਰ ਇੱਧਰ ਮਾਝੇ 'ਚ ਜਿਹੜਾ ਕਹਿਰ ਮੀਂਹ ਨੇ ਕਮਾਇਆ। ਕੁਲਜੀਤ ਸਿੰਘ ਹਾਂਗਕਾਂਗ ਤੋਂ ਬਾਈ ਤਖਾਨਬੱਧ ਵਾਲੇ ਆਪਣੇ ਸਬਸਕ੍ਰਾਈਬਰ ਨੇ, ਬਲਦੇਵ ਸਿੰਘ ਬਠਿੰਡਾ ਤੋਂ, ਜੋਰਾ ਸਿੰਘ ਬੈਦਵਾਨ ਸਾਹਿਬ, ਮਨਦੀਪ ਸਿੰਘ
हरविंदर सिंह थैंक यू। सरबराड़ मुक्तसर तो बलविंदर सिंह, निर्मल सिंह सत्ता बरियाड़, दीप आनंदपुर साहब तो गुरतेज पवरा साहब, गुरदयाल सिंह संघेड़ा सत श्री अकाल जी। केवल बहरीन तो दपिंदर सिंह कहते जी हालात खराब हो रहे ने, बरियाणा साहब नूं सत श्री अकाल कह रहे ने जी। मौला मेहर करे पंजाब ते। शैली जी थैंक यू। गुरमीत संधू बाई चुप कीती पिंड तो ने टंटो तो सबसक्राइबर ने अपने बाई जी मेहरबानी गुरमीत संधू साहब। मनजिंदर थिंद, गुरमीत सिंह, रविंदर जोशन, गुरदेव सिंह दौलत, हरविंदर सिंह, अवतार सिंह कुलार, गजल शर्मा, बीबा राणी, रविंदर जोशन ते रणवीर सिंह, दलवीर सिंह ढिल्लों बई, बलवंत रायकोटिया, प्रोफैसर जसवंत सिंह सबसक्राइबर ने मेहरबानी जी। उस तो डॉक्टर मलकीत कहते जी असी डेमोक्रेसी के हमायती हैं, पर यह सच है कि वोटां द्वारा चुनिया सरकारां पंजाब का बेड़ा गर्क करदियां ने। लुट लुट खा गए लोटू सानू। बड़ी दुखदायक ते सच्ची कहानी सी बर्फ का दानव। प्रोफैसर जसवंत सिंह पसंद करते हैं। हरविंदर सिंह थैंक यू। बिल्कुल बाई जी, इस तरह कोई साहित्यकार अगर अच्छा लिटरेचर रचदा है, समय का सच लिखदा है ते रूप सीजी जाती है। प्रोफैसर साहब इस साहित्य नूं पढ़न दा इह हुंदा ना कि साहित्य लिटरेचर कोई भी है, ये साडा सुभाव बनाउंदा है, साडे चों इंसानियत दे गुण पैदा करदा है। जिस तरह का पढ़ोगे उस तरह का ही तुसी मन अपना सुभाव बनाओगे। इसे करके सानू गुरु साहब शब्द दे लड़ ला के गए ने पंजाब नूं कि शब्द गुरु है, तुसी गुरु ग्रंथ साहब नूं फॉलो करो, एक बहुत वधिया इंसान देवते समान बन सकते हो जे सच्चे दिलों करो। कट्टड़ता छड्ड के अवल अल्लाह नूर पाया, एकस के बारक की गल करो, हक पराए की गल करो। बहुत वधिया लाइफ स्टाइल गुरबाणी अडॉप्ट कर दी है। बाकी रही रहत मर्यादा की गल, कोई किड्डा कशहरा पाउंदा, कोई किड्डी दाड़ी वधाउंदा, वो चीज़ां अपने आप च वख हो सकदियां ने, पर एक कंप्लीट लाइफ स्टाइल जिहड़ा गुरबाणी तो कोई भी फॉलो करदा, जरूरी नहीं कि ओदी दाड़ी लम्मी होवे, काली दस्तार होवे, नीली होवे, अमरधारी होवे, वो चीज़ां सेकेंडरी ने। पर असल इंसानियत का जो मुजस्मा हर धर्म च मिलता। गुरु ग्रंथ साहब क्योंकि लेटेस्ट धर्म है, धर्मां का निचोड़ है, सो इस करके इहदे च बहुत लाइफ स्टाइल तो असीं जे अडॉप्ट कर दो तो बेहतर है। पर अफसोस कि इस नूं भी असीं जिहड़ा नफरत का पात्र बना दिता। पंजाब जो वसदा गुरां दे नां ते उत्थे ही किस तरह बेअदबी गुरबाणी दी हो रही है, ये बड़ा अफसोसनाक वरतारा है। इहदे पिछे भी सब ये गंदे सियासतदान ने, गंदे इंसान तां नहीं कहांगे उन्हां नूं। लो दोस्तों, इस दे नाल ही हुण परमिंदर सिंह टिवाणा नूं इत्थे दिओ आ गया। 8:29 हो गए ने भारत दीआं सूईआं दे मुताबक। तो तुहाडा ते साडा रब राखा, वैगुरू मेहर करे, दुनिया ते पंजाब वसदा रवे। सो इसलिए पंजाब दे वसांद वास्ते कुछ ना कुछ कोशिश करया करो, अच्छियां चीज़ां प्रमोट करया करो। जो कुछ सिर फिरे ने मजहबी कट्टड़ लोग ने उन्होंने समझाया करो, क्योंकि ये कट्टड़ता सियासतदानां नूं रास आउंदी है। उस समय दे सच समझण दी जरूरत है। सिकंदर गोडानी हाईएस्ट इन दी वर्ल्ड नो, हाँ सियाचन की गल तुसीं कीती है, थैंक यू सिकंदर जी, थैंक यू। क्रूड ऑयल का कोई पंगा है नहीं, सस्ता सुनीदा, बहुत माड़ा तेल है जी सिकंदर जी। क्रूड नहीं आ गया, पाम ऑयल की गल कर रहा तुसीं। हाँ सारी दुनिया च है, पर इहदे च सरकारां नूं चाहीदा कि कुछ ना कुछ इहदे च रिलैक्सेशन करन। करण सिंह थैंक यू जी। 1.5 साल 37 रुपए अगर तेल वधिया तो मोदी साहब नूं फिर चाहिए कि इसदा बदल कुछ दवे लोगों नूं। कीमतां तो तुसीं वो भी नहीं दे रहे। 800 नूं झोना रुल रहा जिहड़ा डीजल फूक के पालिया। रिलायंस का तुहानूं सारे रेट देने पैंदे ने। अडानिया का पोर्ट बनाया, अडानिया लई गोदाम बनाए ने, उन्होंने 30 साल का ठेका दे रहे हो कि जे तो महंगाई वधेगी फिर भी वधेगा, तो फिर बाकियां नूं क्यों नहीं, किसान नूं क्यों नहीं, ਉਹਦੇ ਲਈ कोई कॉन्ट्रैक्ट नहीं। सवाल तो इसी गल दा ना। खैर लो दोस्तों, इस दे नाल ही हुण दोस्त अपने नूं परमिंदर सिंह टिवाणा नूं इत्थे दिओ आ गया। शब्बा खैर, सत श्री अकाल, जुड़े रहो टिवाणा रेडियो दे नाल।